नहीं अरे ज्वाइन कराओ। लिखा है 38 50-60 डिग्री बंद है। 8 बंदे और जोड़ लो 40 के ऊपर दिख रहे हैं ना 60 बंदे 48 बंदे हो गए। कोई नहीं, लाओ 2 मिनट और। फोटो दिखाना है कैसे आ रही है, कैमरे की लोकेशन चेंज तो नहीं करनी कोई। क्या बात है ठीक है। कुछ खराब नहीं हो रही मॉर्निंग सर। गुड मॉर्निंग जी। गुड मॉर्निंग सर। गुड मॉर्निंग। गुड मॉर्निंग। हाँ जी, गुड मॉर्निंग सर जी। गुड मॉर्निंग सर। गुड मॉर्निंग सर नमस्ते जी। नमस्कार मेहता जी, क्या हाल है? ठीक है सर, कृपया जनाब जी। हाँ जी, अगेन गुड मॉर्निंग साਰਿਆਂ ਨੂੰ ਜੀ। ਤੇ ਅੱਜ ਅਸੀਂ ਸਟਾਰਟ ਕਰਾਂਗੇ ਫਾਈਨੈਂਸ਼ੀਅਲ ਕਮਿਸ਼ਨਰ ਸਟੈਂਡਿੰਗ ਆਰਡਰਸ। ਸਭ ਤੋਂ ਪਹਿਲਾਂ ਅਸੀਂ ਦੇਖ ਲਈਏ ਵੀ ਇਹ ਸਟੈਂਡਿੰਗ ਆਰਡਰਸ ਕੀ ਹੁੰਦੇ ਆ, ਕਿਉਂ ਬਣਾਏ ਜਾਂਦੇ ਆ, ਇਹਦੀ ਲੋੜ ਕੀ ਪੈਂਦੀ ਹੈ। ਠੀਕ ਹੈ, ਅਸੀਂ ਪਿੱਛੇ ਡਿਸਕਸ ਕਰਕੇ ਹਟੇ ਹਾਂ ਇਹ ਜਿਹੜਾ ਸਾਡਾ ਹੈਗਾ ਐਗਜ਼ਾਮੀਨੇਸ਼ਨ ਡਿਪਾਰਟਮੈਂਟ ਐਗਜ਼ਾਮੀਨੇਸ਼ਨ ਆਫ ਨੈਪਸੀਲਾ, ਇਹਦਾ ਪੇਪਰ ਨੰਬਰ 1 ਅਸੀਂ ਡਿਸਕਸ ਕਰ ਰਹੇ ਹਾਂ। ਇਹਦੇ ਵਿੱਚ ਅਸੀਂ ਪੜ੍ਹ ਕੇ ਹਟੇ ਹਾਂ ਪਹਿਲਾਂ ਪੰਜਾਬ ਲੈਂਡ ਰੈਵਨਿਊ ਐਕਟ 1887, ਦੈਨ ਦ ਰੂਲਸ ਆਫ ਪੰਜਾਬ ਲੈਂਡ ਰੈਵਨਿਊ ਰੂਲਸ 1909, ਤੇ ਅੱਜ ਅਸੀਂ ਡਿਸਕਸ ਕਰਾਂਗੇ ਸਟੈਂਡਿੰਗ ਆਰਡਰਸ। ਮੈਂ ਗੱਲ ਕਰ ਰਿਹਾ ਸੀ ਸਟੈਂਡਿੰਗ ਆਰਡਰਸ ਕੀ ਹੁੰਦੇ ਆ, ਕਿਉਂ ਬਣਾਏ ਜਾਂਦੇ ਆ। ਜਦੋਂ ਵੀ ਕੋਈ ਐਕਟ ਹੁੰਦਾ ਹੈ, ਐਕਟ ਨੂੰ ਲਾਗੂ ਕਰਨ ਦੇ ਲਈ ਸਰਕਾਰ ਵੱਲੋਂ ਰੂਲ ਬਣਾਏ ਜਾਂਦੇ ਨੇ। ਜਿਵੇਂ ਕਿ ਅਸੀਂ ਲੈਂਡ ਰੈਵਨਿਊ ਐਕਟ ਦੀ ਗੱਲ ਕਰਦੇ ਹਾਂ, ਲੈਂਡ ਰਿਕਾਰਡ ਮੈਨੂਅਲ, ਲੈਂਡ ਰੈਵਨਿਊ ਐਕਟ ਦੇ ਲਈ ਲੈਂਡ ਰੈਵਨਿਊ ਰੂਲਸ ਵੀ ਬਣਾਏ ਗਏ ਨੇ ਤੇ ਲੈਂਡ ਰਿਕਾਰਡ ਮੈਨੂਅਲ ਵੀ ਬਣਾਇਆ ਗਿਆ ਹੈ। ਇਸੇ ਤਰ੍ਹਾਂ ਜਿਹੜੇ ਸਟੈਂਡਿੰਗ ਆਰਡਰਸ ਹੁੰਦੇ ਨੇ, ਇਹ ਆਰਡਰਸ ਉਦੋਂ ਤੱਕ ਕੰਟੀਨਿਊ ਰਹਿੰਦੇ ਨੇ ਜਦੋਂ ਤੱਕ ਇਹਨਾਂ ਨੂੰ ਚੇਂਜ ਨਾ ਕਰ ਦਿੱਤਾ ਜਾਵੇ ਜਾਂ ਇਹਨਾਂ 'ਚ ਕੋਈ ਅਮੈਂਡਮੈਂਟ ਨਾ ਕਰ ਦਿੱਤੀ ਜਾਵੇ ਜਾਂ ਇਹ ਖਤਮ ਨਾ ਕਰ ਦਿੱਤੇ ਜਾਣ। ਤਦ ਇਹਨੂੰ ਹੈ ਸਟੈਂਡਿੰਗ ਆਰਡਰਸ, ਮਤਲਬ ਉਦੋਂ ਤੱਕ ਇਹ ਇਨਫੋਰਸ ਰਹਿੰਦੇ ਨੇ ਜਦੋਂ ਤੱਕ ਕਿ ਇਹਨਾਂ ਨੂੰ ਇਹਦੇ 'ਚ ਕੋਈ ਅਮੈਂਡਮੈਂਟ ਨਾ ਕਰ ਦਿੱਤੀ ਜਾਵੇ ਜਾਂ ਇਹਨਾਂ ਨੂੰ ਫਿਰ ਖਤਮ ਕਰਕੇ ਕਿਸੇ ਰੂਲਾਂ ਵਿੱਚ ਨਾ ਪਾ ਦਿੱਤਾ ਗਿਆ ਹੋਵੇ। ਸਰਕਾਰ ਵੱਲੋਂ ਕਿਸੇ ਵੀ ਐਕਟ ਨੂੰ ਲਾਗੂ ਕਰਨ ਦੇ ਲਈ ਰੂਲ ਬਣਾਏ ਜਾਂਦੇ ਆ। ਠੀਕ ਹੈ, ਰੂਲ ਬਣਾਉਣ ਦਾ ਜਿਹੜਾ ਪ੍ਰੋਸੈਸ ਹੁੰਦਾ ਥੋੜ੍ਹਾ ਜਿਹਾ ਲੰਮਾ ਹੁੰਦਾ, ਕਿਉਂਕਿ ਉਹ ਵੀ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਜਾਂਦਾ ਹੈ, ਰੂਲਸ ਦਾ ਡਰਾਫਟ ਬਣਦਾ ਹੈ, ਰੂਲ ਡਰਾਫਟ ਬਣ ਕੇ ਪਬਲਿਸ਼ ਹੁੰਦਾ, ਪਬਲਿਕ ਦੇ ਲਈ ਜਨਤਾ ਦੇ ਵਿੱਚ ਜਾਂਦਾ ਹੈ। ਠੀਕ ਹੈ, ਉਹ ਪ੍ਰੋਸੈਸ ਥੋੜ੍ਹਾ ਲੰਮਾ ਹੋਣ ਕਰਕੇ ਜਦੋਂ ਕੰਮ ਕਰਦੇ ਦੌਰਾਨ ਕਿਸੇ ਵੀ ਐਕਟ ਦੀਆਂ ਜਿਹੜੀਆਂ ਪ੍ਰੋਵੀਜ਼ਨਸ ਹੁੰਦੀਆਂ ਨੇ ਉਹਨਾਂ ਨੂੰ ਲਾਗੂ ਕਰਨ ਦੇ ਲਈ ਜਦੋਂ ਕਿਤੇ ਸਮੇਂ ਦੇ ਮੁਤਾਬਕ ਜ਼ਰੂਰਤ ਪੈਂਦੀ ਹੈ
ਕਿਸੇ ਪ੍ਰੋਸੀਜਰ ਨੂੰ ਅਡਾਪਟ ਕਰਨ ਦੀ ਖਾਤਰ ਤਾਂ ਫਾਈਨੈਂਸ਼ੀਅਲ ਕਮਿਸ਼ਨਰ ਵੱਲੋਂ ਸਟੈਂਡਿੰਗ ਆਰਡਰਸ ਇਦਾਂ ਦੇ ਜਿਹੜੇ ਹੈਗੇ ਨੇ ਆਰਡਰਸ ਜਾਰੀ ਕੀਤੇ ਜਾਂਦੇ ਨੇ। ਇਹ ਉਦੋਂ ਤੱਕ ਲਾਗੂ ਰਹਿੰਦੇ ਨੇ ਜਦੋਂ ਤੱਕ ਇਹਨਾਂ ਦੇ 'ਚ ਕੋਈ ਅਮੈਂਡਮੈਂਟ ਨਾ ਕੀਤੀ ਜਾਵੇ। ਹੁਣ ਇਹ ਸਟੈਂਡਿੰਗ ਆਰਡਰ ਜਿਹੜਾ ਅਸੀਂ ਅੱਜ ਪੜ੍ਹ ਰਹੇ ਹਾਂ, ਇਹ ਹੈ ਸਟੈਂਡਿੰਗ ਆਰਡਰ ਨੰਬਰ 2। ਇਹ ਹੈਗਾ ਰਿਲੇਟ ਕਰਦਾ ਵਿਦ ਟੈਨੈਂਸੀ ਐਕਟ। ਟੈਨੈਂਸੀ ਐਕਟ ਜਿਹੜਾ ਸਾਡਾ ਸਿਲੇਬਸ ਹੈਗਾ ਉਹ ਐਗਜ਼ਾਮੀਨੇਸ਼ਨ ਆਫ ਨੈਬ ਸੀਲਰ ਪੇਪਰ ਨੰਬਰ 3 ਨੂੰ ਡੀਲ ਕਰਦਾ ਹੈ। ਪੰਜਾਬ ਟੈਨੈਂਸੀ ਐਕਟ 1887 ਜਦੋਂ ਅਸੀਂ ਪੜ੍ਹਾਂਗੇ ਉਦੋਂ ਤਾਂ ਅਸੀਂ ਦੇਖਾਂਗੇ ਇਹ ਜਿਹੜੇ ਸਟੈਂਡਿੰਗ ਆਰਡਰਸ ਨੇ। ਵੈਸੇ ਸਾਡਾ ਅਸੀਂ ਪੜ੍ਹਨਾ ਤਾਂ ਚਾਹੀਦਾ ਸੀ ਸਾਨੂੰ ਪਹਿਲਾਂ ਪੇਪਰ ਨੰਬਰ 3 ਪੰਜਾਬ ਟੈਨੈਂਸੀ ਐਕਟ 1887 ਜੇ ਅਸੀਂ ਪੜ੍ਹਦੇ ਤਾਂ ਫਿਰ ਸਾਨੂੰ ਇਹ ਵਾਲਾ ਚੈਪਟਰ ਸੀ ਜਿਹੜਾ ਸਟੈਂਡਿੰਗ ਆਰਡਰ ਨੰਬਰ 2 ਜਿਹੜਾ ਅਸੀਂ ਵਿੱਚ ਪੜ੍ਹ ਰਹੇ ਹਾਂ ਫਿਰ ਜ਼ਿਆਦਾ ਸਮਝ ਲੱਗਣਾ ਸੀਗਾ। ਪਰ ਦੂਜੀ ਗੱਲ ਇਹ ਵੀ ਹੈ ਵੀ ਜਿਹੜੇ ਇਹ ਸਟੈਂਡਿੰਗ ਆਰਡਰਸ ਨੇ ਇਹ ਇਕੱਲੇ ਇੱਕ ਐਕਟ ਦੇ ਨਾਲ ਸੰਬੰਧਿਤ ਨਹੀਂ ਹੈਗੇ, ਇਹ ਵੱਖ-ਵੱਖ ਐਕਟਾਂ ਦੇ ਨਾਲ ਸੰਬੰਧਿਤ ਨੇ। ਜਿਵੇਂ ਕਿ ਲੈਂਡ ਰੈਵਨਿਊ ਐਕਟ ਵੀ ਇਹਦੇ ਵਿੱਚ ਆ ਜਾਂਦਾ ਹੈ, ਕਲਾਸਿਸ ਆਫ ਦਾ ਰੈਵਨਿਊ ਆਫਿਸਰਸ ਵੀ ਇਹਦੇ ਵਿੱਚ ਆ ਜਾਂਦੀਆਂ ਨੇ, ਠੀਕ ਹੈ, ਟੈਨੈਂਸੀ ਐਕਟ ਵੀ ਇਹਦੇ ਵਿੱਚ ਆ ਜਾਂਦਾ ਹੈ, ਹੋਰ ਬਹੁਤ ਸਾਰੇ ਐਕਟ ਇਹਦੇ ਵਿੱਚ ਆ ਜਾਂਦੇ ਨੇ। ਸਟੈਂਡਿੰਗ ਆਰਡਰਸ ਹੁੰਦੇ ਨੇ ਜਿਹੜੇ ਮਿਕਸ ਹੁੰਦੇ ਆ, ਮਿਕਸ ਆਰਡਰਸ ਹੁੰਦੇ ਆ ਜਦੋਂ ਕਿ ਕਿਸੇ ਵੀ ਡਿਪਾਰਟਮੈਂਟ ਵੱਲੋਂ ਆਪਣੇ ਜਿਹੜੇ ਐਕਟ ਹੁੰਦੇ ਨੇ ਉਸ ਡਿਪਾਰਟਮੈਂਟ ਦੇ ਉਹਨਾਂ ਨੂੰ ਲਾਗੂ ਕਰਨਾ ਹੁੰਦਾ ਹੈ ਤਾਂ ਸਮੇਂ ਮੁਤਾਬਕ ਜਿਹੜੇ ਆਰਡਰਸ ਜਾਰੀ ਕੀਤੇ ਜਾਂਦੇ ਆ। ਇਸ ਕਰਕੇ ਜਿਹੜਾ ਐਕਟ ਹੈਗਾ ਅੱਜ ਦਾ ਜਿਹੜਾ ਸਟੈਂਡਿੰਗ ਆਰਡਰ ਹੈ ਨੰਬਰ 2 ਸਟੈਂਡਿੰਗ ਆਰਡਰ ਨੰਬਰ 2 ਇਹ 1909 ਦੇ ਵਿੱਚ ਇਹ ਆਰਡਰ ਜਾਰੀ ਕੀਤਾ ਗਿਆ ਸੀਗਾ ਫਾਈਨੈਂਸ਼ੀਅਲ ਕਮਿਸ਼ਨਰ ਵੱਲੋਂ। ਸਮੇਂ-ਸਮੇਂ ਤੇ ਆ ਕੇ ਇਹਦੇ ਵਿੱਚ ਫਿਰ ਕਈ ਰੀਪ੍ਰਿੰਟ ਹੁੰਦੇ ਰਹੇ, ਫਿਰ ਇਹਦੇ 'ਚ ਜਿਹੜਾ ਹੈਗਾ ਅਮੈਂਡਮੈਂਟਸ ਵੀ ਹੋਈ, ਨਵਾਂ ਜਾਰੀ ਆ ਕੇ 1982 ਦੇ ਵਿੱਚ ਇਹ ਦੁਬਾਰਾ ਜਾਰੀ ਹੋਇਆ, ਠੀਕ ਹੈ। ਇਹ ਕੀ ਹੈ ਕਿ ਇਹਦੇ ਵਿੱਚ ਸਟੈਂਡਿੰਗ ਆਰਡਰ ਦੇਖੋ ਸਾਨੂੰ ਪੜ੍ਹਨ ਤੋਂ ਪਹਿਲਾਂ ਜੇ ਸਾਨੂੰ ਇਹ ਸਮਝ ਲੱਗੇ ਵੀ ਇਹ ਜਿਹੜਾ ਆਰਡਰ ਹੈ ਇਹ ਕਿਸ ਨਾਲ ਰਿਲੇਟ ਕਰਦਾ ਹੈ ਤਾਂ ਸਾਨੂੰ ਜਿਹੜਾ ਸਮਝਣਾ ਹੁੰਦਾ, ਯਾਦ ਕਰਨਾ ਹੁੰਦਾ ਹੈ, ਬੜਾ ਸੌਖਾ ਹੋ ਜਾਂਦਾ, ਅਟੈਂਪਟ ਕਰਨਾ ਪੇਪਰ 'ਚ ਵੀ ਬੜਾ ਸੌਖਾ ਹੋ ਜਾਂਦਾ ਹੈ। ਟੈਨੈਂਸੀ ਐਕਟ ਦੇ ਵਿੱਚ ਜਦੋਂ ਲੈਂਡਲੌਰਡ ਦਾ ਤੇ ਟੈਨੈਂਟ ਦਾ ਕੋਈ ਡਿਸਪਿਊਟ ਹੁੰਦਾ ਹੈ, ਡਿਸਪਿਊਟ ਕਾਹਦਾ ਹੋ ਸਕਦਾ ਹੈ? ਟੈਨੈਂਸੀ ਲੈਂਡਲੌਰਡ ਦਾ ਤੇ ਟੈਨੈਂਟ ਦਾ ਡਿਸਪਿਊਟ ਕਾਹਦੇ ਹੁੰਦੇ ਨੇ? ਪ੍ਰੋਸੀਡਿੰਗ ਚੱਲਦੀਆਂ ਨੇ ਟੈਨੈਂਸੀ ਐਕਟ ਦੇ ਅੰਦਰ, ਪ੍ਰੋਸੀਡਿੰਗ ਚੱਲਦੀਆਂ ਨੇ, ਸੂਟਸ ਚੱਲਦੇ ਨੇ, ਐਜੈਕਟਮੈਂਟ ਦਾ ਸੂਟ ਚੱਲਦਾ ਹੈ, ਠੀਕ ਹੈ ਜੀ, ਰਿਲਿੰਕੁਇਸ਼ਮੈਂਟ ਦੇ ਸੂਟ ਚੱਲਦੇ ਨੇ, ਹੋਰ ਟੈਨੈਂਟਸ ਨੇ ਕੋਈ ਇੰਪਰੂਵਮੈਂਟ ਕੀਤੀ ਹੁੰਦੀ ਹੈ ਲੈਂਡ ਦੇ ਵਿੱਚ ਉਹਦੇ ਸੂਟ ਚੱਲਦੇ ਨੇ, ਤੇ ਰੈਂਟ ਵਧਾਉਣ ਦੇ ਲਈ ਜਿਹੜੇ ਲੈਂਡਲੌਰਡ ਐਂਡ ਟੈਨੈਂਟ ਦੇ ਖਿਲਾਫ ਮੁਕੱਦਮੇ ਦਾਇਰ ਕਰਦੇ ਨੇ, ਠੀਕ ਹੈ। ਇਹਨਾਂ ਮੁਕੱਦਮਿਆਂ ਨੂੰ ਡੀਲ ਕਰਨ ਦੀ ਖਾਤਰ ਜਿਹੜਾ ਸਟੈਂਡਿੰਗ ਆਰਡਰ ਹੈ ਇਹ ਸੂਟਸ ਪ੍ਰੋਸੀਡਿੰਗਸ ਐਂਡ ਸੂਟਸ ਰਿਲੇਟਿੰਗ ਵਿਦ ਦਾ ਲੈਂਡਲੌਰਡ ਐਂਡ ਟੈਨੈਂਟ ਉਹਦੇ ਰਿਗਾਰਡਿੰਗ ਹੈ। ਇਹਦੇ ਵਿੱਚ ਕੁਝ ਪ੍ਰੋਸੈਸ ਅਡਾਪਟ ਕੀਤਾ ਗਿਆ ਜਿਹੜਾ ਕਿ ਪ੍ਰੋਸੈਸ ਸਾਨੂੰ ਕਿਸੇ ਲੈਂਡਰ ਨੂੰ ਜਿਹੜਾ ਕਿ ਪ੍ਰੋਸੈਸ ਸਾਨੂੰ ਟੈਨੈਂਸੀ ਐਕਟ ਵਿੱਚ ਨਹੀਂ ਮਿਲਦਾ ਜਾਂ ਫਿਰ ਸਾਨੂੰ ਟੈਨੈਂਸੀ ਰੂਲਸ ਨਹੀਂ ਉਪਲਬਧ ਹੈਗਾ ਜਾਂ ਫਿਰ ਲੈਂਡ ਐਡਮਿਨਿਸਟ੍ਰੇਟਿਵ ਮੈਨੂਅਲ ਜਾਂ ਸੈਟਲਮੈਂਟ ਮੈਨੂਅਲ ਦੇ ਵਿੱਚ ਵੀ ਕਿਤੇ ਨਹੀਂ ਮਿਲਿਆ ਹੈਗਾ। ਇਸ ਕਰਕੇ ਇਹ ਜਿਹੜਾ ਹੈਗਾ ਇੱਥੇ ਸਟੈਂਡਿੰਗ ਆਰਡਰ ਦੇ ਰੂਪ ਦੇ ਵਿੱਚ ਜਿਹੜਾ ਪ੍ਰੋਸੈਸ ਹੈ ਇਹ ਅਡਾਪਟ ਕੀਤਾ ਗਿਆ। ਸਾਨੂੰ ਦੱਸਦਾ ਵੀ ਤੁਸੀਂ ਜਿਹੜੇ ਟੈਨੈਂਸੀ ਐਕਟ ਨੂੰ ਲਾਗੂ ਕਰਨ ਦੇ ਲਈ ਸਮੇਂ-ਸਮੇਂ ਤੇ ਜਿਹੜੇ ਤੁਸੀਂ ਪ੍ਰੋਸੀਡਿੰਗ ਤੁਹਾਡੇ ਕੋਲ ਚੱਲਦੀਆਂ ਨੇ, ਸੂਟ ਤੁਹਾਡੇ ਚੱਲਦੇ ਨੇ, ਉਹਦੇ ਵਿੱਚ ਕੀ ਕੰਡੀਸ਼ਨਸ ਨੇ, ਕੀ ਰੈਵਨਿਊ ਆਫਿਸਰ ਨੇ ਦੇਖਣਾ ਹੁੰਦਾ, ਟੈਨੈਂਟ ਦੇ ਕੀ ਜ਼ਿੰਮੇਵਾਰੀਆਂ ਬਣਦੀਆਂ ਨੇ, ਲਾਇਬਿਲਿਟੀਜ਼ ਹੁੰਦੀਆਂ ਨੇ, ਤੇ ਲੈਂਡਲੌਰਡ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ, ਕੀ ਲਾਇਬਿਲਿਟੀਜ਼ ਹੁੰਦੀਆਂ, ਕਦੋਂ ਲੈਂਡਲੌਰਡ ਕਿਸੇ ਟੈਨੈਂਟ ਨੂੰ ਬੇਦਖਲ ਕਰ ਸਕਦਾ ਤੇ ਕਦੋਂ ਜਿਹੜਾ ਟੈਨੈਂਟ ਹੈ ਉਹ ਆਪਣੀ ਬੇਦਖਲੀ ਨੂੰ ਰੋਕਣ ਦੇ ਲਈ ਕੋਰਟ ਦੇ ਵਿੱਚ ਜਾ ਸਕਦਾ ਹੈ, ਤੇ ਕਿਹੜੇ ਵਿਸ਼ਿਆਂ ਨੂੰ ਲੈ ਕੇ ਉਹ ਕੋਰਟ ਵਿੱਚ ਜਾ ਸਕਦਾ ਹੈ, ਤੇ ਕਿਹੜੇ ਵਿਸ਼ਿਆਂ ਨੂੰ ਲੈ ਕੇ ਜਿਹੜਾ ਲੈਂਡਲੌਰਡ ਹੈਗਾ ਉਹ ਆਪਣੇ ਟੈਨੈਂਟ ਨੂੰ ਬੇਦਖਲ ਕਰਨ ਦੇ ਲਈ ਕੋਰਟ ਦੇ ਵਿੱਚ ਰੈਵਨਿਊ ਕੋਰਟ ਦੇ ਵਿੱਚ ਜਾ ਸਕਦਾ ਹੈਗਾ। ਇੱਥੇ ਕਿਤੇ ਸਿਵਲ ਕੋਰਟ ਦੀ ਗੱਲ ਕੀਤੀ ਗਈ, ਇੱਥੇ ਸਿਵਲ ਕੋਰਟ ਨਾਲ ਨਹੀਂ ਸਿਵਲ ਸੂਟ ਦੀ ਗੱਲ ਕੀਤੀ ਗਈ। ਸਿਵਲ ਸੂਟ ਕੈਨ ਬੀ ਫਾਈਲ ਵਿਦਿਨ ਦਾ ਕੋਰਟ ਆਫ ਰੈਵਨਿਊ ਕੋਰਟ ਦੇ ਵਿੱਚ ਹੀ ਸਿਵਲ ਸੂਟ ਫਾਈਲ ਕੀਤੇ ਜਾਂਦੇ ਨੇ, ਤੇ ਲੈਂਡਲੌਰਡ ਵੱਲੋਂ ਵੀ ਤੇ ਟੈਨੈਂਟਸ ਵੱਲੋਂ ਵੀ, ਠੀਕ ਹੈ। ਅੱਜ ਅਸੀਂ ਗੱਲ ਕਰਦੇ ਹਾਂ ਆਰਡਰ ਨੰਬਰ 1। ਆਰਡਰ ਨੰਬਰ 1 ਕੀ ਹੈ? ਨੋਟਿਸ ਆਫ ਰਿਲਿੰਕੁਇਸ਼ਮੈਂਟ ਬਾਈ ਦਾ ਟੈਨੈਂਟ ਐਟ ਵਿਲ। ਦੇਖੋ ਟੈਨੈਂਟਸ ਦੀਆਂ ਕਈ ਕਿਸਮਾਂ ਹੁੰਦੀਆਂ ਨੇ। ਟੈਨੈਂਟ ਐਟ ਵਿਲ ਕੀ ਹੁੰਦਾ ਹੈ ਵੀ ਤੁਹਾਨੂੰ ਕੁਐਸਚਨ ਆ ਸਕਦਾ ਪੇਪਰ ਦੇ ਵਿੱਚ। ਟੈਨੈਂਟ ਐਟ ਵਿਲ ਕੀ ਹੁੰਦਾ ਹੈ? ਟੈਨੈਂਟ ਐਟ ਵਿਲ ਉਹ ਹੁੰਦਾ ਹੈ ਜਦੋਂ ਮਰਜ਼ੀ ਦੇ ਨਾਲ ਜਿੰਨੀ ਦੇਰ ਮਰਜ਼ੀ ਚਾਹੇ ਉਹ ਆਪਣੀ ਜਿਹੜੀ ਟੈਨੈਂਸੀ ਹੈ, ਜਿਹੜਾ ਕਿਰਾਏ ਤੇ ਕੋਈ ਉਹਨੇ ਟੁਕੜਾ ਜ਼ਮੀਨ ਦਾ ਲਿਆ ਹੋਇਆ ਮਾਲਕ ਦਾ, ਉਹ ਵਾਹ ਸਕਦਾ ਹੈਗਾ। ਉਹਦੀ ਮਰਜ਼ੀ ਵੀ ਤੇ ਨਾਲ ਲੈਂਡਲੌਰਡ ਦੀ ਮਰਜ਼ੀ, ਦੋਨਾਂ ਦੀ ਮਰਜ਼ੀ ਚੱਲਦੀ ਹੈ। ਜੇ ਲੈਂਡਲੌਰਡ ਨੂੰ ਕੋਈ ਲੱਗੇ ਵੀ ਇਹ ਨਹੀਂ ਮੈਨੂੰ ਛਡਾਉਣਾ ਚਾਹੀਦਾ, ਇਹਨੇ ਜਿਹੜਾ ਹੈਗਾ ਪ੍ਰੋਬਲਮ ਕ੍ਰੀਏਟ ਕੀਤੀ ਹੈ ਮੇਰੇ ਲਈ, ਤਾਂ ਲੈਂਡਲੌਰਡ ਵੀ ਖਾਲੀ ਕਰਵਾ ਸਕਦਾ ਹੈ। ਤੇ ਜੇ ਟੈਨੈਂਟ ਨੂੰ ਲੱਗੇ ਮੇਰਾ ਹੁਣ ਕਿਰਾਇਆ ਬਹੁਤ ਜ਼ਿਆਦਾ ਹੈਗਾ ਜਾਂ ਮੈਨੂੰ ਇੱਥੇ ਕੁਝ ਪੈਦਾਵਾਰ ਨਹੀਂ ਮਿਲਦੀ, ਮੈਨੂੰ ਕੋਈ ਬੈਨੀਫਿਟ ਨਹੀਂ ਮਿਲ ਰਿਹਾ, ਤਾਂ ਜਿਹੜਾ ਟੈਨੈਂਟ ਵੀ ਹੈਗਾ ਉਹ ਵੀ ਕਿਸੇ ਵੀ ਸਟੇਜ ਤੇ ਜਾ ਕੇ ਉਸ ਜਿਹੜੀ ਟੈਨੈਂਸੀ ਹੁੰਦੀ ਹੈ ਉਸਨੂੰ ਛੱਡ ਸਕਦਾ ਹੁੰਦਾ। ਦੇਖੋ ਗਲਤ ਹੈ, ਆਪਾਂ ਜਿਵੇਂ ਰੂਟੀਨ ਦੇ ਵਿੱਚ ਦੇਖਦੇ ਹਾਂ ਵੀ ਜੇ ਕੋਈ ਜ਼ਮੀਨ ਅਸੀਂ ਕਿਸੇ ਨੂੰ ਕਾਸ਼ਤ ਲਈ ਦਿੰਦੇ ਹਾਂ, ਕਿਸੇ ਸਾਲ ਲਈ 2 ਸਾਲ ਲਈ ਠੇਕੇ ਤੇ ਦਿੰਦੇ ਹਾਂ,
ਤਦ ਵੀ ਅਸੀਂ ਉਸ ਮਾਲਕ ਨੂੰ, ਜੇ ਕੋਈ ਟੈਨੈਂਟ ਹੈ ਜਿਹਨੇ ਠੇਕੇ ਤੇ ਲਈ ਹੋਈ, ਤਦ ਵੀ ਉਹ ਮਾਲਕ ਨੂੰ ਪਹਿਲਾਂ ਕਹਿ ਦਿੰਦਾ 5-4 ਮਹੀਨੇ ਪਹਿਲਾਂ ਵੀ, ਮੈਂ ਅਗਲੇ ਸਾਲ ਲਈ ਵੀ ਤੂੰ ਆਪਣਾ, ਮੈਂ ਇਹ ਜ਼ਮੀਨ ਛੱਡਣੀ ਹੈ, ਤੂੰ ਆਪਣਾ ਜਿਹੜਾ ਇਹ ਜ਼ਮੀਨ ਹੈ ਕਿਸੇ ਹੋਰ ਠੇਕੇਦਾਰ ਨੂੰ ਦੇ ਸਕਦਾ ਹੈ। ਯਾਨੀ ਕਿ ਪ੍ਰਾਇਰ ਇਨਫੋਰਮੇਸ਼ਨ ਦੇਣੀ ਬਣਦੀ ਹੁੰਦੀ ਹੈ। ਇਸੇ ਤਰੀਕੇ ਜਿਵੇਂ ਕੋਈ ਹੁਣ ਦੁਕਾਨਦਾਰ ਹੈ, ਕੋਈ ਮਕਾਨ ਹੈ, ਕੋਈ ਕਮਰਸ਼ੀਅਲ ਪ੍ਰੋਪਰਟੀ ਹੈ ਜਾਂ ਕੋਈ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਹੈ, ਜਦੋਂ ਵੀ ਕੋਈ ਵਿਅਕਤੀ ਕਿਰਾਏ ਤੇ ਲੈ ਕੇ ਬੈਠਾ ਹੁੰਦਾ ਹੈ, ਜਦੋਂ ਉਸਨੇ ਖਾਲੀ ਕਰਨੀ ਹੁੰਦੀ ਹੈ, ਤਾਂ ਇਹ ਵੀ ਆਪਾਂ ਦੇਖਦੇ ਹਾਂ ਵੀ ਜਿਹੜੇ ਟਰਮਸ ਐਂਡ ਐਗਰੀਮੈਂਟਸ ਹੁੰਦੇ ਨੇ ਪਾਰਟੀਆਂ ਦੀ, ਟਰਮਸ ਐਂਡ ਕੰਡੀਸ਼ਨਸ ਹੁੰਦੇ ਨੇ, ਉਹਦੇ 'ਚ ਲਿਖਿਆ ਜਾਂਦਾ ਹੈਗਾ ਵੀ ਤੁਸੀਂ ਕਿੰਨੀ ਦੇਰ ਪਹਿਲਾਂ ਦੱਸੋਗੇ, ਜੇ ਤੁਸੀਂ ਖਾਲੀ ਕਰਨੀ ਹੋਈ ਤਾਂ ਕਿੰਨੀ ਦੇਰ ਪਹਿਲਾਂ ਦੱਸੋਗੇ, ਜੇ ਤੁਸੀਂ ਮਾਲਕ ਨੇ ਖਾਲੀ ਕਰਵਾਉਣੀ ਹੋਏਗੀ ਤਾਂ ਵੀ ਉਹ ਕਿੰਨੀ ਦੇਰ ਪਹਿਲਾਂ ਕਿਰਾਏਦਾਰ ਨੂੰ ਦੱਸੇਗਾ, ਤਾਂ ਕਿ ਉਹ ਆਪਦਾ ਕੋਈ ਹੋਰ ਫਰਦਰ ਇੰਤਜ਼ਾਮ ਕਰ ਲਵੇ। ਜਿਹੜਾ ਇਹ ਆਰਡਰ 1 ਹੈ, ਇਹ ਇਸੇ ਨਾਲ ਰਿਲੇਟਡ ਹੈਗਾ ਵੀ ਜਦੋਂ ਵੀ ਕਿਸੇ ਟੈਨੈਂਟ ਵਿਲ ਨੇ, ਟੈਨੈਂਟ ਐਟ ਵਿਲ ਜਿਹੜਾ ਮਰਜ਼ੀ ਦੇ ਨਾਲ ਜ਼ਮੀਨ ਨੂੰ ਛੱਡ ਸਕਦਾ ਹੈ ਜਾਂ ਰੱਖ ਸਕਦਾ ਹੈ। ਜਦੋਂ ਵੀ ਕਿਸੇ ਟੈਨੈਂਟ ਐਟ ਵਿਲ ਨੇ ਕਿਸੇ ਜ਼ਮੀਨ ਦਾ ਟੁਕੜਾ ਜਿਹੜਾ ਕਿ ਉਸ ਮਾਲਕ ਦਾ ਉਹਦੇ ਕੋਲੇ ਕਾਸ਼ਤ ਕਰ ਰਿਹਾ ਹੈ, ਉਹ ਛੱਡਣਾ ਚਾਹੁੰਦਾ ਹੋਵੇ, ਤਾਂ ਉਹਨੂੰ ਨੋਟਿਸ ਦੇਣਾ ਪੈਂਦਾ ਪਹਿਲਾਂ। ਜ਼ਬਾਨੀ ਨੋਟਿਸ ਦੀ ਗੱਲ ਨਹੀਂ ਹੈਗੀ ਇੱਥੇ ਨੋਟਿਸ ਹੈਗਾ ਰਿਟਨ ਦੇ ਵਿੱਚ ਨੋਟਿਸ ਦੇਣਾ ਪੈਂਦਾ ਹੈ। ਰਿਟਨ ਨੋਟਿਸ ਉਹ ਡਾਇਰੈਕਟਲੀ ਤੌਰ ਤੇ ਨਹੀਂ ਦੇ ਸਕਦਾ। ਰਿਟਨ ਨੋਟਿਸ ਦੇਣ ਦੇ ਲਈ ਉਸਨੂੰ ਰੈਵਨਿਊ ਆਫਿਸਰ ਦੀ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਫਾਈਲ ਕਰਨੀ ਹੁੰਦੀ ਹੈ ਵੀ ਮੈਂ ਜਿਹੜਾ ਇਹ ਟੈਨੈਂਸੀ ਹੈਗੀ ਹੈ, ਠੀਕ ਹੈ, ਇਹ ਮੈਂ ਛੱਡਣੀ ਚਾਹੁੰਦਾ, ਤੇ ਇਸ ਕਰਕੇ ਉਹ ਐਪਲੀਕੇਸ਼ਨ ਦਿੰਦਾ ਹੈ ਕੋਰਟ ਦੇ ਵਿੱਚ, ਰੈਵਨਿਊ ਕੋਰਟ ਦੇ ਵਿੱਚ। ਰੈਵਨਿਊ ਕੋਰਟ ਵੱਲੋਂ ਫਿਰ ਜਿਹੜਾ ਅਗਲਾ ਪ੍ਰੋਸੈਸ ਹੈ ਉਹ ਅਡਾਪਟ ਕੀਤਾ ਜਾਂਦਾ ਹੈ। ਰੈਵਨਿਊ ਕੋਰਟ ਵੱਲੋਂ ਜਦੋਂ ਕਿਸੇ ਟੈਨੈਂਟ ਦੀ ਐਪਲੀਕੇਸ਼ਨ ਆ ਜਾਂਦੀ ਹੈ ਰੈਵਨਿਊ ਕੋਰਟ ਦੇ ਵਿੱਚ ਵੀ ਮੈਂ ਇਹ ਜਿਹੜੀ ਟੈਨੈਂਸੀ ਹੈ ਇਹ ਮੈਂ ਖਾਲੀ ਕਰਨੀ ਚਾਹੁੰਦਾ ਫਲਾਣੀ ਡੇਟ ਤੋਂ ਫਲਾਣੇ, ਐਟ ਦਾ ਐਂਡ ਆਫ ਦਾ ਦਿਸ ਐਗਰੀਕਲਚਰ ਈਅਰ, ਇਹ ਜਿਹੜਾ ਐਗਰੀਕਲਚਰ ਈਅਰ ਹੈਗਾ ਇਹ ਖਤਮ ਹੁੰਦੇ ਹੀ ਮੈਂ ਇਹ ਟੈਨੈਂਸੀ ਖਾਲੀ ਕਰਾਂਗਾ, ਛੱਡਾਂਗਾ। ਤੇ ਇਸ ਕਰਕੇ ਮੈਂ ਜਿਹੜੀ ਇਨਫੋਰਮੇਸ਼ਨ ਹੈ ਮੈਂ ਤੁਹਾਨੂੰ ਇਹ ਐਪਲੀਕੇਸ਼ਨ ਦੇ ਰਿਹਾ, ਤਾਂ ਕਿ ਤੁਸੀਂ ਜਿਹੜਾ ਕੰਸਰਨਡ ਲੈਂਡਲੋਰਡ ਹੈਗਾ ਇਸ ਜ਼ਮੀਨ ਦਾ, ਉਸਨੂੰ ਬਕਾਇਦਾ ਤੌਰ ਤੇ ਨੋਟਿਸ ਜਾਰੀ ਕਰਕੇ ਤੇ ਤੁਸੀਂ ਉਸਨੂੰ ਇਨਫੋਰਮ ਕਰ ਸਕੋ, ਤਾਂ ਕਿ ਉਹਨੂੰ ਪਹਿਲਾਂ ਪਤਾ ਲੱਗ ਜਾਏ, ਬਾਅਦ ਦੇ ਵਿੱਚ ਇਹ ਨਾ ਕਹੇ ਤੇ ਮੇਰੇ ਤੋਂ ਕੋਈ ਕਲੇਮ ਕਰੇ ਫਰਦਰ ਅਗਲੇ ਸਾਲ ਦੀ ਰੈਂਟ ਦਾ, ਤੇ ਤੁਸੀਂ ਉਸਨੂੰ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਹੈਗਾ ਰੈਵਨਿਊ ਆਫਿਸਰ ਨੇ ਉਸਨੂੰ ਨੋਟਿਸ ਭੇਜਣਾ ਹੁੰਦਾ ਹੈ। ਠੀਕ ਹੈ, ਆਪਾਂ ਗੱਲ ਕਰ ਰਹੇ ਹਾਂ ਨੋਟਿਸ ਦੀ। ਹੁਣ ਰੈਵਨਿਊ ਆਫਿਸਰ ਕੋਲੇ ਐਪਲੀਕੇਸ਼ਨ ਆ ਗਈ ਟੈਨੈਂਟ ਦੇ ਵੱਲੋਂ, ਰੈਵਨਿਊ ਅਫਸਰ ਨੇ ਕੀ ਕਰਨਾ ਹੈ, ਲੈਂਡਲੋਰਡ ਨੂੰ ਨੋਟਿਸ ਭੇਜਣਾ ਹੈ। ਲੈਂਡਲੋਰਡ ਸਰ ਕਿਹੜੇ ਆਪਾਂ ਪੜ੍ਹ ਰਹੇ ਹਾਂ ਜੀ ਸਟੈਂਡਿੰਗ ਆਰਡਰ ਨੰਬਰ 2। ਠੀਕ ਹੈ, ਸਟੈਂਡਿੰਗ ਆਰਡਰ ਨੰਬਰ 2, ਨੋਟਿਸ ਆਫ ਰਿਲਿੰਕੁਇਸ਼ਮੈਂਟ ਬਾਈ ਦਾ ਟੈਨੈਂਟ ਐਟ ਵਿਲ। ਜਦੋਂ ਟੈਨੈਂਟ ਵੱਲੋਂ ਰੈਵਨਿਊ ਕੋਰਟ ਦੇ ਵਿੱਚ ਐਪਲੀਕੇਸ਼ਨ ਆ ਗਈ ਵੀ ਮੈਂ ਇਹ ਫਰਦਰ ਸੱਚ ਐਂਡ ਸੱਚ ਟੈਨੈਂਸੀ, ਕਿਸੇ ਮਾਲਕ ਦੀ ਜਿਹੜੀ ਜ਼ਮੀਨ ਹੈ ਕਿਰਾਏਦਾਰ ਕੋਲੇ ਪਈ ਹੈ, ਕਿਰਾਏਦਾਰ ਉਸ ਨੂੰ ਵਾਹ ਰਿਹਾ ਹੈ, ਸਾਲ ਤੋਂ 2 ਸਾਲ ਤੋਂ 3 ਸਾਲ ਤੋਂ ਕਿੰਨੀ ਦੇਰ ਤੋਂ ਵੀ ਵਾਹ ਰਿਹਾ ਹੈਗਾ, ਉਹ ਕਿਰਾਏਦਾਰ ਉਹ ਜ਼ਮੀਨ ਖਾਲੀ ਕਰਨੀ ਚਾਹੁੰਦਾ ਹੈ, ਤਾਂ ਉਹਦੇ ਖਾਲੀ ਕਰਨ ਦੇ ਲਈ ਉਸ ਨੂੰ ਮਾਲਕ ਨੂੰ ਨੋਟਿਸ ਦੇਣਾ ਬਣਦਾ ਹੈ। ਜਿਹੜਾ ਮਾਲਕ ਨੂੰ ਨੋਟਿਸ ਦਿੰਦਾ ਹੈ ਉਹ ਡਾਇਰੈਕਟਲੀ ਤੌਰ ਤੇ ਨੋਟਿਸ ਨਹੀਂ ਦੇਗਾ, ਜਿਹੜਾ ਕਿਰਾਏਦਾਰ ਹੈ ਉਹ ਰੈਵਨਿਊ ਕੋਰਟ ਦੇ ਵਿੱਚ ਐਪਲੀਕੇਸ਼ਨ ਦੇਵੇਗਾ। ਤਾਂ ਰੈਵਨਿਊ ਕੋਰਟ ਨੇ ਕੀ ਕਰਨਾ ਹੈ, ਰੈਵਨਿਊ ਕੋਰਟ ਕੋਲ ਇੱਕ ਪ੍ਰੋਫਾਰਮਾ ਹੁੰਦਾ ਹੈ, ਉਹ ਪ੍ਰੋਫਾਰਮੇ ਦੇ ਵਿੱਚ ਜਿਹੜਾ ਲੈਂਡਲੋਰਡ ਹੈ ਉਸ ਨੂੰ ਨੋਟਿਸ ਜਾਏਗਾ। ਪ੍ਰੋਫਾਰਮਾ ਕਿਹੋ ਜਿਹਾ ਹੋਏਗਾ, ਇਹ ਜਿਹੜਾ ਆਪਣਾ ਜਿਹੜਾ ਸਟੈਂਡਿੰਗ ਆਰਡਰ ਨੰਬਰ 2 ਹੈ ਉਹ ਇਹ ਦੱਸਦਾ ਵੀ ਪ੍ਰੋਫਾਰਮਾ ਕਿੱਦਾਂ ਦਾ ਹੋਏਗਾ, ਕਿੱਦਾਂ ਦਾ ਨੋਟਿਸ ਜਾਏਗਾ ਮਾਲਕ ਨੂੰ, ਤੇ ਉਹਦੇ ਵਿੱਚ ਕੀ ਕੀ ਲਿਖਿਆ ਹੋਏਗਾ। ਸਭ ਤੋਂ ਪਹਿਲਾਂ ਤਾਂ ਇਹਦੀ ਕੋਰਟ ਦਾ ਨਾਮ ਲਿਖਿਆ ਜਾਏਗਾ ਵੀ ਕਿਹੜੀ ਕੋਰਟ ਹੈ, ਅਸਿਸਟੈਂਟ ਕਲੈਕਟਰ ਆਫ ਫਸਟ ਗ੍ਰੇਡ ਨਾਮ ਵਗੈਰਾ ਲਿਖਿਆ ਜਾਏਗਾ, ਕਿਹੜੀ ਕੋਰਟ ਹੈ, ਕਿਸ ਕੋਰਟ ਵੱਲੋਂ ਇਹ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ, ਨੋਟਿਸ ਆਫ ਰਿਲਿੰਕੁਇਸ਼ਮੈਂਟ। ਫਿਰ ਉਹਦੇ ਉੱਤੇ ਲਿਖਿਆ ਜਾਏਗਾ ਸੈਕੰਡ ਲਾਈਨ ਦੇ ਵਿੱਚ ਨੋਟਿਸ ਆਫ ਰਿਲਿੰਕੁਇਸ਼ਮੈਂਟ। ਰਿਲਿੰਕੁਇਸ਼ਮੈਂਟ ਮਤਲਬ ਛੱਡਣਾ, ਅੰਡਰ ਸੈਕਸ਼ਨ 36 ਟੈਨੈਂਸੀ ਐਕਟ ਹੈਗਾ ਜਿਹੜਾ ਸਾਡਾ, ਅਸੀਂ ਮੈਂ ਦੱਸਿਆ ਸੀ ਤੁਹਾਨੂੰ ਵੀ ਇਹ ਜਿਹੜਾ ਸਟੈਂਡਿੰਗ ਆਰਡਰ ਹੈ ਇਟ ਰਿਲੇਟਸ ਵਿਦ ਦਾ ਟੈਨੈਂਸੀ ਐਕਟ 1887। ਨੋਟਿਸ ਆਫ ਰਿਲਿੰਕੁਇਸ਼ਮੈਂਟ ਅੰਡਰ ਸੈਕਸ਼ਨ 36(2) ਆਫ ਦਾ ਟੈਨੈਂਸੀ ਐਕਟ 1887। ਇਹ ਆਰਡਰ ਜਿਹੜਾ ਨੋਟਿਸ ਹੈਗਾ ਉਹਦੇ ਉੱਪਰ ਲਿਖਿਆ ਜਾਏਗਾ ਪਹਿਲਾਂ, ਫਿਰ ਲਿਖਿਆ ਜਾਏਗਾ ਟੈਨੈਂਟ ਦਾ ਨਾਮ ਵੀ ਕਿਹੜੇ ਟੈਨੈਂਟ ਨੇ ਇਹ ਐਪਲੀਕੇਸ਼ਨ ਸਾਡੇ ਕੋਲ ਦਿੱਤੀ ਹੈ, ਠੀਕ ਹੈ, ਜਿਹਦੇ ਬਿਹਾਫ ਤੇ ਇਹ ਨੋਟਿਸ ਜਾਰੀ ਕਰ ਰਹੇ ਹਾਂ। ਫਿਰ ਲਿਖਿਆ ਜਾਏਗਾ ਨੇਮ ਆਫ ਦਾ ਲੈਂਡਲੋਰਡ ਵੀ ਕਿਸ ਲੈਂਡਲੋਰਡ ਦੇ ਲਈ, ਕਿਸ ਲੈਂਡਲੋਰਡ ਨੂੰ ਇਹ ਨੋਟਿਸ ਜਾ ਰਿਹਾ ਹੈਗਾ, ਠੀਕ ਹੈ, ਔਨ ਦਾ ਬਿਹਾਫ ਆਫ ਦਾ ਟੈਨੈਂਟ ਟੂ whom ਦਿਸ ਨੋਟਿਸ ਇਜ਼ ਗੋਇੰਗ ਟੂ ਸਰਵ। ਫਿਰ ਲਿਖਿਆ ਜਾਏਗਾ ਕਿਸ ਜ਼ਮੀਨ ਦੇ ਨਾਲ ਇਹ ਰਿਲੇਟਡ ਹੈਗਾ, ਕਿਹੜੀ ਟੈਨੈਂਸੀ ਹੈਗੀ ਹੈ, ਕਿਹੜੇ ਪਿੰਡ ਦਾ ਰਕਬਾ ਹੈ, ਕਿਹੜੇ ਕਿਹੜੇ ਨੰਬਰ ਖਸਰਾ ਨੇ, ਕਿੰਨਾ ਕਿੰਨਾ ਉਹਨਾਂ ਦਾ ਰਕਬਾ ਹੈ, ਟੋਟਲ ਕਿੱਤੇ ਕਿੰਨੇ ਨੇ, ਕੁੱਲ ਰਕਬਾ ਕਿੰਨਾ ਹੈ, ਠੀਕ ਹੈ ਜੀ। ਫਿਰ ਇਹ ਉਹਦੇ ਵਿੱਚ ਸਪੈਸੀਫਾਈ ਕੀਤਾ ਜਾਏਗਾ ਨੋਟਿਸ ਦੇ ਵਿੱਚ।
फिर की लिखा जाएगा उस तो बाद इन अकॉर्डेंस विद द एप्लीकेशन गिवन बाय द टेनेंट दिस नोटिस इज hereby given to you, मतलब लैंडलॉर्ड ਨੂੰ ਇਹ ਨੋਟਿਸ ਭੇਜਿਆ ਜਾ ਰਿਹਾ ਹੈ on the basis of the application given by the tenant, ਵੀ tenant ਨੇ ਮੇਰੇ ਕੋਲ ਅਰਜੀ ਦਿੱਤੀ ਹੈ, ਮੈਂ ਉਸ ਅਰਜੀ ਦੇ ਬਿਹਾਫ ਤੇ ਤੁਹਾਨੂੰ ਇਹ ਨੋਟਿਸ ਭੇਜ ਰਿਹਾ to the landlord that tenant will relinquish the tenancy, ਉਹ 'ਚ ਦਰਸਾਇਆ ਜਾਏਗਾ ਵੀ ਜਿਹੜਾ ਇਹ ਲੈਂਡਲॉर्ड ਹੈ ਉਹ ਜਿਹੜੀ ਤੇਰੀ ਟੈਨੈਂਸੀ ਹੈ ਇਹਨੂੰ ਛੱਡਣਾ ਚਾਹੁੰਦਾ ਹੈ, ਛੱਡੇਗਾ। ਠੀਕ ਹੈ ਜੀ, ਟੈਨੈਂਸੀ ਐਟ ਦਾ ਐਂਡ ਆਫ ਦਿਸ ਐਗਰੀਕਲਚਰ ਈਅਰ, ਵੀ ਜਦੋਂ ਇਹ ਐਗਰੀਕਲਚਰ ਈਅਰ ਜਦੋਂ ਖਤਮ ਹੁੰਦਾ ਹੈ, ਮਤਲਬ ਹਾੜੀ ਦੀ ਫਸਲ ਜਦੋਂ ਵੱਢੀ ਜਾਂਦੀ ਹੈ, ਇਹ ਕਹਿ ਲਈਏ ਐਗਰੀਕਲਚਰ ਹੀ ਖਤਮ ਕਦੋਂ ਹੋ ਜਾਂਦਾ ਹੈ, 16 ਜੂਨ ਨੂੰ ਸਟਾਰਟ ਹੁੰਦਾ ਹੈ, 16 ਜੂਨ ਤੋਂ ਪਹਿਲਾਂ ਮਤਲਬ ਇਹ ਕਹਿ ਲਈਏ। ਠੀਕ ਹੈ ਜੀ, ਵੀ ਇਹ ਜਿਹੜਾ ਮਾਲਕ ਹੈਗਾ, ਕਿਰਾਏਦਾਰ ਹੈਗਾ, ਇਹ ਤੇਰੀ ਜਿਹੜੀ ਟੈਨੈਂਸੀ ਖਾਲੀ ਕਰੇਗਾ। ਤੁਹਾਨੂੰ ਇਹ ਜਸਟ ਫਾਰ ਇਨਫੋਰਮੇਸ਼ਨ ਜਿਹੜਾ ਹੈਗਾ ਨੋਟਿਸ ਹੈ ਭੇਜਿਆ ਜਾਂਦਾ ਹੈ। ਉਸ ਤੋਂ ਬਾਅਦ ਕੀ ਹੋਏਗਾ, ਫਿਰ ਉਹਦੀ ਸੀਲ ਲੱਗੇਗੀ, ਕੋਰਟ ਦੀ ਸੀਲ ਲੱਗੇਗੀ, ਫਿਰ ਦੈਨ ਉਹ ਕੋਰਟ ਦੇ ਸਾਈਨ ਹੋਣਗੇ, ਸਟੈਂਪ ਲੱਗੇਗੀ, ਡੇਟ ਪਾਈ ਜਾਏਗੀ। ਠੀਕ ਹੈ, ਦਿਸ ਇਜ਼ ਦਾ ਨੋਟਿਸ ਗਿਵਨ ਬਾय ਦਾ ਰੈਵਨਿਊ ਕੋਰਟ ਟੂ ਦਾ ਲੈਂਡਲॉर्ड ਔਨ ਬਿਹਾਫ ਆਫ ਦਾ ਟੈਨੈਂਟ। ਦੈਨ ਆ ਜਾਂਦਾ ਜੀ, ਇਹ ਤਾਂ ਹੈਗਾ ਟੈਨੈਂਟ ਜੇ ਖਾਲੀ ਕਰਨਾ ਚਾਹੁੰਦਾ ਹੋਵੇ। ਦੈਨ ਆਰਡਰ ਹੈਗਾ 3। ਆਰਡਰ 3 ਚ ਕੀ ਹੈਗਾ, ਆਰਡਰ 3 ਇਹ ਹੈਗਾ ਵੀ ਜੇ ਲੈਂਡਲॉर्ड ਖਾਲੀ ਕਰਵਾਉਣਾ ਚਾਹੁੰਦਾ ਹੋਵੇ ਟੈਨੈਂਟ ਨੂੰ ਕਿਸੇ ਕਾਰਨ, ਰੀਜ਼ਨ ਮੇ ਵੀ ਕੋਈ ਵੀ ਕਾਰਨ ਹੋ ਸਕਦਾ, 2-3 ਕਾਰਨ ਹੁੰਦੇ ਨੇ ਜਿਹਦੇ ਕਰਕੇ ਜਿਹੜਾ ਲੈਂਡਲॉर्ड ਹੈਗਾ ਉਹ ਵੀ ਟੈਨੈਂਟ ਨੂੰ ਜਾਣੀ ਕਿ ਨੋਟਿਸ ਭੇਜ ਸਕਦਾ ਹੈ ਵੀ ਮੇਰੀ ਜਿਹੜੀ ਜ਼ਮੀਨ ਹੈਗੀ ਹੈ ਫਰਦਰ ਅਗਲੇ ਐਗਰੀਕਲਚਰ ਈਅਰ ਤੋਂ ਇਹ ਖਾਲੀ ਕਰ ਦਿਓ। ਤੇ ਇਹ ਨੋਟਿਸ ਵੀ ਜਿਹੜਾ ਲੈਂਡਲॉर्ड ਹੈ ਉਹ ਡਾਇਰੈਕਟਲੀ ਟੈਨੈਂਟ ਨੂੰ ਨਹੀਂ ਦੇ ਸਕਦਾ। ਇਹਦੇ ਲਈ ਵੀ ਜਿਹੜਾ ਲੈਂਡਲॉर्ड ਹੈਗਾ, ਲੈਂਡਲॉर्ड ਨੂੰ ਵੀ ਰੈਵਨਿਊ ਕੋਡ ਦੇ ਵਿੱਚ ਆਰਡਰ ਨੰਬਰ 2 ਪੜ੍ਹ ਰਹੇ ਹਾਂ ਜੀ, ਲੈਂਡਲॉर्ड ਨੂੰ ਵੀ ਰੈਵਨਿਊ ਕੋਡ ਦੇ ਵਿੱਚ ਅਰਜੀ ਦੇਣੀ ਪਏਗੀ ਵੀ ਇਹ ਮੇਰੀ ਟੈਨੈਂਸੀ ਹੈਗੀ ਹੈ, ਇਹ ਮੇਰਾ ਟੈਨੈਂਟ ਹੈਗਾ ਤੇ ਮੇਰੀ ਜਿਹੜੀ ਟੈਨੈਂਸੀ ਹੈ ਮੈਂ ਖਾਲੀ ਕਰਵਾਉਣਾ ਚਾਹੁੰਦਾ ਆਪਣੀ ਜ਼ਮੀਨ, ਉਸ ਤੋਂ ਉਹਨੂੰ ਐਜੈਕਟ ਕੀਤਾ ਜਾਵੇ। ਐਜੈਕਟਮੈਂਟ ਮਤਲਬ ਖਾਲੀ ਕਰਵਾਉਣਾ ਚਾਹੁੰਦਾ ਟੈਨੈਂਟ ਤੋਂ ਆਪਣੀ ਜਿਹੜੀ ਟੈਨੈਂਸੀ ਹੈਗੀ ਹੈ, ਇਸ ਕਰਕੇ ਜਿਹੜਾ ਹੈਗਾ ਉਸ ਨੂੰ ਨੋਟਿਸ ਭੇਜ ਕੇ ਜਿਹੜਾ ਟੈਨੈਂਟ ਹੈ ਉਸ ਨੂੰ ਇਨਫੋਰਮ ਕੀਤਾ ਜਾਵੇ। ਇਹਦੇ ਵਿੱਚ ਫਿਰ ਕੀ ਹੋਏਗਾ, ਜਸਟ ਉਸੇ ਤਰੀਕੇ ਨਾਲ ਉੱਪਰਲਾ ਹੈਗਾ ਸੀ ਜਿਹੜਾ ਅਸੀਂ ਸੈਕਸ਼ਨ 2 ਦੇ ਵਿੱਚ ਪੜ੍ਹਿਆ, ਉਹ ਦੈਟ ਵਾਜ਼ ਆਰਡਰ ਆਫ ਰਿਲਿੰਕੁਇਸ਼ਮੈਂਟ, ਨੋਟਿਸ ਆਫ ਰਿਲਿੰਕੁਇਸ਼ਮੈਂਟ। ਇੱਥੇ ਹੈਗਾ ਨੋਟਿਸ ਆਫ ਐਜੈਕਟਮੈਂਟ। ਰਿਲਿੰਕੁਇਸ਼ਮੈਂਟ ਮਤਲਬ ਛੱਡਣਾ, ਉੱਥੇ ਟੈਨੈਂਟ ਆਪ ਛੱਡ ਰਿਹਾ ਸੀਗਾ, ਇੱਥੇ ਨੋਟਿਸ ਆਫ ਐਜੈਕਟਮੈਂਟ, ਇੱਥੇ ਟੈਨੈਂਟ ਨੂੰ ਤੋਂ ਕਬਜ਼ਾ ਲਿਆ ਜਾਣਾ ਹੈ, ਉਹਨੂੰ ਖਾਲੀ ਕਰਾਇਆ ਜਾਣਾ ਉਸ ਤੋਂ ਲੈਂਡ। ਇੱਥੇ ਫਿਰ ਕੀ ਹੋਏਗਾ, ਐਪਲੀਕੇਸ਼ਨ ਰਿਸੀਵ ਹੋਗੀ ਲੈਂਡਲॉर्ड ਦੀ ਰੈਵਨਿਊ ਕੋਰਟ ਕੋਲੇ, ਰੈਵਨਿਊ ਕੋਰਟ ਨੇ ਫਿਰ ਕੀ ਕਰਨਾ ਹੈ, ਟੈਨੈਂਟ ਨੂੰ ਨੋਟਿਸ ਭੇਜਣਾ ਹੈਗਾ ਆਰਡਰ ਨੰਬਰ 3 ਦੇ ਵਿੱਚ। ਨੇਮ ਆਫ ਦਾ ਕੋਰਟ ਲਿਖਿਆ ਜਾਏਗਾ ਉਸ ਤਰੀਕੇ ਜਿਵੇਂ ਪਹਿਲਾਂ ਉੱਥੇ ਲਿਖਿਆ ਹੋਇਆ ਸੀਗਾ। ਦੈਨ ਇੱਥੇ ਲਿਖਿਆ ਜਾਏਗਾ ਇਹ ਜਾਏਗਾ ਜਿਹੜਾ ਨੋਟਿਸ ਹੈ ਇਹ ਅੰਡਰ ਸੈਕਸ਼ਨ 41 ਟੈਨੈਂਸੀ ਐਕਟ ਦਾ, ਅੰਡਰ ਸੈਕਸ਼ਨ 40 ਸਬਸੈਕਸ਼ਨ 1 ਆਫ ਦਾ ਟੈਨੈਂਸੀ ਐਕਟ ਦੇ ਤਹਿਤ ਜਿਹੜਾ ਨੋਟਿਸ ਹੈ ਇਹ ਜਾਂਦਾ ਹੈਗਾ। ਦੇਖੋ ਐਕਟ ਦੇ ਵਿੱਚ ਸਾਰਾ ਕੁਝ ਦਿੱਤਾ ਹੋਇਆ ਹੈ, ਪਰ ਐਕਟ ਦੇ ਵਿੱਚ ਪ੍ਰੋਸੈਸ ਨਹੀਂ ਦੱਸਿਆ ਗਿਆ ਵੀ ਨੋਟਿਸ ਕਿਹੋ ਜਿਹਾ ਹੋਵੇਗਾ। 45 ਸਬਸੈਕਸ਼ਨ 1 ਆਫ ਦਾ ਟੈਨੈਂਸੀ ਐਕਟ, ਟੈਨੈਂਸੀ ਐਕਟ ਦੀ ਗੱਲ ਕਰ ਰਹੇ ਹਾਂ ਆਪਾਂ, ਟੈਨੈਂਸੀ ਐਕਟ ਦੇ ਪ੍ਰੋਸੀਜਰ ਦੀ ਗੱਲ ਕਰ ਰਹੇ ਹਾਂ ਇਹਦੇ ਵਿੱਚ। ਠੀਕ ਹੈ, ਟੈਨੈਂਸੀ ਐਕਟ ਦੇ ਆਰਡਰ 45 ਸਬਸੈਕਸ਼ਨ 1 ਦੇ ਤਹਿਤ ਜਿਹੜਾ ਇਹ ਨੋਟਿਸ ਜਾਂਦਾ ਹੈਗਾ ਲੈਂਡਲॉर्ड ਵੱਲੋਂ ਐਪਲੀਕੇਸ਼ਨ ਆਉਣ ਦੇ ਉੱਪਰ ਰੈਵਨਿਊ ਕੋਰਟ ਵੱਲੋਂ ਟੈਨੈਂਟ ਨੂੰ ਜਾਂਦਾ ਹੈਗਾ। ਉਹਦੇ ਵਿੱਚ ਲਿਖਿਆ ਕੀ ਜਾਂਦਾ ਹੈ, ਕਹਿੰਦਾ ਵੇਅਰ ਐਜ਼ ਲੈਂਡਲॉर्ड ਹੈਜ਼ given the application in this court, ਠੀਕ ਹੈ, then it appears to the revenue court ਨੂੰ ਲੱਗਦਾ ਹੈ ਰਿਕਾਰਡ ਦੇਖ ਕੇ ਜਿਹੜਾ ਉਹਨੇ ਆਪਣੀ ਉਹਦੇ ਨਾਲ ਲਾਇਆ ਐਪਲੀਕੇਸ਼ਨ ਦੇ ਨਾਲ ਜਮਾਬੰਦੀ ਲਾਈ ਹੈ, ਠੀਕ ਹੈ, ਗਰਦੌਰੀ ਲਾਈ ਹੈ, it appears to the revenue court that so and so person is the tenant of this tenancy, ਠੀਕ ਹੈ, ਵੀ ਇਹ ਜਿਹੜਾ ਬੰਦਾ ਹੈਗਾ ਤੁਸੀਂ ਜਿਹਨੂੰ ਨੋਟਿਸ ਭੇਜਿਆ ਜਾ ਰਿਹਾ ਹੈ, ਨੋਟਿਸ ਕਿਹਨੂੰ ਭੇਜਿਆ ਜਾ ਰਿਹਾ ਹੈ, ਟੈਨੈਂਟ ਨੂੰ ਭੇਜਿਆ ਜਾ ਰਿਹਾ ਹੈ। ਠੀਕ ਹੈ, he must vacate land before 1 ਮਈ। ਨੋਟਿਸ ਵਿੱਚ ਕੀ ਕਿਹਾ ਜਾਏਗਾ, ਟੈਨੈਂਟ ਨੂੰ ਇਹ ਕਿਹਾ ਜਾਏਗਾ ਵੀ ਤੁਸੀਂ ਜਿਹੜੀ ਲੈਂਡ ਹੈਗੀ ਹੈ 1 ਮਈ ਤੋਂ ਪਹਿਲਾਂ ਖਾਲੀ ਕਰੋਗੇ ਤਾਂ ਕਿ ਜਿਹੜੀ ਸੋਨੇ ਦੀ ਜਿਹੜੀ ਫਸਲ ਹੈਗੀ ਹੈ, ਦੈਨ ਫਿਰ ਜਿਹੜਾ ਨੈਕਸਟ ਜਿਹੜਾ ਟੈਨੈਂਟ ਹੋਏਗਾ ਉਹ ਆਪਣੇ ਤਰੀਕੇ ਦੇ ਨਾਲ ਆਪਣੀ ਖੇਤ ਦੀ ਤਿਆਰੀ ਕਰਕੇ ਜੂਨ ਦੇ ਵਿੱਚ ਐਗਰੀਕਲਚਰ ਈਅਰ ਸਟਾਰਟ ਹੋਣ ਤੋਂ ਪਹਿਲਾਂ ਖੇਤ ਦੀ ਤਿਆਰੀ ਕਰਕੇ ਆਪਦੀ ਸੋਨੇ ਦੀ ਜਿਹੜੀ ਫਸਲ ਹੈ ਉਹ ਬੀਜ ਲਵੇ। ਠੀਕ ਹੈ ਜੀ, ਹੀ ਮਸਟ ਵਿਕੇਟ ਦਾ ਲੈਂਡ ਬਿਫੋਰ 1 ਮਈ। ਜਿਹੜਾ ਟੈਨੈਂਟ ਹੈ ਉਹਨੂੰ ਇਹ ਨੋਟਿਸ ਦੇ ਵਿੱਚ ਭੇਜਿਆ ਜਾਏਗਾ ਲਿਖ ਕੇ ਵੀ ਤੁਸੀਂ 1 ਮਈ ਤੋਂ ਪਹਿਲਾਂ ਜਿਹੜਾ ਖੇਤ ਹੈਗਾ ਉਹ ਖਾਲੀ ਕਰਨਾ ਹੈ। ਫਿਰ ਨਾਲ ਹੀ ਇਹਦੇ ਵਿੱਚ ਇਹ ਕਿਹਾ ਜਾਏਗਾ ਜਦੋਂ ਨੋਟਿਸ ਭੇਜਿਆ ਜਾਣਾ ਹੈ ਫਾਰ ਦਾ ਬੈਨੀਫਿਟ ਆਫ ਦਾ ਟੈਨੈਂਟ, ਵੀ ਜੇਕਰ
ਤੇਰਾ ਕੋਈ ਕਲੇਮ ਹੈਗਾ, ਕਲੇਮ ਕਾਹਦਾ, ਮੇਬੀ ਜਿਹੜਾ ਟੈਨੈਂਟ ਹੈ ਉਸਨੇ ਕੋਈ ਜ਼ਮੀਨ ਦੇ ਵਿੱਚ ਸੁਧਾਰ ਕੀਤਾ ਹੋਵੇ, ਉਹਨੇ ਕਰਾਹਾ ਲਾਇਆ ਹੋਵੇ, ਠੀਕ ਹੈ, ਉਹਨੇ ਜ਼ਮੀਨ ਪੱਧਰ ਕੀਤੀ ਹੋਵੇ, ਟਿੱਬੇ ਢਾਏ ਹੋਏ ਹੋਣ ਟੈਨੈਂਸੀ ਲੈਣ ਤੋਂ ਬਾਅਦ, ਵੀ ਜੇਕਰ ਤੇਰਾ ਕੋਈ ਕਲੇਮ ਹੈਗਾ, ਕਲੇਮ ਆਫ ਕੰਪਨਸੇਸ਼ਨ ਹੈਗਾ, ਤਾਂ ਤੂੰ ਸਾਡੇ ਕੋਰਟ ਦੇ ਵਿੱਚ ਕੰਸਰਨ ਕੋਰਟ 'ਚ ਜਾ ਕੇ ਕੰਟੈਸਟ ਕਰ ਸਕਦਾ, ਸੂਟ ਫਾਈਲ ਕਰ ਸਕਦਾ 2 ਮਹੀਨੇ ਦੇ ਅੰਦਰ ਅੰਦਰ ਨੋਟਿਸ ਮਿਲਣ ਤੋਂ ਬਾਅਦ। ਜਦੋਂ ਤੈਨੂੰ ਨੋਟਿਸ ਮਿਲ ਗਿਆ, ਰਿਸੀਵ ਹੋ ਗਿਆ, 2 ਮਹੀਨੇ ਦਾ ਟਾਈਮ ਦਿੱਤਾ ਜਾਂਦਾ ਟੈਨੈਂਟ ਨੂੰ। ਇਫ ਦੇयर ਇਜ਼ ਐਨੀ ਕੰਪਨਸੇਸ਼ਨ ਹੀ ਕੈਨ ਕੰਟੈਸਟ ਦਾ ਸੂਟ। ਉਹ ਕੰਸਰਨ ਕੋਰਟ ਦੇ ਵਿੱਚ ਜਾ ਕੇ, ਜਿਹੜੀ ਵੀ ਕੋਰਟ ਅਥੋਰਾਈਜ਼ ਹੁੰਦੀ ਹੈ, ਈਸੀ ਫਸਟ ਗ੍ਰੇਡ ਦੇ ਵਿੱਚ ਜਾ ਕੇ ਜਿਹੜਾ ਹੈਗਾ ਕੰਟੈਸਟ ਕਰ ਸਕਦੇ ਹੋ, ਤੁਸੀਂ ਆਪਦਾ ਕੰਪਨਸੇਸ਼ਨ ਦੀ ਡਿਮਾਂਡ ਕਰ ਸਕਦੇ ਹੋ, ਠੀਕ ਹੈ। ਜਾਂ ਫਿਰ ਪ੍ਰੈਫਰੈਂਸ ਕਲੇਮ 2 ਮੰਥਸ, ਈਸੀ ਫਸਟ ਗ੍ਰੇਡ ਦੀ ਕੋਰਟ ਦੇ ਵਿੱਚ ਜਾ ਕੇ ਜਿਹੜਾ ਤੁਹਾਡਾ ਕਲੇਮ ਹੈਗਾ ਉਹ ਦੱਸ ਸਕਦੇ, ਮੈਂ ਇੰਨੇ ਪੈਸੇ ਤੋਂ ਲੈਣੇ ਨੇ, ਹੋਰ ਮੇਰੇ ਤੋਂ ਜ਼ਮੀਨ ਐਡਜਸਟਮੈਂਟ ਹੋ ਜਾਏ ਕੋਈ ਗੱਲ ਨਹੀਂ, ਪਰ ਇੰਨੇ ਪੈਸੇ ਮੈਂ ਇਸ ਤੋਂ ਲੈਣੇ ਨੇ, ਤੇ ਆਪਦਾ ਜਿਹੜਾ ਕਲੇਮ ਹੈ ਤੁਸੀਂ ਉਹ ਈਸੀ ਫਸਟ ਗ੍ਰੇਡ ਦੀ ਕੋਰਟ ਦੇ ਵਿੱਚ 2 ਮਹੀਨੇ ਦੇ ਅੰਦਰ ਅੰਦਰ ਜਾ ਕੇ ਉਹਦਾ ਕਲੇਮ ਪ੍ਰੈਫਰ ਕਰ ਸਕਦੇ ਹੋ। ਜਾਂ ਫਿਰ ਕੰਪਨਸੇਸ਼ਨ ਕੀ ਹੁੰਦਾ ਹੈ? ਕੰਪਨਸੇਸ਼ਨ ਇਹ ਹੁੰਦਾ ਵੀ ਜਦੋਂ ਉਹਨੇ ਕੋਈ ਜ਼ਮੀਨ ਦੇ ਵਿੱਚ ਇੰਪਰੂਵਮੈਂਟ ਕੀਤੀ ਹੋਵੇ। ਕਲੇਮ ਕੀ ਹੁੰਦਾ ਹੈ? ਕੋਈ ਵੱਧ ਪੈਸੇ ਚਲੇ ਗਏ ਮਾਲਕ ਕੋਲੇ ਕਿਸੇ ਤਰੀਕੇ ਨਾਲ, ਜਾਂ ਮਾਲਕ ਦਾ ਕੋਈ ਐਡਜਸਟਮੈਂਟ ਸੀ, ਲੈਣ ਦੇਣ ਸੀ, ਉਹਦਾ ਕਲੇਮ ਬਣਦਾ ਸੀਗਾ। ਮਤਲਬ 2 ਮਹੀਨੇ ਦਾ ਟਾਈਮ ਦਿੱਤਾ ਗਿਆ ਟੈਨੈਂਟ ਨੂੰ, ਵੀ 2 ਮਹੀਨੇ ਦੇ ਅੰਦਰ ਅੰਦਰ ਨੋਟਿਸ ਰਿਸੀਵ ਹੋਣ ਤੋਂ ਬਾਅਦ ਉਹ ਕੰਸਰਨ ਕੋਰਟ ਦੇ ਵਿੱਚ ਜਾ ਕੇ, ਕੰਪੀਟੈਂਟ ਕੋਰਟ ਦੇ ਵਿੱਚ ਜਾ ਕੇ ਆਪਣਾ ਕਲੇਮ ਵੀ ਕਰ ਸਕਦਾ ਹੈ, ਕੰਪਨਸੇਸ਼ਨ ਵੀ ਮੰਗ ਸਕਦਾ ਹੈ, ਠੀਕ ਹੈ। ਫਿਰ ਡੇਟ ਪਾਈ ਜਾਏਗੀ ਕੋਰਟ ਵੱਲੋਂ, ਸੀਲ ਲੱਗੇਗੀ, ਦਸਤਖਤ ਹੋ ਜਾਣਗੇ। ਇਹ ਹੈਗਾ ਆਰਡਰ ਨੰਬਰ 2। ਪਹਿਲਾਂ ਆਰਡਰ ਨੰਬਰ 1 ਪੜਿਆ ਸੀਗਾ, ਬਾਈ ਦਾ ਟੈਨੈਂਟ ਛੱਡਣ ਦੇ ਵਾਸਤੇ ਟੈਨੈਂਸੀ ਨੂੰ ਨੋਟਿਸ ਭੇਜੇਗਾ ਰੈਵਨਿਊ ਕੋਰਟ। ਇਹ ਹੈਗਾ ਬਾਈ ਦਾ ਲੈਂਡਲॉर्ड ਟੂ ਦਾ ਨੋਟਿਸ ਟੂ ਦਾ ਟੈਨੈਂਟ ਫॉर ਦਾ ਐਜੈਕਟਮੈਂਟ ਆਫ ਹਿਸ ਟੈਨੈਂਸੀ, ਠੀਕ ਹੈ ਜੀ। ਅੱਗੇ ਆਰਡਰ ਨੰਬਰ 3, ਹਾਂਜੀ ਸਰ ਕੱਲੇ ਟੈਨੈਂਟ ਔਰ ਟੈਨੈਂਟ ਐਟ ਬਿਲ 'ਚ ਕੋਈ ਫਰਕ ਹੈ ਜੀ? ਹੈ ਜੀ, ਹਾਂ, ਟੈਨੈਂਟ ਤੇ ਟੈਨੈਂਟ ਐਟ ਬਿਲ 'ਚ ਫਰਕ ਹੈ ਜੀ। ਟੈਨੈਂਟ ਬਿਲ ਕਿਉਂ ਹੁੰਦਾ? ਟੈਨੈਂਟ ਉਹ ਬਿਲ ਉਹ ਹੁੰਦੇ ਨੇ ਜਿੱਥੇ ਕੋਈ ਟਾਈਮ ਲਿਮਿਟ ਨਹੀਂ ਸਪੈਸੀਫਾਈ ਕੀਤੀ ਹੁੰਦੀ, ਟਾਈਮ ਲਿਮਿਟ ਕੋਈ ਸਪੈਸੀਫਾਈ ਨਹੀਂ ਕੀਤੀ ਹੁੰਦੀ। ਜਿਵੇਂ ਆਪਾਂ ਚੱਲਦੇ ਹਾਂ ਈਅਰ ਟੂ ਈਅਰ, ਜਿਵੇਂ ਅੱਜ ਕੱਲ੍ਹ ਚੱਲ ਰਿਹਾ ਹੈਗਾ, ਆਪਾਂ ਜ਼ਮੀਨ ਠੇਕੇ ਦਿੰਦੇ ਹਾਂ ਆਪਣੇ ਬਟਾਈ ਤੇ, ਜਾਂ ਠੇਕੇ ਦਿੰਦੇ ਹਾਂ, ਕਿੰਨੇ ਸਾਲ ਤੱਕ ਬੰਦ ਹੈ ਅਗਲਾ, ਸਾਲ, 2 ਸਾਲ, 3 ਸਾਲ, 4 ਸਾਲ, 5 ਸਾਲ, ਠੀਕ ਹੈ। ਜਦੋਂ ਮਾਲਕ ਦੀ ਤੇ ਜਿਹੜਾ ਹੈਗਾ ਮਾਲਕ ਦੀ ਤੇ ਮੁਸ਼ਤਰੀ ਦੀ ਜਦੋਂ ਕੋਈ ਆਪਸ ਪ੍ਰੋਬਲਮ ਕ੍ਰੀਏਟ ਹੁੰਦੀ ਹੈ, ਤਾਂ ਜਦੋਂ ਮਰਜ਼ੀ ਛੱਡ ਸਕਦਾ ਕੋਈ, ਮਾਲਕ ਵੀ ਛਡਵਾ ਸਕਦਾ ਹੈ ਤੇ ਕਿਰਾਏਦਾਰ ਵੀ ਛਡਵਾ ਸਕਦਾ ਹੈ। ਇਹਦੇ ਵਿੱਚ ਕੋਈ ਟਾਈਮ ਲਿਮਿਟ ਸਪੈਸੀਫਾਈ ਨਹੀਂ ਕੀਤੀ ਹੁੰਦੀ। ਇੱਥੇ ਟੈਨੈਂਟ ਐਟ ਬਿਲ ਕਹਿੰਦੇ ਆ ਉਸਨੂੰ। ਜਿੱਥੇ ਕੋਈ ਟਰਮਸ ਐਂਡ ਕੰਡੀਸ਼ਨਸ ਸਪੈਸੀਫਾਈ ਕੀਤੀਆਂ ਹੁੰਦੀਆਂ ਨੇ, ਉਹ ਟੈਨੈਂਟ ਦੂਜਾ ਹੁੰਦਾ। ਸਰ ਜਿਹੜਾ ਇਹਦੇ ਵਿੱਚ ਇੱਕ CD ਲਿਖਿਆ, ਇੱਕ EF ਲਿਖਿਆ, ਇਹਨਾਂ ਦਾ ਫੁੱਲ ਫਾਰਮ ਕੀ ਹੈ? ਇਹਦੀ ਫੁੱਲ ਫਾਰਮ ਕੋਈ ਨਹੀਂ ਹੈਗੀ। ਇਹ ਤਾਂ ਇਦਾਂ ਹੈਗਾ ਵੀ ਜਿਵੇਂ ਕੋਰਟ ਹੈ, ਕੋਰਟ ਨੂੰ AB ਲਿਖ ਦਿੱਤਾ, ਨਾਮ ਆਫ ਦਾ ਕੋਰਟ, BC ਲਿਖ ਦਿੱਤਾ, ਮੰਨ ਲਓ ਜਿਹਨੇ ਸੂਟ ਫਾਈਲ ਕੀਤਾ, ਜਿਹਨੇ ਐਪਲੀਕੇਸ਼ਨ ਦਿੱਤੀ ਉਹਨੂੰ BC ਲਿਖਤਾ, ਫਿਰ CD ਲਿਖਤਾ, ਜਿਹਨੂੰ ਨੋਟਿਸ ਜਾ ਰਿਹਾ ਹੈ ਉਹਨੂੰ CD ਲਿਖਤਾ। ਇੱਥੇ ਨੇਮ ਲਿਖਣ ਦੀ ਬਜਾਏ ਉਹਨੇ AB BC BC CD ਲਿਖ ਦਿੱਤੇ, ਨਾਮ ਲਿਖਣ ਦੀ ਬਜਾਏ। ਮੈਂ ਤੁਹਾਨੂੰ ਤਾਂ ਹੀ ਦੱਸਿਆ ਵੀ ਹਾਂ, ਕੋਈ ਹੋ ਸਕਦਾ, ਹਾਂ ਕੋਈ ਵੀ ਹੋ ਸਕਦਾ, ABCD ਨੇਮ ਕੋਈ ਵੀ ਹੋ ਸਕਦਾ, ABCD, ਠੀਕ ਹੈ ਜੀ। ਕਲੀਅਰ ਹੈ? ਦੋਨੋਂ ਸੈਕਸ਼ਨ, ਦੋਨੋਂ ਆਰਡਰਸ ਕਲੀਅਰ ਨੇ? ਹਾਂਜੀ ਕਲੀਅਰ ਸਰ। ਓਕੇ, ਦੈਨ ਜਿਹੜੇ ਆਰਡਰਸ ਨੇ 3 4 5 ਇਹ ਡਿਲੀਟ ਹੋ ਚੁੱਕੇ ਨੇ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਆਰਡਰ ਨੰਬਰ 6। ਆਰਡਰ ਨੰਬਰ 6 ਦੇ ਵਿੱਚ ਦੱਸਿਆ ਗਿਆ ਹੈਗਾ ਵੀ ਜਿਹੜੇ ਇਹ ਸੂਟਸ ਹੁੰਦੇ ਨੇ, ਸੂਟਸ ਫਾਰ ਐਂਡ ਟੂ ਕੰਟੈਸਟ ਐਜੈਕਟਮੈਂਟ, ਜਿਹੜੇ ਮੁਕੱਦਮੇ ਹੁੰਦੇ ਨੇ, ਇਹ ਜੇ ਕੋਈ ਕੰਟੈਸਟ ਕਰਨਾ ਹੋਵੇ ਐਜੈਕਟਮੈਂਟ ਦੇ ਲਈ ਉਸਨੇ, ਤਾਂ ਕਿਹੜੇ ਮੁਕੱਦਮੇ ਪੈਂਦੇ ਨੇ ਇਹਦੇ ਵਿੱਚ, ਲੈਂਡਲॉर्ड ਤੇ ਟੈਨੈਂਟ ਦੇ ਵਿਚਕਾਰ ਕਿਹੜੇ ਮੁਕੱਦਮੇ ਹੋ ਸਕਦੇ ਨੇ, ਠੀਕ ਹੈ। ਪਹਿਲਾ ਹੈਗਾ ਵੀ ਬਾਈ ਦਾ ਲੈਂਡਲॉर्ड ਆਫ ਦਾ ਐਜੈਕਟਮੈਂਟ ਆਫ ਦਾ ਟੈਨੈਂਟਸ। ਇੱਕ ਤਾਂ ਮੁਕੱਦਮਾ ਲੈਂਡਲॉर्ड ਪਾ ਸਕਦਾ ਹੈ, ਆਰਡਰ 6 ਚ ਸਪੈਸੀਫਾਈ ਕੀਤਾ ਹੈਗਾ ਵੀ ਇੱਕ ਤਾਂ ਜਿਹੜਾ ਮੁਕੱਦਮਾ ਹੈ ਲੈਂਡਲॉर्ड ਪਾ ਸਕਦਾ ਹੈ ਆਪਦੇ ਟੈਨੈਂਟ ਨੂੰ ਐਜੈਕਟਮੈਂਟ ਕਰਨ ਦੇ ਲਈ। ਦੂਜਾ ਟੈਨੈਂਟ ਪਾ ਸਕਦਾ ਹੈ ਆਪਦੇ ਸੂਟ ਨੂੰ ਜਿਹੜਾ ਕੰਟੈਸਟ ਕਰਨ ਦੇ ਲਈ, ਜਦੋਂ ਉਹਨੂੰ ਕੋਈ ਨੋਟਿਸ ਮਿਲਦਾ ਹੈ, ਐਜੈਕਟਮੈਂਟ ਦਾ ਨੋਟਿਸ ਮਿਲਦਾ ਹੈ ਟੈਨੈਂਟ ਨੂੰ ਵੀ ਤੂੰ 1 ਮਈ ਤੋਂ ਪਹਿਲਾਂ ਜਿਹੜਾ ਖੇਤ ਹੈ ਖਾਲੀ ਕਰ ਦੇ, ਲੈਂਡਲॉर्ड ਦੇ ਬਿਹਾਫ ਦੇ ਉੱਪਰ ਕੋਰਟ ਵੱਲੋਂ, ਰੈਵਨਿਊ ਕੋਰਟ ਵੱਲੋਂ ਨੋਟਿਸ ਜਾਂਦਾ ਹੈ, ਤਾਂ ਜਿਹੜਾ ਟੈਨੈਂਟ ਹੈਗਾ ਉਹ ਵੀ ਕੋਰਟ ਦੇ ਵਿੱਚ, ਕੰਪੀਟੈਂਟ ਕੋਰਟ ਈਸੀ ਫਸਟ ਗ੍ਰੇਡ ਦੀ ਕੋਰਟ ਦੇ ਵਿੱਚ ਹੈਗਾ, ਉਹ ਸੂਟ ਫਾਈਲ ਕਰ ਸਕਦਾ ਹੈ, ਕੰਟੈਸਟ ਕਰ ਸਕਦਾ ਹੈ ਵੀ ਜਿਹੜੀ ਮੇਰੀ ਐਜੈਕਟਮੈਂਟ ਹੈ ਇਹ ਗਲਤ ਹੈਗੀ ਹੈ,
ਤੇ ਇਹ ਨਹੀਂ ਹੋਣੀ ਬਣਦੀ। ਜੋ ਵੀ ਉਹਦੇ ਕੋਲੇ ਕੋਈ ਇਹਦੇ ਆਪਦੇ ਗਰਾਊਂਡਸ ਹੈਗੇ ਨੇ, ਉਹਨਾਂ ਗਰਾਊਂਡਾਂ ਦੇ ਬੇਸ ਤੇ ਉਹ ਜਿਹੜਾ ਹੈਗਾ ਸੂਟ ਫਾਈਲ ਕਰ ਸਕਦਾ ਹੈ ਟੇਨੈਂਟ ਵੀ। ਤੀਸਰਾ ਹੈਗਾ ਟੇਨੈਂਟ ਕੰਪਨਸੇਸ਼ਨ ਦੇ ਲਈ ਵੀ ਸੂਟ ਫਾਈਲ ਕਰ ਸਕਦਾ ਹੈ ਵੀ ਮੈਂ ਇਹ ਦੇਖੋ ਇੰਨੀਆਂ ਡਿਵੈਲਪਮੈਂਟ ਕੀਤੀਆਂ ਨੇ ਇਸ ਲੈਂਡ ਦੇ ਵਿੱਚ, ਇਹਨੂੰ ਪੱਧਰ ਕੀਤਾ ਹੈ, ਟਿੱਬੇ ਸੀਗੇ ਢਾਈ ਹੈ, ਬਰਾਬਰ ਕੀਤੀ ਹੈ, ਕਰਾਹ ਚਲਾਇਆ, ਮੇਰਾ ਇੰਨਾ ਖਰਚਾ ਹੋ ਗਿਆ, ਮੈਨੂੰ ਉਹਦੇ ਬਦਲੇ 'ਚ ਕੰਪਨਸੇਸ਼ਨ ਡਿਕਲੇਅਰ ਕੀਤਾ ਜਾਵੇ, ਮੈਨੂੰ ਕਿੰਨੇ ਪੈਸੇ ਮਿਲਨੇ ਨੇ, ਮੈਨੂੰ ਪੈਸੇ ਦੇ ਕੇ ਮੇਰੇ ਤੋਂ ਖਾਲੀ ਕਰਵਾ ਲਓ, ਕੋਈ ਡਰ ਨਹੀਂ। ਉਹ ਸੂਟ ਫਾਈਲ ਕਰਨਾ ਪਏਗਾ ਪਰ ਉਸਨੂੰ ਕੰਪਨਸੇਸ਼ਨ ਦਾ। ਦੋਨੇ ਸੂਟ ਜਿਹੜੇ ਹੈਗੇ ਨੇ 2 ਮਹੀਨੇ ਦੇ ਅੰਦਰ ਅੰਦਰ ਫਾਈਲ ਕਰਨੇ ਪੈਣਗੇ ਟੇਨੈਂਟ। ਠੀਕ ਹੈ ਜੀ। ਹੁਣ ਦੂਜੀ ਗੱਲ ਆ ਗਈ ਵੀ ਜਦੋਂ ਰੈਵਨਿਊ ਆਫਿਸਰ ਨੇ ਕਿਸੇ ਨੂੰ ਨੋਟਿਸ ਦੇਣਾ ਹੈ, ਟੇਨੈਂਟ ਨੂੰ ਕਿਸੇ ਨੂੰ ਨੋਟਿਸ ਦੇਣਾ ਹੈ, ਠੀਕ ਹੈ, ਉਹਦਾ ਕੀ ਸਮਾਂ ਹੋਏਗਾ? ਇਹਦੇ ਤੇ ਕੁਐਸਚਨ ਆ ਜਾਂਦਾ ਹੁੰਦਾ ਆਮ ਤੌਰ ਤੇ। ਰੈਵਨਿਊ ਕੋਰਟ ਨੇ ਐਪਲੀਕੇਸ਼ਨ ਦੇਤੀ, ਲੈਂਡਲੌਰਡ ਨੇ ਟੇਨੈਂਟ ਨੂੰ ਖਾਲੀ ਕਰਵਾਇਆ ਜਾਵੇ, ਮੇਰੀ ਟੈਨੈਂਸੀ ਖਾਲੀ ਕਰਵਾਈ ਜਾਵੇ, ਪਰ ਰੈਵਨਿਊ ਕੋਰਟ ਨੇ ਨੋਟਿਸ ਭੇਜਣਾ ਹੈ। ਠੀਕ ਹੈ, ਨੋਟਿਸ ਭੇਜਣਾ ਹੈ ਟੇਨੈਂਟ ਨੂੰ। ਰੈਵਨਿਊ ਕੋਰਟ 16 ਜੂਨ ਤੋਂ ਲੈ ਕੇ 16 ਨਵੰਬਰ ਦੇ ਵਿਚਕਾਰ 5 ਮਹੀਨੇ ਦਾ ਸਮਾਂ ਹੁੰਦਾ ਹੈ। ਇਸ ਸਮੇਂ ਦੇ ਵਿੱਚ ਰੈਵਨਿਊ ਕੋਰਟ ਨੇ ਟੇਨੈਂਟ ਨੂੰ ਨੋਟਿਸ ਭੇਜਣਾ ਹੁੰਦਾ ਹੈ। 16 ਨਵੰਬਰ ਤੋਂ ਪਹਿਲਾਂ, 16 ਜੂਨ ਤੋਂ ਬਾਅਦ, ਤਾਂ ਕਿ ਜਿਹੜਾ ਟੇਨੈਂਟ ਹੈਗਾ ਉਹਨੂੰ ਅਗਲੇ 2 ਮਹੀਨੇ ਦਾ ਸਮਾਂ ਮਿਲ ਸਕੇ ਹੋਰ। ਨਵੰਬਰ, ਦਸੰਬਰ, ਜਨਵਰੀ, 16 ਜਨਵਰੀ ਤੱਕ ਫਿਰ ਉਹ ਕੀ ਕਰੇਗਾ, ਉਸ ਨੂੰ ਜਿਹੜਾ ਹੈਗਾ ਆਪਦਾ ਸੂਟ ਫਾਈਲ ਕਰ ਸਕਦਾ ਹੈ ਜਿਹੜਾ ਟੇਨੈਂਟ ਹੈ ਕੰਸਰਨ ਕੋਰਟ ਦੇ ਵਿੱਚ ਫਾਰ ਕੰਪਨਸੇਸ਼ਨ ਫਾਰ ਰਾਉਂਡਫੁਲ ਐਜੈਕਟਮੈਂਟ। ਮਤਲਬ ਇਹ ਗੱਲ ਆ ਗਈ ਸੀਗੀ ਵੀ ਰੈਵਨਿਊ ਕੋਰਟ ਵੱਲੋਂ ਜਿਹੜਾ ਨੋਟਿਸ ਹੈ ਉਹ ਕਿਹੜੇ ਸਮੇਂ ਦੌਰਾਨ ਭੇਜਿਆ ਜਾਏਗਾ ਟੇਨੈਂਟ ਨੂੰ, 16 ਜੂਨ ਤੋਂ ਲੈ ਕੇ 16 ਨਵੰਬਰ ਦੇ ਵਿਚਕਾਰ 5 ਮਹੀਨੇ ਦੇ ਸਮੇਂ ਦੇ ਅੰਦਰ ਅੰਦਰ। ਠੀਕ ਹੈ, ਫਿਰ ਆ ਗਿਆ ਸੂਟ ਬਾਈ ਦਾ ਟੇਨੈਂਟ ਵਿਦ ਇਨ 2 ਮੰਥਸ ਫਰੋਮ ਦਾ ਨੋਟਿਸ। ਆਪਾਂ ਗੱਲ ਕਰ ਚੁੱਕੇ ਹਾਂ। ਇਹਦੇ ਵਿੱਚ ਆਰਡਰ ਨੰਬਰ 6 ਦੇ ਵਿੱਚ ਇਹੀ ਦੱਸਿਆ ਗਿਆ ਵੀ ਉਹਨੂੰ 2 ਮਹੀਨੇ ਦੇ ਅੰਦਰ ਅੰਦਰ ਆਪਦਾ ਜਿਹੜਾ ਮੁਕੱਦਮਾ ਹੈਗਾ ਕੰਟੈਸਟ ਕਰਨਾ ਪਏਗਾ, ਫਾਰ ਕੰਪਨਸੇਸ਼ਨ ਵੀ ਤੇ ਫਾਰ ਐਜੈਕਟਮੈਂਟ ਵੀ। ਜਿਹੜਾ ਟੇਨੈਂਟ ਨੂੰ 2 ਮਹੀਨੇ ਦਾ ਸਮਾਂ ਦਿੱਤਾ ਗਿਆ। ਤੀਸਰਾ ਕਹਿੰਦਾ ਜੇ ਟੇਨੈਂਟ ਆਪਦਾ ਸੂਟ ਫਾਈਲ ਨਹੀਂ ਕਰਦਾ, ਫੇਲ ਹੋ ਜਾਂਦਾ ਹੈ, ਠੀਕ ਹੈ, ਉਹਨੂੰ ਜਿਹੜਾ ਸਮਾਂ ਸੀ 2 ਮਹੀਨੇ ਦਾ ਉਹ ਵੀ ਲੰਘ ਗਿਆ, ਤਾਂ ਕੀ ਹੋਏਗਾ? ਤਾਂ ਜਿਹੜਾ ਲੈਂਡਲੌਰਡ ਹੈਗਾ ਉਹ ਫਿਰ ਐਪਲੀਕੇਸ਼ਨ ਦੇਗਾ ਫਾਰ ਦੀ ਐਜੈਕਟਮੈਂਟ ਰੈਵਨਿਊ ਕੋਰਟ ਦੇ ਵਿੱਚ ਵੀ ਇਹਨੂੰ ਐਜੈਕਟ ਕੀਤਾ ਜਾਵੇ। ਜਿਹੜਾ ਇਹਦਾ ਸਮਾਂ ਸੀ 2 ਮਹੀਨੇ ਦਾ ਉਹ ਲੰਘ ਚੁੱਕਿਆ ਹੈ ਤੇ ਇਹਨੇ ਕੋਈ ਮੇਰੇ ਖਿਲਾਫ ਮੁਕੱਦਮਾ ਨਹੀਂ ਫਾਈਲ ਕੀਤਾ, ਇਹਦੇ ਕੋਲੇ ਕੋਈ ਗਰਾਊਂਡ ਨਹੀਂ ਹੈਗੀ, ਠੀਕ ਹੈ, ਤਾਂ ਉਹ ਦੁਬਾਰਾ ਫਿਰ ਐਪਲੀਕੇਸ਼ਨ ਦੇਗਾ ਰੈਵਨਿਊ ਕੋਰਟ ਦੇ ਵਿੱਚ ਵੀ ਮੈਨੂੰ ਐਜੈਕਟਮੈਂਟ ਇਹਦੀ ਕਰਵਾ ਕੇ ਮੈਨੂੰ ਜਿਹੜਾ ਕਬਜ਼ਾ ਹੈਗਾ ਦਵਾਇਆ। ਨੈਕਸਟ ਹੈ, ਜੇ ਕੋਈ ਕੰਪਨਸੇਸ਼ਨ ਦੇ ਲਈ ਰੈਵਨਿਊ ਕੋਰਟ ਦੇ ਵਿੱਚ ਜਿਹੜਾ ਟੇਨੈਂਟ ਹੈ ਉਹਨੇ ਕੋਈ ਅਰਜ਼ੀ ਦੇ ਦਿੱਤੀ ਤਾਂ ਰੈਵਨਿਊ ਕੋਰਟ ਨੂੰ ਲੱਗਿਆ ਵੀ ਹਾਂ ਵਾਕਈ ਦੀ ਕੋਈ ਨਾ ਕੋਈ ਕੰਪਨਸੇਸ਼ਨ ਬਣਦੀ ਹੈ, ਜਸਟੀਫਾਈ ਹੈ, ਠੀਕ ਹੈ, ਤਾਂ ਜਦੋਂ ਤੱਕ ਉਹ ਕੰਪਨਸੇਸ਼ਨ ਨਹੀਂ ਦਿੰਦਾ ਜਿਹੜਾ ਲੈਂਡਲੌਰਡ ਹੈ ਟੇਨੈਂਟ ਨੂੰ, ਉਦੋਂ ਤੱਕ ਜਿਹੜੀ ਉਹਦੀ ਐਜੈਕਟਮੈਂਟ ਦਾ ਜਿਹੜਾ ਆਰਡਰ ਹੈਗਾ ਉਹ ਸਟੇ ਕਰ ਦਿੱਤਾ ਜਾਵੇਗਾ ਰੈਵਨਿਊ ਕੋਰਟ ਵੱਲੋਂ। ਰੈਵਨਿਊ ਕੋਰਟ ਉਸ ਨੂੰ ਕਬਜ਼ਾ ਨਹੀਂ ਦਿਵਾਏਗੀ ਜਦੋਂ ਤੱਕ ਮਾਲਕ ਵੱਲੋਂ ਲੈਂਡਲੌਰਡ ਟੇਨੈਂਟ ਨੂੰ ਜਿਹੜੇ ਉਹਦੇ ਕੰਪਨਸੇਸ਼ਨ ਦੇ ਪੈਸੇ ਨੇ ਜ਼ਮੀਨ ਦੇ ਵਿੱਚ ਕੋਈ ਸੁਧਾਰ ਲੈ ਕੇ ਆਉਂਦਾ ਹੈ ਉਹਦੀ ਜਿਹੜੀ ਪੇਮੈਂਟ ਹੈ ਅਦਾ ਨਹੀਂ ਕਰੇਗਾ। ਹੁਣ ਗੱਲ ਆ ਗਈ ਅੱਗੇ ਵੀ ਜੇ ਮੰਨ ਲਓ ਕਬਜ਼ਾ ਦਿਵਾਉਣਾ ਹੈ, ਸਾਰਾ ਕੁਝ ਕਾਰਵਾਈਆਂ ਹੋ ਗਈਆਂ, ਨੋਟਿਸ ਜਾਰੀ ਹੋ ਗਿਆ, 2 ਮਹੀਨੇ ਦਾ ਟਾਈਮ ਵੀ ਨਿਕਲ ਗਿਆ, ਠੀਕ ਹੈ, ਉਸ ਤੋਂ ਬਾਅਦ ਕਬਜ਼ਾ ਦਿਵਾਉਣਾ ਹੈ ਮਾਲਕ ਨੂੰ ਟੇਨੈਂਟ ਤੋਂ ਲੈ ਕੇ, ਉਹਦਾ ਕੀ ਸਮਾਂ ਹੋਏਗਾ? ਆਪਾਂ ਕਈ ਵਾਰੀ ਗੱਲ ਕਰ ਚੁੱਕੇ ਹਾਂ ਪਹਿਲਾਂ ਵੀ, ਮੇਰੇ ਖਿਆਲ ਆਪਾਂ ਜਦੋਂ ਲੈਂਡ ਰੈਵਨਿਊ ਐਕਟ ਪੜ੍ਹਿਆ ਸੀ, ਲੈਂਡ ਰੈਵਨਿਊ ਰੂਲਸ ਪੜ੍ਹੇ ਸੀਗੇ, ਇਹਦੇ ਵਿੱਚ ਵੀ ਜਨਰਲ ਲਾਅ ਕੀ ਕਹਿੰਦਾ ਹੈ? ਜਨਰਲ ਲਾਅ ਇਹ ਹੈਗਾ ਜਿਹੜਾ ਕਬਜ਼ੇ ਦੀ ਕਾਰਵਾਈ ਹੈਗੀ ਹੈ, ਆਪਾਂ ਸਾਰੇ ਕਾਨੂੰਗੋ ਸਾਹਿਬਾਨ ਆਪਾਂ ਦੇਖੋ ਰੋਜ਼ ਰੂਟੀਨ ਦੇ ਵਿੱਚ ਅਸੀਂ ਕਬਜ਼ਾ ਕਾਰਵਾਈਆਂ ਕਰਦੇ ਹਾਂ। ਜਨਰਲ ਲਾਅ ਕੀ ਕਹਿੰਦਾ ਵੀ ਕਬਜ਼ੇ ਕਾਰਵਾਈ ਕਦੋਂ ਹੋਣੀ ਚਾਹੀਦੀ ਹੈ, ਕਿਹੜਾ ਸਮਾਂ ਨਿਯਤ ਹੈਗਾ ਕਬਜ਼ਾ ਕਾਰਵਾਈ ਵਾਸਤੇ? ਇਹ ਟੈਨੈਂਸੀ ਐਕਟ ਦੇ ਵਿੱਚ ਤਾਂ ਸਪੈਸ਼ਲੀ ਤੌਰ ਤੇ ਦਰਸਾਇਆ ਗਿਆ, ਲੈਂਡ ਰੈਵਨਿਊ ਐਕਟ ਦੇ ਵਿੱਚ ਵੀ ਦਰਸਾਇਆ ਗਿਆ। ਆਪਾਂ ਪੜ੍ਹਿਆ ਸੀ ਪਿੱਛੇ ਜਦੋਂ ਲੈਂਡ ਐਕਟ ਪੜ੍ਹ ਰਹੇ ਸੀਗੇ, ਉਹਦੇ ਵਿੱਚ ਵੀ ਸਪੈਸੀਫਾਈ ਕੀਤਾ ਗਿਆ ਸੀਗਾ ਵੀ ਜਿਹੜੀ ਕਬਜ਼ੇ ਦੀ ਕਾਰਵਾਈ ਹੈ, ਐਗਜ਼ੀਕਿਊਸ਼ਨ ਹੈਗੀ ਆ ਆਰਡਰ ਦੀ 1 ਮਈ ਤੋਂ ਲੈ ਕੇ 15 ਜੂਨ ਦੇ ਵਿਚਕਾਰ ਜਿਹੜਾ ਹੈਗਾ ਟਾਈਮ ਹੈਗਾ, ਇਹ ਸਪੈਸੀਫਾਈ ਕੀਤਾ ਗਿਆ ਇਸ ਆਰਡਰ ਦੇ ਵਿੱਚ। ਆਰਡਰ ਨੰਬਰ 6 ਦੇ ਵਿੱਚ ਵੀ 1 ਮਈ ਤੋਂ ਲੈ ਕੇ 15 ਜੂਨ ਦੇ ਵਿਚਕਾਰ ਕਿਸ ਤੋਂ ਜਿਹੜਾ ਕਬਜ਼ਾ ਲਿਆ ਜਾਣਾ ਚਾਹੀਦਾ ਹੈ, ਤਾਂ ਕਿ ਜਿਹੜਾ ਐਗਰੀਕਲਚਰ ਜਿਹੜਾ ਈਅਰ ਹੈਗਾ ਇਹ ਖਤਮ ਇਹਦੇ ਵਿੱਚ ਵਿਚਕਾਰ ਹੋ ਜਾਂਦਾ, ਤਾਂ ਕਿ ਜਿਹੜਾ ਅਗਲਾ ਜਿਹੜਾ ਸਮਾਂ ਸੋਨੇ ਦੀ ਫਸਲ ਹੈ, ਜਿਹੜਾ ਕੰਸਰਨ ਪਰਸਨ ਜਿਹੜਾ ਹੈਗਾ ਜਿਹਨੂੰ ਕਬਜ਼ਾ ਦਵਾਇਆ ਜਾਂਦਾ ਹੈ, ਅੱਗੇ ਆਪਦਾ ਖੇਤ ਨੂੰ ਸਵਾਰ ਕੇ ਆਪਣੀ ਜਿਹੜੀ ਸੋਨੇ ਦੀ ਫਸਲ ਹੈ ਉਹ ਬੀਜ ਸਕੇ। ਠੀਕ ਹੈ ਜੀ, ਇਹਦੇ ਨਾਲ ਜਿਹੜਾ ਹੈਗਾ ਇਹ ਆਰਡਰ ਨੰਬਰ 6 ਤੁਹਾਡੇ ਇੱਥੇ ਖਤਮ ਹੋ ਜਾਂਦਾ ਹੈ। ਦੈਨ ਅਸੀਂ ਪੜਾਂਗੇ ਆਰਡਰ ਨੰਬਰ 7। ਆਰਡਰ ਨੰਬਰ 7 ਚ ਕੀ ਹੈ ਜੀ?
ਸਰ ਇੱਕ ਕੁਐਸਚਨ ਸੀਗਾ ਜੀ, ਹਾਂਜੀ, ਇਹਦੇ ਵਿੱਚ ਰੈਵਨਿਊ ਕੋਰਟ ਤਹਿਸੀਲਦਾਰ ਦੀ ਹੁੰਦੀ ਜਾਂ ਐਸਟੀਐਮ ਦੀ ਹੁੰਦੀ ਜੀ? ਤਹਿਸੀਲਦਾਰ ਦੀ ਹੁੰਦੀ ਹੈ ਜੀ ਰੈਵਨਿਊ ਕੋਰਟ। ਠੀਕ ਹੈ। ਜਿਹੜੇ ਮੁਕੱਦਮੇ ਫਾਈਲ ਕੀਤੇ ਜਾਂਦੇ ਨੇ, ਜਿਹੜੇ ਮੁਕੱਦਮੇ ਫਾਈਲ ਕੀਤੇ ਜਾਂਦੇ ਨੇ, ਲੈਂਡਲੌਰਡ ਨੇ ਮੁਕੱਦਮਾ ਫਾਈਲ ਕਰਨਾ ਹੈ, ਤੁਸੀਂ ਰੈਵਨਿਊ ਕੋਰਟ ਕੋਲ ਤਾਂ ਨੋਟਿਸ ਆਇਆ ਹੈ, ਨੋਟਿਸ ਦੇਣ ਦੇ ਲਈ ਰੈਵਨਿਊ ਕੋਰਟ ਕੋਲੇ ਆਈ ਹੈ ਐਪਲੀਕੇਸ਼ਨ ਫਾਰ ਦਾ ਰਿਲਿੰਕੁਇਸ਼ਮੈਂਟ ਜਾਂ ਐਪਲੀਕੇਸ਼ਨ ਫਾਰ ਦਾ ਰਿਜੈਕਟਮੈਂਟ। ਠੀਕ ਹੈ, ਇਹ ਆਏਗੀ ਰੈਵਨਿਊ ਕੋਰਟ ਦੇ ਕੋਲੇ। ਅੱਗੇ ਜਿਹੜਾ ਮੁਕੱਦਮਾ ਫਾਈਲ ਕੀਤਾ ਜਾਣਾ ਹੈ ਉਹ ਕੀਤਾ ਜਾਣਾ ਹੈ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਦੀ ਕੋਰਟ ਦੇ ਵਿੱਚ। ਉਹਦੀਆਂ ਪਾਵਰਾਂ ਉਸ ਵੇਲੇ ਕਿਹੜੇ ਅਫਸਰ ਕੋਲੇ ਨੇ, ਇਹ ਉਸ ਸਮੇਂ ਦੀ ਗੱਲ ਹੋਏਗੀ। ਜੇ ਐਸਡੀਐਮ ਕੋਲੇ ਪਾਵਰਾਂ ਨੇ ਸੀ ਫਸਟ ਗ੍ਰੇਡ ਦੀਆਂ ਤਾਂ ਐਸਡੀਐਮ ਦੀ ਕੋਰਟ ਦੇ ਸੂਟ ਫਾਈਲ ਕਰਨਾ ਪਏਗਾ। ਠੀਕ ਹੈ, ਕੌਣ ਫਾਈਲ ਕਰਦਾ ਹੈ? ਸੂਟ ਤਿੰਨ ਤਰ੍ਹਾਂ ਦੇ ਹੁੰਦੇ, ਮੈਂ ਦੱਸ ਚੁੱਕਿਆ ਵੀ ਤਿੰਨ ਤਰ੍ਹਾਂ ਦੇ ਸੂਟ ਫਾਈਲ ਹੁੰਦੇ ਨੇ। ਲੈਂਡਲੌਰਡ ਵੀ ਫਾਈਲ ਕਰ ਸਕਦਾ ਹੈ, ਟੇਨੈਂਟ ਵੀ ਫਾਈਲ ਕਰ ਸਕਦਾ ਹੈ। ਇਹ ਇਟ ਇਜ਼ ਜਿਹੜੇ ਸੈਕਸ਼ਨ ਆਪਾਂ ਆਰਡਰ ਨੰਬਰ 2 ਤੇ 3 ਪੜ੍ਹੇ ਨੇ, 1 ਤੇ 2 ਪੜ੍ਹੇ ਨੇ, ਇਟ ਇਜ਼ ਓਨਲੀ ਨੋਟਿਸ, ਨਾਟ ਏ ਸੂਟ। ਇਟ ਇਜ਼ ਨੋਟਿਸ ਓਨਲੀ ਫਾਰ ਦਾ ਰਿਜੈਕਟਮੈਂਟ। ਸੂਟ ਇਸ ਤੋਂ ਬਾਅਦ ਸਟਾਰਟ ਹੋਏਗਾ ਜੇ ਕੋਈ ਫਾਈਲ ਕਰਨਾ ਚਾਹੇ ਤਾਂ। ਉੱਪਰ ਤਾਂ ਟੇਨੈਂਟ ਐਟ ਵਿਲ ਦੀ ਗੱਲ ਕਰ ਰਹੇ ਸੀ ਆਪਾਂ। ਠੀਕ ਹੈ, ਅੱਗੇ ਹੈਗਾ ਆਰਡਰ ਨੰਬਰ 7। ਆਰਡਰ ਨੰਬਰ 7 के क्वेश्चंस ऑफ कंपनसेशन मस्ट बी डिसाइडेड। ਕੰਪਨਸੇਸ਼ਨ ਦੀ ਗੱਲ ਚੱਲਦੀ ਹੈ। ਕੰਪਨਸੇਸ਼ਨ ਕਿਹਨੇ ਲੈਣਾ ਹੈ? ਟੇਨੈਂਟ ਨੇ ਲੈਣਾ ਹੈ। ਕਾਹਦੇ ਲਈ ਲੈਣਾ ਹੈ? ਜਦੋਂ ਕੋਈ ਜ਼ਮੀਨ ਨੂੰ ਉਸਨੇ ਉਹਦੇ ਵਿੱਚ ਕੋਈ ਇੰਪਰੂਵਮੈਂਟਸ ਕੀਤੀਆਂ ਹੋਣ, ਸੁਧਾਰ ਕੀਤੇ ਹੋਣ, ਕੋਈ ਵੇਸਟ ਲੈਂਡ ਪਈ ਸੀ ਉਹਦੀ ਟੈਨੈਂਸੀ ਤੇ ਨਾਲ ਲੱਗਦੀ। ਠੀਕ ਹੈ, ਕਿਸ ਤਰ੍ਹਾਂ ਦੀ ਕੋਈ ਕੰਪਨਸੇਸ਼ਨ ਹੋ ਸਕਦਾ ਹੈ? ਜਦੋਂ ਵੀ ਕਿਸੇ ਦੀ ਐਡਜਸਟਮੈਂਟ ਹੁੰਦੀ ਹੈ ਜਾਂ ਕਿਤੇ ਇਨਹਾਂਸਮੈਂਟ ਦਾ ਕੋਈ ਰੈਂਟ ਪੈਂਦਾ ਹੈ। ਇਨਹਾਂਸਮੈਂਟ ਦਾ ਰੈਂਟ ਇਨਹਾਂਸਮੈਂਟ ਆਫ ਰੈਂਟ ਦਾ ਕੇਸ ਕੌਣ ਫਾਈਲ ਕਰਦਾ ਹੈ? ਇਹ ਫਾਈਲ ਕਰਦਾ ਲੈਂਡਲੌਰਡ ਰੈਵਨਿਊ ਕੋਰਟ ਦੇ ਵਿੱਚ। ਕਦੋਂ ਫਾਈਲ ਕੀਤਾ ਜਾਂਦਾ ਹੈ? ਜਦੋਂ ਲੈਂਡਲੌਰਡ ਕਹਿੰਦਾ ਵੀ ਮੈਂ ਤਾਂ ਜਿਹੜੀ ਜ਼ਮੀਨ ਹੈ ਘੱਟ ਕਿਰਾਏ ਤੇ ਹੈ, ਮੈਂ ਇਹਦੇ 'ਚ ਟਿਊਬਵੈੱਲ ਲਵਾਤਾ, ਮੈਂ ਇਹਦੇ 'ਚ ਕਰਾਹ ਲਗਵਾਤਾ, ਮੈਂ ਇਹਦੇ 'ਤੇ ਖਰਚ ਕਰ ਦਿੱਤਾ, ਜਿਹੜਾ ਕਿਰਾਇਆ ਮੇਰਾ ਪਹਿਲਾਂ ਫਿਕਸ ਹੋਇਆ ਹੋਇਆ ਸੀ ਟੇਨੈਂਟ ਦੇ ਨਾਲ ਉਹ ਘੱਟ ਸੀਗਾ, ਜਿਹੜਾ ਮੇਰੇ ਕਿਰਾਏ ਦੇ 'ਚ ਵਾਧਾ ਕੀਤਾ ਜਾਵੇ। ਠੀਕ ਹੈ, ਦੈਟ ਇਜ਼ ਦਾ ਸੂਟ ਫਾਈਲ ਬਾਈ ਦਾ ਲੈਂਡਲੌਰਡ ਇਨ ਦਾ ਰੈਵਨਿਊ ਕੋਰਟ ਫਾਰ ਦਾ ਇਨਹਾਂਸਮੈਂਟ ਆਫ ਦਾ ਰੈਂਟ। ਦੂਸਰਾ ਹੈਗਾ ਮਾਲਕ ਵੱਲੋਂ ਜਿਹੜਾ ਸੂਟ ਫਾਈਲ ਕੀਤਾ ਜਾਂਦਾ ਹੈ ਫਾਰ ਦਾ ਐਡਜਸਟਮੈਂਟ ਆਫ ਦਾ ਟੇਨੈਂਟ। ਵੀ ਕਿਰਾਏਦਾਰ ਨੇ ਕਿ ਜਿਹੜਾ ਠੇਕੇਦਾਰ ਹੈਗਾ ਜੀ, ਇਹਨੇ ਮੇਰੇ ਪੇਮੈਂਟ ਨਹੀਂ ਦਿੱਤੀ, 2 ਸਾਲ ਦਾ ਜਿਹੜਾ ਮੇਰਾ ਬਕਾਇਆ ਰਹਿੰਦਾ ਇਹਦੇ ਵੱਲ, ਇਹਨੇ ਮੇਰਾ ਮਤਲਬ ਚੁਕੌਤਾ ਨਹੀਂ ਦਿੱਤਾ ਹੈਗਾ, ਜਾਂ ਇਹ ਜ਼ਮੀਨ ਨੂੰ ਸਹੀ ਤਰੀਕੇ ਨਾਲ ਨਹੀਂ ਵਾਹ ਰਿਹਾ। ਰੀਜ਼ਨ ਮੇ ਵੀ ਉਹ ਆਪਾਂ ਅੱਗੇ ਜਾ ਕੇ ਡਿਸਕਸ ਕਰਾਂਗੇ ਕਿਹੜੇ ਕਾਰਨ ਕਰਕੇ ਜਿਹੜਾ ਲੈਂਡਲੌਰਡ ਹੈ ਐਡਜਸਟਮੈਂਟ ਦਾ ਆਰਡਰ ਕਰਵਾ ਸਕਦਾ ਹੈ। ਠੀਕ ਹੈ, ਪਰ ਇਹਦੇ ਵਿੱਚ ਗੱਲ ਇਹ ਹੈ ਆਰਡਰ ਨੰਬਰ 7 ਤਾਂ ਇਹ ਗੱਲ ਕਹਿੰਦਾ ਹੈਗਾ ਵੀ ਜਿਹੜਾ ਹੈਗਾ ਕੁਐਸਚਨ ਆਫ ਕੰਪਨਸੇਸ਼ਨ ਮਸਟ ਬੀ ਡਿਸਾਈਡਡ। ਜਦੋਂ ਕਿਤੇ ਐਡਜਸਟਮੈਂਟ ਦਾ ਕੋਈ ਕੇਸ ਚੱਲਦਾ ਹੋਵੇ, ਐਡਜਸਟਮੈਂਟ ਦਾ ਕੇਸ ਚੱਲਦਾ ਹੋਵੇ, ਟੇਨੈਂਟ ਦੀ ਐਡਜਸਟਮੈਂਟ ਫਾਈਲਡ ਬਾਈ ਦਾ ਰੈਵਨਿਊ, ਫਾਈਲਡ ਬਾਈ ਦਾ ਲੈਂਡਲੌਰਡ, ਜਾਂ ਫਿਰ ਕੋਈ ਇਨਹਾਂਸਮੈਂਟ ਆਫ ਰੈਂਟ ਦਾ ਕੇਸ ਚੱਲਦਾ ਹੋਵੇ, ਫਾਈਲਡ ਬਾਈ ਦਾ ਲੈਂਡਲੌਰਡ ਅਗੇਂਸਟ ਦਾ ਟੇਨੈਂਟ। ਦੋ ਤਰ੍ਹਾਂ ਦੇ ਕੇਸਾਂ ਦੀ ਗੱਲ ਕੀਤੀ ਹੈ ਕੁਐਸਚਨ ਆਫ ਇਹਦੇ ਵਿੱਚ, ਕੁਐਸਚਨ ਆਫ ਕੰਪਨਸੇਸ਼ਨ ਦੇ ਵਿੱਚ ਦੋ ਤਰ੍ਹਾਂ ਦੀ ਗੱਲ ਕੀਤੀ ਹੈ। ਠੀਕ ਹੈ, ਐਡਜਸਟਮੈਂਟ ਦਾ ਕੇਸ ਹੋਵੇ ਜਾਂ ਫਿਰ ਉਹਦੀ ਇਨਹਾਂਸਮੈਂਟ ਆਫ ਰੈਂਟ ਦਾ ਕੇਸ ਹੋਵੇ। ਕਿਰਾਏ ਦੇ ਵਿੱਚ ਵਾਧੇ ਦੀ ਗੱਲ ਕਰਦਾ ਹੈ ਤੇ ਜਾਂ ਫਿਰ ਬੇਦਖਲੀ ਦੀ ਗੱਲ ਕਰਦਾ ਹੈ। ਪੰਜਾਬੀ ਦੇ ਵਿੱਚ ਗੱਲ ਕਰਦੇ ਆ, ਜਾਂ ਬੇਦਖਲੀ ਦਾ ਸੂਟ ਫਾਈਲ ਕੀਤਾ ਹੋਵੇ ਮਾਲਕ ਨੇ, ਜਾਂ ਫਿਰ ਕਿਰਾਏ ਦੇ ਵਿੱਚ ਵਾਧੇ ਦਾ ਸੂਟ ਫਾਈਲ ਕੀਤਾ ਹੋਵੇ ਮਾਲਕ ਨੇ ਟੇਨੈਂਟ ਦੇ ਖਿਲਾਫ, ਤਾਂ ਕੀ ਹੋਏਗਾ? ਜਿੱਥੇ ਕਿਤੇ ਟੇਨੈਂਟ ਵੱਲੋਂ ਕੋਈ ਕੁਐਸਚਨ ਰਾਈਜ਼ ਕੀਤਾ ਜਾਂਦਾ ਹੈ ਕੰਪਨਸੇਸ਼ਨ ਦਾ, ਤਾਂ ਇਹ ਜਿਹੜਾ ਹੈਗਾ ਰੈਵਨਿਊ ਕੋਰਟ ਵੱਲੋਂ ਇਹ ਡਿਸਾਈਡ ਕੀਤਾ ਜਾਵੇਗਾ। ਬਾਕੀ ਇਹਨੂੰ ਇਗਨੋਰ ਹੀ ਕੀਤਾ ਜਾਵੇਗਾ ਇਸ ਫੈਕਟਰ ਨੂੰ, ਬੇਦਖਲੀ ਕਰਨ ਤੋਂ ਪਹਿਲਾਂ ਜਾਂ ਕਿਰਾਇਆ ਵਧਾਉਣ ਤੋਂ ਪਹਿਲਾਂ। ਜਿਹੜਾ ਕੁਐਸਚਨ ਆਫ ਕੰਪਨਸੇਸ਼ਨ ਹੈ ਇਸ ਨੂੰ ਕੰਸੀਡਰ ਕਰਕੇ ਇਸ ਨੂੰ ਡਿਸਾਈਡ ਕੀਤਾ ਜਾਵੇਗਾ। ਮੰਨ ਲਓ ਹੁਣ ਮਾਲਕ ਕਹਿੰਦਾ ਕਿਰਾਇਆ ਵਧਾਓ ਮੇਰਾ, ਉਹਨੇ ਸੂਟ ਫਾਈਲ ਕਰ ਦਿੱਤਾ। ਠੀਕ ਹੈ, ਟੇਨੈਂਟ ਇਹ ਗੱਲ ਕਹਿ ਰਿਹਾ ਵੀ ਮੈਂ ਤਾਂ ਇਹ ਜ਼ਮੀਨ ਤੇ ਖਰਚਾ ਕਰਤਾ ਇੰਨਾ, मैंने ਜ਼ਮੀਨ ਪੱਧਰ ਕਰਾਈ ਹੈ, ਕਰਾਹਾ ਲਗਾਇਆ, ਇੱਥੇ ਖਰਾਬ ਸੀ ਜ਼ਮੀਨ, ਉਪਜਾਊਯੋਗ ਬਣਾਈ ਹੈ ਮੈंने ਇਹ 'ਚ ਮਤਲਬ ਕਿ ਤਰ੍ਹਾਂ ਦੇ ਜਿਹੜੇ ਕੈਮੀਕਲਸ ਪਾ ਕੇ ਹੈ ਜੀ, ਤੇ ਇਸ ਨੂੰ ਉਪਜਾਊ ਕੀਤਾ। ਜੇ ਇਹਦੇ 'ਚ ਹੁਣ ਕਿਰਾਇਆ, ਜੇ ਇਹਦੇ ਵਿੱਚ ਪੈਦਾਵਾਰ ਵੱਧ ਹੋਣ ਲੱਗੀ ਤਾਂ ਇਹਦੇ ਵਿੱਚ ਇਹਦਾ ਤਾਂ ਕੋਈ ਰੋਲ ਨਹੀਂ ਮਾਲਕ ਦਾ, ਰੋਲ ਤਾਂ ਮੇਰਾ ਹੈ, ਮੈंने ਤੇ ਖਰਚ ਕੀਤਾ ਹੈ ਤੇ ਕਿਰਾਇਆ ਕਿਉਂ ਵਧੇ। ਠੀਕ ਹੈ ਜੀ, ਇਹ ਕੁਐਸਚਨ ਜਿਹੜੇ ਹੋਣਗੇ ਇਹ ਕੰਪਨਸੇਸ਼ਨ ਦੇ ਹੋਣਗੇ। ਇਹ ਕਿਹਦੇ ਵੱਲੋਂ ਰਾਈਜ਼ ਕੀਤੇ ਜਾਂਦੇ ਨੇ? ਇਹ ਟੇਨੈਂਟ ਵੱਲੋਂ ਰਾਈਜ਼ ਕੀਤੇ ਜਾਂਦੇ ਨੇ। ਇਹਦੇ 'ਚ ਇਹੀ ਗੱਲ ਕਹੀ ਗਈ ਹੈ ਵੀ ਜਿਹੜਾ ਰੈਵਨਿਊ ਆਫਿਸਰ ਹੈ ਜਦੋਂ ਕਿਰਾਇਆ ਵਧਾਉਣ ਦਾ ਕੋਈ ਸੂਟ ਚੱਲ ਰਿਹਾ ਉਹਦੀ ਕੋਰਟ ਦੇ ਵਿੱਚ, ਜਾਂ ਕੋਈ ਐਡਜਸਟਮੈਂਟ ਦਾ ਸੂਟ ਚੱਲ ਰਿਹਾ ਉਹਦੇ ਕੇਸ ਦੇ ਵਿੱਚ, ਇੱਦਾਂ ਤਾਂ ਮੰਨ ਲਓ ਹੁਣ ਉਹਦੀ ਐਡਜਸਟਮੈਂਟ ਦਾ ਕੇਸ ਚੱਲ ਰਿਹਾ ਹੈ
ਫਿਰ ਉੱਥੇ ਟੈਨੈਂਟ ਨੇ ਕਿਹਾ ਵੀ ਮੇਰੀ ਐਡਜਸਟਮੈਂਟ ਤਾਂ ਕਰ ਦਿਓ, ਕੋਈ ਗੱਲ ਨਹੀਂ, ਪਰ ਮੈਂ ਜੋ ਜ਼ਮੀਨ ਤੇ ਖਰਚ ਕੀਤਾ ਹੈ, ਮੈਂ ਜੋ ਕੰਪਨਸੇਸ਼ਨ ਮੇਰਾ ਉਹ ਤਾਂ ਦਿਓ। ਤਾਂ ਇੱਥੇ ਆ ਕੇ ਕੁਐਸਚਨ 7 ਦੇ ਵਿੱਚ, ਇਹ ਆਰਡਰ 7 ਦੇ ਵਿੱਚ ਕਲੀਅਰ ਕੀਤਾ ਗਿਆ ਹੈਗਾ ਸਟੈਂਡਿੰਗ ਆਰਡਰ ਦੇ ਵਿੱਚ, ਵੀ ਜੇ ਕਿਤੇ ਕਿਸੇ ਕਿਰਾਏਦਾਰ ਨੂੰ ਉਹਦੀ ਐਡਜਸਟਮੈਂਟ ਕੀਤੀ ਜਾਣੀ ਹੈ ਜਾਂ ਕਿਰਾਏ ਦੇ ਵਿੱਚ ਵਾਧਾ ਕੀਤੇ ਜਾਣ ਦੀ ਗੱਲ ਹੈਗੀ ਹੈ, ਤਾਂ ਉਹਦੇ ਵੱਲੋਂ ਖਰਚ ਕੀਤੇ ਗਏ ਪੈਸੇ ਜਿਹੜੇ ਕੰਪਨਸੇਸ਼ਨ ਹੈ, ਉਹ ਕੁਐਸਚਨ ਨੂੰ ਬਕਾਇਦਾ ਤੌਰ ਤੇ ਡਿਸਾਈਡ ਕਰਨਾ ਹੈ, ਰੋਂਗ ਔਰ ਰਾਈਟ। ਠੀਕ ਹੈ, ਟੈਨੈਂਟ ਗਲਤ ਕਹਿ ਰਿਹਾ ਹੈ ਜਾਂ ਸਹੀ ਕਹਿ ਰਿਹਾ ਹੈ, ਜਾਂ ਉਸ ਨੂੰ ਕਲੀਅਰ ਕਰਨਾ ਹੈ, ਸਪੈਸੀਫਾਈ ਕਰਨਾ ਹੈ। ਸਪੈਸੀਫਾਈ ਕਰਕੇ ਹੀ ਫਿਰ ਜਿਹੜਾ ਫਰਦਰ ਹੈਗਾ, ਜੇ ਤੁਸੀਂ ਡਿਸਾਈਡ ਕਰਨਾ ਹੈ ਉਹ ਜਿਹੜਾ ਕੇਸ ਦਾ ਫੈਸਲਾ ਹੈ, ਤਦ ਕਰਨਾ ਹੈ, ਪਹਿਲਾਂ ਇਸ ਕੁਐਸਚਨ ਨੂੰ ਜ਼ਰੂਰ ਡਿਸਾਈਡ ਕਰਨਾ। ਠੀਕ ਹੈ ਜੀ, ਕੁਐਸਚਨ ਆਰਡਰ ਨੰਬਰ 7 ਇੰਨੀ ਗੱਲ ਕਹਿੰਦਾ ਹੈਗਾ ਵੀ ਕੁਐਸਚਨ ਆਫ ਕੰਪਨਸੇਸ਼ਨ ਸ਼ੁੱਡ ਬੀ ਡਿਸਾਈਡਡ ਬਾਈ ਦਾ ਰੈਵਨਿਊ ਕੋਰਟ। ਸਾਰੇ ਪੁਆਇੰਟਸ ਕੰਸੀਡਰ ਕਰਕੇ ਉਸ ਨੂੰ ਡਿਸਾਈਡ ਕਰਨਾ ਹੈਗਾ। ਨੈਕਸਟ ਹੈ ਜੀ ਆਰਡਰ ਨੰਬਰ 8। ਆਰਡਰ ਨੰਬਰ 8 ਦੇ ਵਿੱਚ ਕੀ ਹੈ? ਡਿਕਰੀ ਨਾਟ ਟੂ ਬੀ ਐਗਜ਼ੀਕਿਊਟਡ ਟਿਲ ਕੰਪਨਸੇਸ਼ਨ ਪੇ। ਦੇਖੋ ਆਪਾਂ ਉੱਪਰ ਵੀ ਡਿਸਾਈਡ ਕੀਤਾ ਸੀਗਾ, ਮੰਨ ਲਓ ਕੋਈ ਡਿਗਰੀ ਆ ਗਈ ਐਡਜਸਟਮੈਂਟ ਦੀ, ਪਾਸ ਹੋ ਕੇ ਏਸੀ ਫਸਟ ਗ੍ਰੇਡ ਕੋਲੋਂ ਆ ਗਈ, ਜਾਂ ਕਿਸੇ ਕੋਰਟ ਵੱਲੋਂ ਹੋਰ ਵੱਲੋਂ ਆ ਗਈ, ਸਿਵਲ ਕੋਰਟ ਵੱਲੋਂ ਕੋਈ ਡਿਗਰੀ ਪਾਸ ਹੋ ਕੇ ਆ ਗਈ ਕਿਸੇ ਟੈਨੈਂਟ ਦੇ ਖਿਲਾਫ। ਇਸ ਤਾਂ ਸਿਵਲ ਕੋਰਟ ਵੱਲੋਂ ਇਹ ਰੈਵਨਿਊ ਕੋਰਟ ਡੀਲ ਕਰਦੀ ਹੈ, ਸਾਰੀਆਂ ਡਿਗਰੀਆਂ ਰੈਵਨਿਊ ਕੋਰਟ ਦੀਆਂ ਹੋਣੀਆਂ ਚਾਹੀਦੀਆਂ ਨੇ, ਪਰ ਮੇਬੀ ਕਿਸੇ ਕੋਲ ਕੋਈ ਡਿਗਰੀ ਪਾਸ ਹੋ ਕੇ ਆ ਗਈ, ਕੋਈ ਆਰਡਰ ਆ ਗਿਆ, ਕਿਸੇ ਕੋਰਟ ਦਾ ਵੀ ਆਰਡਰ ਆ ਗਿਆ ਵੀ ਇਸ ਜਿਹੜਾ ਟੈਨੈਂਟ ਹੈ ਇਸ ਨੂੰ ਐਜੈਕਟ ਕੀਤਾ ਜਾਵੇ। ਫਿਰ ਇਹਦੇ ਵਿੱਚ ਆਰਡਰ 8 ਦੇ ਵਿੱਚ ਇਹ ਕਿਹਾ ਗਿਆ ਵੀ ਜਦੋਂ ਤੱਕ ਜਿਹੜਾ ਹੈਗਾ ਮਾਲਕ ਹੈ ਉਹਨੂੰ ਕੰਪਨਸੇਸ਼ਨ ਕੋਈ ਬਣਦਾ ਹੈ, ਜੇ ਕੋਈ ਟੈਨੈਂਟ ਦਾ, ਜੇ ਕੋਈ ਕੰਪਨਸੇਸ਼ਨ ਟੈਨੈਂਟ ਦਾ ਬਣਦਾ ਹੈ, ਉਸਨੇ ਉਸ ਨੂੰ ਕੰਪਨਸੇਸ਼ਨ ਦਵਾ ਕੇ ਹੀ ਡਿਗਰੀ ਜਿਹੜੀ ਹੈਗੀ ਹੈ ਐਗਜ਼ੀਕਿਊਟ ਕੀਤੀ ਜਾਵੇ। ਜਦੋਂ ਤੱਕ ਮਾਲਕ ਵੱਲੋਂ ਕੰਪਨਸੇਸ਼ਨ ਦਾ ਜਿਹੜਾ ਫੈਸਲਾ ਹੈਗਾ ਇਹ ਰੈਵਨਿਊ ਕੋਰਟ ਨੇ ਕਰਨਾ ਹੈ, ਰੈਵਨਿਊ ਕੋਰਟ ਨੇ ਦੇਖਣਾ ਵੀ ਹਾਂ ਬਾਕੀ ਦਾ ਕੋਈ ਕੰਪਨਸੇਸ਼ਨ ਬਣਦਾ ਜਾਂ ਨਹੀਂ ਬਣਦਾ। ਉਹ ਆਪਾਂ ਆਰਡਰ 7 'ਚ ਪੜ੍ਹ ਚੁੱਕੇ ਹਾਂ। ਠੀਕ ਹੈ, ਆਰਡਰ 7 ਦੇ ਮੁਤਾਬਕ ਰੈਵਨਿਊ ਕੋਰਟ ਨੇ ਕਾਰਵਾਈ ਕਰਨੀ ਹੈ, ਪਹਿਲਾਂ ਦੇਖਣਾ ਰੈਵਨਿਊ ਕੋਰਟ ਨੇ ਵੀ ਕੋਈ ਕੰਪਨਸੇਸ਼ਨ ਬਣਦਾ ਹੈ ਜਾਂ ਨਹੀਂ ਬਣਦਾ। ਉਸ ਕੁਐਸਚਨ ਦਾ ਜਿਹੜਾ ਫੈਸਲਾ ਕਰਕੇ ਜੇ ਕੋਈ ਕੰਪਨਸੇਸ਼ਨ ਬਣਦਾ ਹੈ ਤਾਂ ਜਿਹੜੀ ਡਿਗਰੀ ਕੋਈ ਹੈਗੀ ਹੈ, ਕੋਈ ਆਰਡਰ ਹੈ, ਉਹਨੂੰ ਉਹਦੀ ਐਗਜ਼ੀਕਿਊਸ਼ਨ ਕਰਨੀ ਹੈ, ਅਜ਼ਰਾਈ ਕਰਨੀ ਹੈ ਕਿਸੇ ਡਿਗਰੀ ਦੀ, ਉਹ ਤਦ ਹੀ ਕੀਤੀ ਜਾਣੀ ਹੈ ਜੇ ਜਿਹੜਾ ਮਾਲਕ ਹੈਗਾ ਉਹ ਟੈਨੈਂਟ ਨੂੰ ਉਹਦੀ ਕੰਪਨਸੇਸ਼ਨ ਦੇ ਜਿਹੜੇ ਪੈਸੇ ਹੈਗੇ ਆ ਜਿੰਨੇ ਵੀ ਬਣਦੇ ਆ ਉਹ ਪੇ ਕਰੇਗਾ। ਜਦੋਂ ਤੱਕ ਮਾਲਕ ਵੱਲੋਂ ਕੰਪਨਸੇਸ਼ਨ ਦੀ ਜਿਹੜੀ ਅਮਾਊਂਟ ਹੈ ਉਹ ਕਿਰਾਏਦਾਰ ਨੂੰ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਜਿਹੜੀ ਡਿਗਰੀ ਹੈ ਉਹ ਇੰਪਲੀਮੈਂਟ ਐਗਜ਼ੀਕਿਊਸ਼ਨ ਅਜ਼ਰਾਏ। ਠੀਕ ਹੈ, ਸਿੰਪਲ ਜੀ ਗੱਲ, ਜੋ ਆਪਾਂ ਪੰਜਾਬ ਦੀ ਪਿੰਡਾਂ ਦੀ ਭਾਸ਼ਾ 'ਚ ਗੱਲ ਕਰਦੇ ਹਾਂ, ਅਜ਼ਰਾਏ। ਠੀਕ ਹੈ, ਅਜ਼ਰਾਏ ਕੀ ਹੁੰਦੀ ਹੈ? ਅਜ਼ਰਾਏ ਹੋਈ ਹੁੰਦੀ ਹੈ ਜਦੋਂ ਕੋਈ ਡਿਗਰੀ ਪਾਸ ਹੋ ਚੁੱਕੀ ਹੋਵੇ, ਉਸ ਡਿਗਰੀ ਨੂੰ ਲਾਗੂ ਕਰਨਾ ਹੋਵੇ, ਆਪਾਂ ਲਾਗੂ ਕਰਨ ਦੀ ਗੱਲ ਕਰ ਲਈਏ ਜਾਂ ਫਿਰ ਐਗਜ਼ੀਕਿਊਟ ਕਰਨਾ ਹੋਵੇ, ਉਹ ਇੱਕੋ ਚੀਜ਼ ਹੈ। ਲਾਗੂ ਕਰਨਾ ਵੀ ਇੱਕੋ ਗੱਲ ਹੈ, ਅਜ਼ਰਾਏ ਕਰਨਾ ਵੀ ਇੱਕੋ ਗੱਲ ਹੈ, ਐਗਜ਼ੀਕਿਊਸ਼ਨ ਕਰਨੀ ਵੀ ਇੱਕੋ ਗੱਲ ਹੈ। ਠੀਕ ਹੈ ਜੀ, ਡਿਗਰੀ ਲਾਗੂ ਉਦੋਂ ਹੋਏਗੀ, ਡਿਗਰੀ ਐਗਜ਼ੀਕਿਊਟ ਉਦੋਂ ਹੋਏਗੀ ਜਦੋਂ ਕੰਪਨਸੇਸ਼ਨ ਦੀ ਜਿਹੜੀ ਅਮਾਊਂਟ ਹੈਗੀ ਹੈ ਜੋ ਰੈਵਨਿਊ ਆਫੀਸਰ ਨੇ ਤੈਅ ਕੀਤੀ ਹੈ, ਜੋ ਡਿਸਾਈਡ ਕੀਤੀ ਹੈ, ਜਦੋਂ ਤੱਕ ਉਹ ਪੇ ਨਹੀਂ ਕਰਦਾ, ਜੇ ਪੇ ਕਰਨਾ ਤਾਂ ਫਿਰ ਹੀ ਉਸਨੂੰ ਉਹਦੀ ਜਿਹੜੀ ਟੈਨੈਂਸੀ ਹੈ ਉਸ ਤੋਂ ਬੇਦਖਲ ਕੀਤਾ ਜਾਵੇਗਾ। ਦੈਨ ਆਰਡਰ 9 ਹੈਗਾ ਜੀ ਕੰਪਨਸੇਸ਼ਨ ਆਫ ਡਿਸਟਰਬੈਂਸ। ਕੰਪਨਸੇਸ਼ਨ ਆਫ ਡਿਸਟਰਬੈਂਸ ਕੀ ਹੁੰਦੀ ਹੈ? ਦੇਖੋ, ਕੰਪਨਸੇਸ਼ਨ ਆਫ ਡਿਸਟਰਬੈਂਸ ਇਹ ਹੁੰਦਾ ਹੈ, ਮੰਨ ਲਓ 4 ਏਕੜ ਜ਼ਮੀਨ ਸੀ ਜਿਹੜੀ ਕਿਸੇ ਮਾਲਕ ਨੇ ਕਿਸੇ ਕਿਰਾਏਦਾਰ ਨੂੰ ਦਿੱਤੀ ਸੀਗੀ ਬੰਨ ਦੇ ਵਾਹੀ ਵਾਸਤੇ, ਉਹਦੇ ਨਾਲ ਕਿੱਲਾ 1.5 ਕਿੱਲਾ ਜ਼ਮੀਨ ਕੋਈ ਹੋਰ ਪਈ ਸੀਗੀ, ਵੇਸਟ ਲੈਂਡ ਪਈ ਸੀਗੀ ਮਾਲਕ ਦੀ, ਪਰ ਉਹ ਵਾਹੀਯੋਗ ਨਹੀਂ ਹੈਗੀ ਸੀਗੀ, ਉਹ ਝਾੜੀਆਂ ਕੰਡਿਆਲੀ ਠੀਕ ਹੈ ਖੜੀ ਸੀ, ਉੱਚੀ ਨੀਵੀਂ ਵੀ ਹੈਗੀ ਸੀ, ਵਾਹਨ ਦੇ ਯੋਗ ਨਹੀਂ ਸੀ। ਕਿਰਾਏਦਾਰ ਨੇ ਕੀ ਕੀਤਾ, ਉਹ 4 ਏਕੜ ਦੇ ਨਾਲ ਨਾਲ ਆਪਣਾ ਸਮਾਂ ਕੰਜ਼ਿਊਮ ਕਰਕੇ, ਮਿਹਨਤ ਕਰਕੇ, ਪੈਸਾ ਖਰਚ ਕਰਕੇ, ਠੀਕ ਹੈ, ਉਹ ਜਿਹੜੀ 1 ਏਕੜ ਜ਼ਮੀਨ ਨਾਲ ਲੱਗਦੀ ਪਈ ਸੀ, ਵੇਸਟ ਲੈਂਡ ਪਈ ਸੀ, ਉਹਨੂੰ ਵੀ ਆਪਣੀ ਟੈਨੈਂਸੀ ਦੇ ਵਿੱਚ ਰਲਾ ਲਿਆ। ਠੀਕ ਹੈ ਜੀ, ਮਤਲਬ ਉਸ ਜ਼ਮੀਨ ਨੂੰ ਵੀ ਵਾਹੀਯੋਗ ਬਣਾ ਲਿਆ ਜਿਹੜੀ ਉਹਦੇ ਨਾਲ ਲੱਗਦੀ ਪਈ ਸੀ। ਤੇ ਇੱਥੇ ਆ ਕੇ ਫਿਰ ਗੱਲ ਆ ਜਾਂਦੀ ਹੈ ਵੀ ਜਿਹੜੀ ਜ਼ਮੀਨ ਦਾ ਦਿੱਤੀ ਸੀ ਉਹਨੂੰ 4 ਕਿੱਲੇ, ਤੇ ਉਹਨੇ ਕੀ ਕੀਤਾ, ਉਹਨੇ ਕਿੱਲਾ ਜ਼ਮੀਨ ਜਿਹੜੀ ਵੇਸਟ ਪਈ ਸੀਗੀ ਉਹਨੂੰ ਵਾਹੀਯੋਗ ਬਣਾ ਲਿਆ, ਕਲਟੀਵੇਸ਼ਨ ਯੋਗ ਬਣਾ ਲਿਆ। ਤਾਂ ਇੱਥੇ ਜਦੋਂ ਕਿਤੇ ਗੱਲ ਆ ਜਾਂਦੀ ਹੈ ਉਹਦੀ ਫਿਰ ਐਡਜਸਟਮੈਂਟ ਦੀ, ਉਪਰਲੇ ਸੈਕਸ਼ਨਾਂ ਦੇ ਵਿੱਚ ਜਦੋਂ ਮਾਲਕ ਕੋਈ ਕਿਰਾਏਦਾਰ ਦੀ ਗੱਲ ਕਰਦਾ ਹੈ
ਕਿਰਾਏਦਾਰ ਨੂੰ ਐਡਜਸਟਮੈਂਟ ਕਰਨ ਦੀ ਗੱਲ ਕਰਦਾ ਹੈ ਜਾਂ ਰੈਂਟ ਵਧਾਉਣ ਦੀ ਗੱਲ ਕਰਦਾ ਹੈ, ਤਾਂ ਇੱਥੇ ਆ ਕੇ ਜਿਹੜਾ ਟੈਨੈਂਟ ਹੈ ਆਪਣਾ ਉਹ ਆਬਜੈਕਸ਼ਨ ਰੇਜ਼ ਕਰ ਸਕਦਾ ਹੈ। ਕਾਹਦਾ ਆਬਜੈਕਸ਼ਨ ਰੇਜ਼ ਕਰ ਸਕਦਾ ਹੈ? ਵੀ ਮੈਂ ਤੇਰੀ ਜਿਹੜੀ ਆਹ ਨਾਲ ਲੱਗਦੀ ਜ਼ਮੀਨ ਪਈ ਸੀਗੀ, ਮੈਂ ਇਹਨੂੰ ਵਾਹੀਯੋਗ ਬਣਾਇਆ ਹੈ, ਠੀਕ ਹੈ, ਕਿਰਾਏ ਦੇ ਵਿੱਚ ਵਾਧਾ ਨਹੀਂ ਹੋਣਾ ਚਾਹੀਦਾ, ਕਿਉਂਕਿ ਮੇਰਾ ਇਹਦੇ ਤੇ ਆਲਰੇਡੀ ਪੈਸਾ ਖਰਚ ਹੋ ਚੁੱਕਿਆ ਹੈ। ਤੇ ਇਹ ਜਿਹੜਾ ਪੁਆਇੰਟ ਹੈਗਾ ਇਹ ਰੈਵਨਿਊ ਕੋਰਟ ਨੂੰ ਦੇਖਣਾ ਹੋਏਗਾ ਵੀ ਬਾਕੀ ਇਹਦੇ ਤੇ ਜਿਹੜਾ ਕਿਰਾਏਦਾਰ ਹੈ ਉਹਦਾ ਕੋਈ ਖਰਚਾ ਹੋਇਆ ਹੈ। ਜੇ ਖਰਚਾ ਹੋਇਆ ਤਾਂ ਰੈਂਟ ਦਾ ਜਿਹੜਾ ਦਾਵਾ ਹੈਗਾ ਉਹਦੇ ਵਿੱਚ ਇਹ ਜਿਹੜਾ ਪੁਆਇੰਟ ਹੈ ਉਹ ਡਿਸਾਈਡ ਕੀਤਾ ਜਾਵੇਗਾ। ਵੇਸਟ ਲੈਂਡ ਜੇ ਕਲਟੀਵੇਸ਼ਨ ਜੋ ਬਣਾਈ ਹੈ ਉਸਨੇ ਕਿਰਾਏਦਾਰ ਨੇ, ਤਾਂ ਇਹ ਜਿਹੜਾ ਪੁਆਇੰਟ ਹੈਗਾ ਇਹ ਰੈਵਨਿਊ ਕੋਰਟ ਵੱਲੋਂ ਦੇਖਿਆ ਜਾਏਗਾ, ਕੰਸੀਡਰ ਕੀਤਾ ਜਾਏਗਾ, ਤੇ ਇਹਦਾ ਜਿਹੜਾ ਬੈਨੀਫਿਟ ਮਿਲੇਗਾ ਉਹ ਮਿਲੇਗਾ ਟੈਨੈਂਟ। ਠੀਕ ਹੈ, ਮਤਲਬ ਕਿ ਜਿਹੜੀ ਕੰਪਨਸੇਸ਼ਨ ਹੈਗੀ ਹੈ, ਜੇ ਐਡਜਸਟਮੈਂਟ ਹੁੰਦੀ ਹੈ ਤਾਂ ਜਿਹੜੀ ਇਹਦੀ ਕੰਪਨਸੇਸ਼ਨ ਹੈ ਉਹ ਜਿਹੜਾ ਟੈਨੈਂਟ ਹੈਗਾ ਉਹ ਲੈਣ ਦਾ ਹੱਕਦਾਰ ਹੈਗਾ। ਜਿੰਨਾ ਪੈਸਾ ਉਹਦਾ ਇਹ ਵੇਸਟ ਲੈਂਡ ਤੇ ਖਰਚ ਹੋਇਆ ਉਹ ਜਿਹੜਾ ਪੇਮੈਂਟ ਹੈ ਉਹਦੀ ਕੰਪਨਸੇਸ਼ਨ ਦੇ ਰੂਪ ਦੇ ਵਿੱਚ ਜੋ ਕੋਰਟ ਡਿਸਾਈਡ ਕਰੇਗੀ ਉਹ ਟੈਨੈਂਟ ਨੂੰ ਦੇ ਕੇ ਹੀ ਉਹਦੀ ਜਜਮੈਂਟ ਕੀਤੀ ਜਾਵੇਗੀ। ਨੈਕਸਟ ਅਸੀਂ ਪੜ੍ਹਦੇ ਹਾਂ ਆਰਡਰ ਨੰਬਰ 10 ਸਕੇਲ ਆਫ ਕੰਪਨਸੇਸ਼ਨ। ਇਹ ਕਹਿੰਦੇ ਵੀ ਕੰਪਨਸੇਸ਼ਨ ਕਿੰਨਾ ਹੋਣਾ ਚਾਹੀਦਾ ਹੈ, ਠੀਕ ਹੈ, ਇਹਦੀ ਕੀ ਸਕੇਲ ਹੋਏਗੀ, ਇਹਦੇ ਰਿਗਾਰਡਿੰਗ ਇਹ ਦੱਸਿਆ ਗਿਆ ਇਸ ਆਰਡਰ ਨੰਬਰ 10 ਦੇ ਵਿੱਚ। ਇਹ ਦੱਸਿਆ ਗਿਆ ਵੀ ਤੁਸੀਂ ਜਿਹੜਾ ਟੈਨੈਂਸੀ ਐਕਟ ਹੈਗਾ ਸੈਕਸ਼ਨ 69 ਟੈਨੈਂਸੀ ਐਕਟ ਦੀ ਸੈਕਸ਼ਨ 69, ਠੀਕ ਹੈ, ਉਹਦੇ ਵਿੱਚ ਇਹ ਦਿਖਾਇਆ ਗਿਆ ਹੈਗਾ ਵੀ ਇਹਦੀ ਸਕੇਲ ਕਿੰਨੀ ਹੋਏਗੀ। ਤੁਸੀਂ ਉਹਨੂੰ ਮੰਦੇ ਨਜ਼ਰ ਰੱਖਦੇ ਹੋਏ, ਉਹਨੂੰ ਕੰਸੀਡਰ ਕਰਦੇ ਹੋਏ ਜਿਹੜਾ ਹੈਗਾ ਇਹਦਾ ਜਿਹੜਾ ਕੰਪਨਸੇਸ਼ਨ ਹੈਗੀ ਉਹਦੀ ਸਕੇਲ ਨਿਯਤ ਕਰੋਗੇ। ਠੀਕ ਹੈ, ਅੱਗੇ ਹੈਗਾ ਜੀ ਆਰਡਰ ਨੰਬਰ 11 ਡਿਕਰੀ ਸੂਟਸ ਕਾਈਂਡ ਰੈਂਟ। ਜਿੱਥੇ ਕਿਤੇ ਮੰਨ ਲਓ ਕਾਈਂਡ ਰੈਂਟ ਦੀ ਗੱਲ ਆ ਜਾਂਦੀ ਹੈ, ਮਤਲਬ ਬਟਾਈ, ਜਿਵੇਂ ਆਪਾਂ ਕਹਿ ਲਈਏ ਬਟਾਈ, ਤਿਹਾਈ, ਗਲਾ, ਨੀਰਾ, ਤੁਸੀਂ ਆਪਣੀਆਂ ਬੁੱਕਸ ਪੜ੍ਹਦੇ ਹੋਵੇ। ਡਿਲੀਟ ਨਹੀਂ ਹੋ ਗਿਆ ਸਾਡੇ ਕੋਲ 11 ਹੈ ਜੀ, ਸਾਡੇ ਕੋਲ ਜਿਹੜਾ ਪਿੰਡ ਕਿਤੇ ਵਿੱਚ ਡਿਲੀਟ ਹੈ ਸਰ। 11 ਨੰਬਰ ਡਿਲੀਟ ਹੈ ਜੀ, 12 ਨੰਬਰ ਹੈ। ਚਲੋ ਹਾਂ 12 ਨੰਬਰ ਕਰ ਲਈਏ ਆਪਾਂ, 11 ਡਿਲੀਟ ਹੋ ਚੁੱਕਿਆ, 12 ਨੰਬਰ ਦੀ ਗੱਲ ਕਰ। 12 ਜਿਹੜਾ ਆਰਡਰ ਹੈਗਾ ਇਹ ਗੱਲ ਕਰਦਾ ਹੈ ਡਿਕਰੀ ਸੂਟਸ ਫॉर द एरियाज ऑफ काइंड रेंट। काइंड रेंट ਦੀ ਗੱਲ ਕਰਦੇ ਆਪਾਂ। ਕਾइंड रेंट ਦੇਖੋ ਸਿੰਪਲ ਜਿਹਾ ਵਰਡ ਹੈਗਾ ਕਾइंड रेंट, ਕਿਸਮ ਦੇ ਵਿੱਚ ਜੋ ਕਿਰਾਏਦਾਰ ਨੇ ਬੀਜਿਆ ਸੀ, ਠੀਕ ਹੈ, ਉਹਦੇ ਮੁਤਾਬਕ ਉਸ ਨੂੰ ਉਹਦੀ ਫਸਲ ਦੇ ਵਿੱਚੋਂ ਫਸਲ ਮਿਲਣੀ, ਠੀਕ ਹੈ। ਸਾਲ ਵੀ ਨਹੀਂ ਬੰਦਾ ਹੈ ਜੀ, ਕਾइंड रेंट ਮੰਨ ਲਓ ਹੁਣ ਕਿਸੇ ਕਿਰਾਏਦਾਰ ਨੇ, ਕਿਸੇ ਠੇਕੇਦਾਰ ਨੇ 2 ਸਾਲ ਤੋਂ 3 ਸਾਲ ਤੋਂ 4 ਸਾਲ ਤੋਂ ਜਿਹੜਾ ਹੈਗਾ ਮਾਲਕ ਨੂੰ ਕਿਰਾਇਆ ਨਹੀਂ ਦਿੱਤਾ, ਨਾ ਫਸਲ ਦਿੱਤੀ, ਨਾ ਕੋਈ ਪੈਸਾ ਦਿੱਤਾ, ਨਾ ਕੁਝ ਹੋਰ ਦਿੱਤਾ, ਪਰ ਜਿਹੜਾ ਉਹਦਾ ਐਗਰੀਮੈਂਟ ਹੋਇਆ ਹੋਇਆ ਸੀਗਾ ਉਹ ਕਾइंड रेंट ਜਿਹੜੀ ਫਸਲ ਬੀਜੇਗਾ ਉਹਦੇ ਵਿੱਚੋਂ ਉਸ ਨੂੰ ਹਿੱਸਾ ਮਿਲਣਾ ਸੀਗਾ। ਕਣਕ ਬੀਜੀ ਕਣਕ ਚੋਂ ਹਿੱਸਾ, ਜੀਰੀ ਬੀਜੀ ਜੀਰੀ ਚੋਂ ਹਿੱਸਾ, ਕਿੰਨਾ ਹਿੱਸਾ ਉਹ ਜੋ ਉਹਨਾਂ ਨੇ ਐਗਰੀਮੈਂਟ ਕੀਤਾ ਹੋਇਆ ਆਪਣਾ ਉਹਦੇ ਅਕੋਰਡਿੰਗ ਹਿੱਸਾ ਮਿਲਣਾ ਸੀ। ਪਰ ਕੁਝ ਸਮੇਂ ਤੋਂ, ਸਾਲ 2 ਸਾਲ ਜਾਂ 3 ਸਾਲ ਤੋਂ ਜਿਹੜਾ ਹੈਗਾ ਕਿਰਾਏਦਾਰ ਹੈਗਾ ਉਸਨੂੰ ਮਾਲਕ ਨੂੰ ਕਿਰਾਇਆ ਨਹੀਂ ਦੇ ਰਿਹਾ, ਹਿੱਸਾ ਨਹੀਂ ਦੇ ਰਿਹਾ। ਇਸ ਕਰਕੇ ਜਿਹੜਾ ਮਾਲਕ ਹੈਗਾ ਉਹ ਕੋਰਟ ਦੇ ਵਿੱਚ ਗਿਆ, ਕੋਰਟ ਦੇ ਵਿੱਚ ਉਸਨੇ ਸੂਟ ਫਾਈਲ ਕੀਤਾ, ਠੀਕ ਹੈ, ਡਿਕਰੀ ਲੈਣ ਦੇ ਲਈ। ਆਪਾਂ ਇਹ ਸੈਕਸ਼ਨ 12 ਪੜ੍ਹ ਰਹੇ ਹਾਂ, ਡਿਕਰੀ ਸੂਟਸ ਕਾइंड रेंट, ਡਿਕਰੀ ਇਨ ਸੂਟਸ ਫॉर द एरियाज ऑफ द काइंड रेंट। ਏਰੀਅਰ ਦੀ ਗੱਲ ਕਰ ਰਹੇ ਹਾਂ ਇੱਥੇ ਅਸੀਂ। ਏਰੀਅਰ ਕਦੋਂ ਕ੍ਰੀਏਟ ਹੁੰਦਾ ਹੈ? ਜਦੋਂ ਕੋਈ ਪਿਛਲਾ ਬਕਾਇਆ ਰਹਿ ਗਿਆ ਹੋਵੇ ਕਿਸੇ ਠੇਕੇਦਾਰ ਵੱਲ, ਠੀਕ ਹੈ। ਤਾਂ ਜਿਹੜਾ ਹੈਗਾ ਏਰੀਅਰ ਦੇ ਲਈ, ਏਰੀਅਰ ਲੈਣ ਦੇ ਲਈ ਮਾਲਕ ਵੱਲੋਂ ਦਾਵਾ ਪਾਇਆ ਜਾਂਦਾ ਹੈ ਟੈਨੈਂਟ ਦੇ ਖਿਲਾਫ ਕੰਸਰਨ ਕੰਪੀਟੈਂਟ ਕੋਰਟ ਦੇ ਵਿੱਚ। ਇਹਦੇ ਲਈ ਕੀ ਹੋਏਗਾ? ਜਦੋਂ ਮਾਲਕ ਦਾਵਾ ਪਾਏਗਾ ਤਾਂ ਮਾਲਕ ਨੇ ਕੀ ਕਰਨਾ ਹੈ? ਆਪਣੀ ਜਿਹੜੀ ਐਪਲੀਕੇਸ਼ਨ ਹੈ ਸੂਟ ਫਾਈਲ ਕਰਨਾ ਹੈ। ਸੂਟ ਦੇ ਨਾਲ ਕੀ ਕਰੇਗਾ? ਉਹ ਪਟਵਾਰੀ ਹਲਕਾ ਤੋਂ ਕੰਸਰਨਡ ਜਿੰਨਾ ਸਮਾਂ ਤੋਂ ਉਸ ਨੂੰ ਕਿਰਾਇਆ ਨਹੀਂ ਮਿਲਿਆ ਉਸ ਸਮੇਂ ਦੀ ਜਮ੍ਹਾਂਬੰਦੀ, ਉਸ ਸਮੇਂ ਦੀ ਗਿਰਦਾਵਰੀ, ਜਿਸ ਤੋਂ ਇਹ ਸਾਬਤ ਹੋਵੇ ਵੀ ਇਸਨੇ ਫਸਲ ਕਿਹੜੀ ਬੀਜੀ ਸੀਗੀ, ਠੀਕ ਹੈ, ਉਹ ਤੇ ਨਾਲ ਹੀ ਜਿਹੜੀ ਜਮ੍ਹਾਂਬੰਦੀ ਦੇ ਖਾਨਾ ਕੈਫੀਅਤ ਦੇ ਵਿੱਚ ਲਿਖਿਆ ਗਿਆ ਹੈਗਾ ਵੀ ਇਹ ਕਾइंड रेंट ਵਗੈਰਾ ਕੁਝ ਵੀ ਹੁਣ ਪਾਰਟੀ ਨੇ ਆਪਸ 'ਚ ਲਿਖਿਆ ਤੈਅ ਕੀਤਾ ਸੀ, ਉਹਦੀ ਕੋਈ ਰਫਟ ਪਈ ਹੀ ਹੋਵੇ, ਰੋਜ਼ਾਨਾ 'ਚ ਰਫਟ ਪਾ ਕੇ ਜਦੋਂ ਪਾਰਟੀਆਂ ਦਾ ਆਪਸ ਕੋਈ ਐਗਰੀਮੈਂਟ ਹੋਇਆ ਸੀ ਉਹਦਾ ਕੋਈ ਹਵਾਲਾ ਆਇਆ ਹੋਇਆ ਹੋਵੇ ਜਮ੍ਹਾਂਬੰਦੀ ਦੇ ਵਿੱਚ, ਠੀਕ ਹੈ, ਉਹ ਸਾਰੇ ਡਾਕੂਮੈਂਟ ਲਾ ਕੇ ਕੋਰਟ ਦੇ ਵਿੱਚ ਜਿਹੜਾ ਹੈਗਾ ਸੂਟ ਫਾਈਲ ਕੀਤਾ ਜਾਵੇਗਾ। ਤੇ ਨਾਲ ਕੀ ਹੈਗਾ, ਕਿਹੜੇ ਪੁਆਇੰਟਸ ਜਿਹੜੇ ਹੈਗੇ ਆ ਉਹ ਫੋਲੋ ਕੀਤੇ ਜਾਣਗੇ। ਉਹ ਪੁਆਇੰਟਸ ਕੀ ਹੋਏਗਾ? ਸਭ ਤੋਂ ਪਹਿਲਾਂ ਦੇਖਿਆ ਜਾਏਗਾ ਏਰੀਆ,
ਅੰਡਰ ਈਚ ਕਾਈਂਡ ਆਫ ਕ੍ਰੌਪ ਗਰੋਨ ਹਾਰਵੈਸਟ। ਹਰ ਫਸਲ ਤੇ ਹਰ ਛਮਾਈ ਦੇ ਮਤਲਬ ਕਹਿ ਲਈਏ ਕਿੰਨੀ ਏਰੀਆ ਦੇ ਵਿੱਚ ਕਿਹੜੀ ਫਸਲ ਬੀਜੀ ਗਈ ਸੀ, ਉਹ ਸਪੈਸੀਫਾਈ ਕਰੇਗਾ ਆਪਦੀ ਉਹਦੇ ਵਿੱਚ ਸੂਟ ਦੇ ਵਿੱਚ। ਠੀਕ ਹੈ, ਹਰ ਫਸਲ ਦੇ ਵਿੱਚ ਸੌਣੀ ਹਾੜੀ ਕਿੰਨੇ ਰਕਬੇ ਦੇ ਵਿੱਚ ਕਿਹੜੀ ਫਸਲ ਬੀਜੀ ਗਈ ਸੀ। ਇੱਕ ਤਾਂ ਇਹ ਸਪੈਸੀਫਾਈ ਕਰੇਗਾ ਮਾਲਕ ਆਪਣੇ ਸੂਟ ਦੇ ਵਿੱਚ। ਦੂਜਾ ਅਪਰੋਕਸੀਮੇਟ ਗ੍ਰੋਸ ਆਊਟਰਨ ਵੀ ਟੋਟਲ ਕਿੰਨੀ ਫਸਲ ਬਣ ਗਈ ਉਹਦੀ, ਜਿੰਨੀ ਦੇਰ ਤੋਂ ਉਹਨੂੰ ਪੈਸਾ ਨਹੀਂ ਮਿਲਿਆ ਹੈਗਾ, ਰੈਂਟ ਨਹੀਂ ਮਿਲਿਆ ਹੈਗਾ। ਟੋਟਲ ਆਊਟਰਨ ਕਿੰਨੀ ਹੋ ਗਈ, ਮਤਲਬ ਕੁੱਲ ਪੈਦਾਵਾਰ। ਆਊਟਰਨ ਦਾ ਮਤਲਬ ਇੱਥੇ ਪੈਦਾਵਾਰ ਹੈਗਾ। ਟੋਟਲ ਆਊਟਰਨ ਕਿੰਨੀ ਹੋ ਗਈ, ਅਪਰੋਕਸੀਮੇਟ ਗ੍ਰੋਸ। ਦੈਨ ਹੈਗਾ ਸ਼ੇਅਰ ਆਫ ਦਾ ਪ੍ਰੋਡਿਊਸ ਆਫਟਰ ਡਿਡਕਟਿੰਗ ਕਮਿਆਨਾ ਐਂਡ ਰੀਪਰਸ ਡਿਊ। ਖਰਚੇ ਕੱਢ ਕੇ ਕੰਮ ਕਰਨ ਵਾਲੇ ਬੰਦਿਆਂ ਦੇ, ਕਟਾਈ ਵਗੈਰਾ ਦੇ, ਰੀਪਿੰਗ ਕਰਨ ਦੇ ਜਿਹੜੇ ਖਰਚੇ ਕੱਢ ਕੇ ਬਾਕੀ ਜਿਹੜੀ ਫਸਲ ਹੈਗੀ ਆ ਗ੍ਰੋਸ ਕਿੰਨੀ ਬਚ ਗਈ। ਠੀਕ ਹੈ, ਸ਼ੇਅਰ ਆਫ ਦਾ ਪ੍ਰੋਡਿਊਸ। ਦੈਨ ਹੈਗਾ ਉਹਦੀ ਕੀਮਤ ਕਿੰਨੀ ਬਣਦੀ ਹੈ। ਮਤਲਬ ਕਹਿਣ ਦਾ ਭਾਵ ਹੈ ਵੀ ਸਾਰਾ ਕੁਝ ਡਿਟੇਲ ਦਿਖਾ ਕੇ ਉਸ ਤੋਂ ਉਹ ਸਾਬਤ ਕਰੇਗਾ ਵੀ ਮੇਰੀ ਇੰਨੀ ਪੇਮੈਂਟ ਬਣਦੀ ਸੀ, ਟੋਟਲ ਪੇਮੈਂਟ ਇੰਨੀ ਬਣਦੀ ਸੀਗੀ ਤੇ ਮੇਰਾ ਹਿੱਸਾ ਇੰਨਾ ਬਣਦਾ ਸੀਗਾ, ਇਹ ਮੈਨੂੰ ਦਵਾਇਆ ਜਾਵੇ। ਦ ਪ੍ਰਾਈਸ ਐਟ ਵਿਚ ਦ ਲੈਂਡਲੋਰਡ ਸ਼ੇਅਰ ਸ਼ੁੱਡ ਬੀ ਕਮਿਊਟਡ, ਵੀ ਕਮਿਊਟ ਕਰਕੇ ਸਾਰਾ ਹੈਗਾ ਇਨਫੋਰਮੇਸ਼ਨ ਹੈ ਉਹ ਦੇਗਾ ਆਪਦੇ ਸੂਟ ਦੇ ਵਿੱਚ। ਇਹਦੇ ਨਾਲ ਕੀ ਹੋਏਗਾ ਦੇਖੋ, ਕੈਨ ਬੀ ਓਬਟੇਨ ਫਰੋਮ ਦਾ ਖਸਰਾ। ਇਹ ਜਿਹੜੇ ਪੁਆਇੰਟਸ ਨੇ ਚਾਰੇ ਉੱਪਰਲੇ, ਇਹ ਚਾਰੇ ਪੁਆਇੰਟ ਕਿੱਥੋਂ ਲਏ ਗਏ। ਪਹਿਲਾ ਜਿਹੜਾ ਇਹ ਹੈ ਪੁਆਇੰਟ, ਇਹ ਪੁਆਇੰਟ ਖਸਰਾ ਗਜ਼ਾ ਤੋਂ ਲਿਆ ਜਾ ਸਕਦਾ ਹੈ। ਕਿਹੜੀ ਕਿਹੜੀ ਸਾਲ ਦੇ ਵਿੱਚ, ਕਿਹੜੇ ਕਿਹੜੇ ਨੰਬਰ ਖਸਰਾ ਦੇ ਵਿੱਚ ਕਿਹੜੀ ਕਿਹੜੀ ਫਸਲ ਬੀਜੀ ਗਈ ਸੀ। ਠੀਕ ਹੈ, ਇਸ ਨਾਲ ਇਹ ਕਿਹਾ ਗਿਆ ਵੀ ਜੇ ਕਿਤੇ ਖਰਾਬਾ ਹੋਵੇ ਤਾਂ ਉਹਨੂੰ ਕੰਸੀਡਰ ਨਹੀਂ ਕਰਨਾ। ਓਨਲੀ ਜਿਹੜੀ ਫਸਲ ਹੈ ਜਿਹਦੀ ਪੱਕ ਕੇ ਤਿਆਰ ਹੋਈ ਹੈ ਪ੍ਰੋਪਰ, ਉਹੀ ਫਸਲ ਲੈਣੀ ਹੈ। ਤੇ ਬਾਕੀ ਜਿਹੜੀ ਫਸਲ ਦੇ ਖਰਾਬਾ ਜਿਹੜੇ ਨੰਬਰ ਖਸਰਾਂ ਦੇ ਵਿੱਚ ਹੋਇਆ ਉਹ ਕੰਸੀਡਰ ਨਹੀਂ ਕਰਨਾ ਹੈਗਾ ਜਦੋਂ ਇਦਾਂ ਦਾ ਤੁਸੀਂ ਟੇਬਲ ਬਣਾਉਣਾ ਹੈਗਾ। ਜਿਹੜਾ ਸੀ ਪੁਆਇੰਟ ਹੈਗਾ ਇਹ ਜਮਾਂ ਦੀ ਤੋਂ ਲਿਆ ਜਾਏਗਾ। ਸੀ 'ਚ ਕੀ ਹੈਗਾ, ਸ਼ੇਅਰ ਆਫ ਦਾ ਪ੍ਰੋਡਿਊਸ ਆਫਟਰ ਡਿਡਕਟਿੰਗ ਹਿੱਸਾ। ਉਸ ਮਤਲਬ ਜਦੋਂ ਐਗਰੀਮੈਂਟ ਕੀਤਾ ਉਦੋਂ ਕੋਈ ਖਾਨਾ ਕੈਫੇ ਦੇ ਵਿੱਚ ਕੋਈ ਨੋਟ ਦਿੱਤਾ ਹੋਏਗਾ ਵੀ ਰੈਂਟ ਕਿੰਨਾ ਦਿੱਤਾ ਜਾਣਾ ਹੈ ਮਾਲਕ ਨੂੰ ਕਿਰਾਏਦਾਰ ਵੱਲੋਂ। ਜਿਹੜੀ ਇਨਫੋਰਮੇਸ਼ਨ ਹੈਗੀ ਪੁਆਇੰਟ ਸੀ ਦੇ ਬੀ ਤੇ ਸੀ ਦੇ ਵਿੱਚ, ਇਹ ਕਿੱਥੋਂ ਲਈ ਜਾਏਗੀ, ਬੀ ਤੇ ਡੀ ਦੇ ਵਿੱਚ ਵਿਲ ਬੀ ਫਾਊਂਡ ਇਨ ਪੈਰਾਗ੍ਰਾਫ 807 808 ਆਫ ਦਾ ਲੈਂਡ ਐਡਮਿਨਿਸਟ੍ਰੇਸ਼ਨ ਮੈਨੂਅਲ ਕਿਹਾ ਇਸ ਨੇ। ਜਿਹੜੇ ਆਹ ਪੁਆਇੰਟ ਤੁਸੀਂ ਦੋ ਡਿਸਾਈਡ ਕਰਨੇ ਨੇ, ਬੀ ਤੇ ਡੀ ਅਪਰੋਕਸੀਮੇਟ ਗ੍ਰੋਸ ਆਊਟਰਨ ਕਿੰਨੀ ਹੋਏਗੀ ਹੈ ਜੀ। ਇਹ ਜਿਹੜੇ ਹੁੰਦੇ ਨੇ ਮਿਆਰ ਪੈਦਾਵਾਰ, ਮਿਆਰ ਝਾੜ ਪੈਦਾਵਾਰ, ਇੱਦਾਂ ਦੀਆਂ ਜਿਹੜੇ ਪੁਆਇੰਟਸ ਹੁੰਦੇ ਨੇ ਐਗਰੀਕਲਚਰ ਡਿਪਾਰਟਮੈਂਟ ਤੋਂ ਲੈਂਦੇ ਹਾਂ ਅਸੀਂ ਅੱਜ ਦੀ ਡੇਟ ਦੇ ਵਿੱਚ, ਜਾਂ ਫਿਰ ਮਾਰਕੀਟ ਕਮੇਟੀ ਤੋਂ ਅਸੀਂ ਲੈਂਦੇ ਹਾਂ। ਮਾਰਕੀਟ ਕਮੇਟੀ ਤੋਂ ਅਸੀਂ ਲੈਂਦੇ ਹਾਂ ਰੇਟਸ, ਜਿਸ ਰੇਟ ਨੂੰ ਕਿਹੜੀ ਫਸਲ ਬੀਜੀ ਹੈ। ਜਦੋਂ ਤੁਸੀਂ ਮਿਆਰ ਪੈਦਾਵਾਰ ਬਣਾਉਂਦੇ ਹੋ, ਠੀਕ ਹੈ, ਐਗਰੀਕਲਚਰ ਡਿਪਾਰਟਮੈਂਟ ਤੋਂ, ਐਗਰੀਕਲਚਰ ਆਫੀਸਰ ਤੋਂ ਤੁਸੀਂ ਲੈਂਦੇ ਹੋ ਵੀ ਇਸ 1 ਕਿੱਲੇ ਦੀ ਕਿੰਨੀ ਝਾੜ ਹੋਈ, ਜੀਰੀ ਕਿੰਨੀ ਹੋਈ, ਉਹ ਤੁਹਾਡੇ ਕੋਲੇ ਆਫਿਸ ਕਰਨ ਕੋਲੇ ਹਰ ਛਮਾਹੀ ਲਿਖ ਕੇ ਆਉਂਦਾ ਹੈਗਾ। ਕਈ ਵਾਰੀ ਲਿਖ ਕੇ ਆਉਂਦਾ ਜਾਂ ਫਿਰ ਮੰਗਵਾਉਣਾ ਪੈਂਦਾ ਹੈ। ਵੈਸੇ ਤਾਂ ਐਗਰੀਕਲਚਰ ਡਿਪਾਰਟਮੈਂਟ ਨੇ ਲਿਖ ਕੇ ਭੇਜਣਾ ਹੁੰਦਾ ਹੈ ਹਰ ਫਸਲ ਤੇ ਵੀ ਇਸ ਸਾਲ ਜਿਹੜੀ ਹੈਗੀ ਹੈ ਕਿਹੜੀ ਕਿਹੜੀ ਫਸਲ ਦੀ ਜਿਹੜੀ ਝਾੜ ਹੈ ਪਰ ਏਕੜ ਕਿੰਨੀ ਕਿੰਨੀ ਹੋਈ ਹੈ। ਤੇ ਇਸੇ ਤਰੀਕੇ ਨਾਲ ਜਿਹੜਾ ਮਾਰਕੀਟ ਕਮੇਟੀ ਡਿਪਾਰਟਮੈਂਟ ਹੈਗਾ ਉਹਨਾਂ ਨੇ ਸਾਨੂੰ ਹਰ ਫਸਲ ਦੇ ਰੇਟ ਭੇਜਣੇ ਹੁੰਦੇ ਨੇ। ਜੇ ਨਹੀਂ ਭੇਜਦੇ ਤਾਂ ਅਸੀਂ ਜਦੋਂ ਮਿਆਰ ਪੈਦਾਵਾਰ ਬਣਾਉਣਾ ਹੈ, ਕਿਸੇ ਵੀ ਕੋਰਟ ਵੱਲੋਂ ਸਾਡੇ ਕੋਲ ਮਿਆਰ ਪੈਦਾਵਾਰ ਬਣਨ ਦੇ ਲਈ ਆਉਂਦਾ ਹੈਗਾ ਆਰਡਰ, ਤਦ ਵੀ ਅਸੀਂ ਜਿਹੜਾ ਕੰਸਰਨ ਆਫਿਸ ਕਰਨ ਉਹ ਹੈਗਾ ਉਸਨੇ ਦੋਨਾਂ ਡਿਪਾਰਟਮੈਂਟਾਂ ਤੋਂ ਇਹ ਜਿਹੜੀ ਇਨਫੋਰਮੇਸ਼ਨ ਲੈ ਕੇ ਤਦ ਹੀ ਜਿਹੜਾ ਹੈਗਾ ਮਿਆਰ ਪੈਦਾਵਾਰ ਬਣਾਇਆ ਜਾਂਦਾ। ਇੱਥੇ ਵੀ ਇਸਨੇ ਇਹੀ ਗੱਲ ਕੀਤੀ ਹੈ ਵੀ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਇਹ ਲੈਂਡ ਐਡਮਿਨਿਸਟ੍ਰੇਸ਼ਨ ਮੈਨੂਅਲ ਦੇ ਪੈਰਾ ਨੰਬਰ 807 ਤੇ 808 ਦੇ ਵਿੱਚ ਦਰਸਾਈ ਗਈ ਹੈ ਵੀ ਕਿੱਥੋਂ ਕਿੱਥੋਂ ਲੈਣੀ ਹੈ, ਕਿੱਥੋਂ ਕਿੱਥੋਂ ਲੈਣੀ, ਕਿਵੇਂ ਕਿਵੇਂ ਲੈਣੀ ਹੈ। ਮੈਂ ਤੁਹਾਨੂੰ ਦੱਸ ਰਿਹਾ ਵੀ ਡਿਪਾਰਟਮੈਂਟ ਆਫ ਐਗਰੀਕਲਚਰ, ਡਿਪਾਰਟਮੈਂਟ ਆਫ ਮਾਰਕੀਟ ਕਮੇਟੀ। ਇਸੇ ਕਰਕੇ ਜਿਹੜੇ ਸਾਡੇ ਮਿਆਰ ਪੈਦਾਵਾਰ ਬਣਦੇ ਹੁੰਦੇ ਸੀ ਪਹਿਲਾਂ ਸ਼ੁਰੂ ਦੇ ਵਿੱਚ, ਇਹ ਉਸ ਵੇਲੇ ਜਿਹੜਾ ਸਰਕਲ ਰੇਟ ਹੁੰਦੇ ਸੀਗੇ, ਸਰਕਲ ਅਸੈਸਮੈਂਟ ਸਰਕਲ ਜਿਹੜੇ ਬਣਦਾ ਸੀਗਾ, ਅਸੈਸਮੈਂਟ ਸਰਕਲ ਦੇ ਨਾਲ ਹੀ ਉੱਥੇ ਤੈਅ ਹੁੰਦਾ ਸੀਗਾ ਵੀ ਇਸ ਅਸੈਸਮੈਂਟ ਸਰਕਲ ਦੇ ਵਿੱਚ 1 ਕਿੱਲੇ ਦੇ ਵਿੱਚ ਕਿਹੜੀ ਕਿਹੜੀ ਫਸਲ ਕਿੰਨੀ ਕਿੰਨੀ ਹੁੰਦੀ ਹੈ। ਠੀਕ ਹੈ ਜੀ। ਨੰਬਰ ਅੱਗੇ ਆ ਗਿਆ ਜੀ, ਕਲੈਕਟਰ ਸ਼ੁੱਡ ਡਾਇਰੈਕਟ ਤਹਿਸੀਲਦਾਰ ਟੂ ਸੈਂਡ ਅ ਕਾਪੀ ਆਫ ਦਾ ਹਾਰਵੈਸਟ ਪ੍ਰਾਈਸ। ਕਲੈਕਟਰ ਵੱਲੋਂ ਤਹਿਸੀਲਦਾਰ ਨੂੰ ਲਿਖਿਆ ਜਾਂਦਾ ਸੀ ਵੀ ਸਾਨੂੰ ਜਿਹੜੀ ਹਾਰਵੈਸਟ ਹਰ ਫਸਲ ਤੇ ਜਿਹੜੀ ਫਸਲ ਬੀਜੀ ਗਈ ਹੈ ਉਹਦੇ ਜਿਹੜੇ ਰੇਟਸ ਵਗੈਰਾ ਭੇਜੇ ਜਾਣ। ਇਹ ਇਸੇ ਮਕਸਦ ਲਈ ਵੀ ਹਰ 6 ਮਹੀਨਿਆਂ ਬਾਅਦ ਤਹਿਸੀਲਦਾਰ ਕਲੈਕਟ ਕਿੱਥੋਂ ਕਰੇਗਾ, ਐਗਰੀਕਲਚਰ ਡਿਪਾਰਟਮੈਂਟ ਤੋਂ ਕਰੇਗਾ, ਮਾਰਕੀਟ ਕਮੇਟੀ ਤੋਂ ਕਰੇਗਾ, ਫਿਰ ਉਹ ਕੰਸਰਨ ਕੋਰਟਾਂ ਨੂੰ ਹਰ 6 ਮਹੀਨਿਆਂ ਬਾਅਦ ਤਹਿਸੀਲਦਾਰ ਰਾਹੀਂ ਭੇਜਿਆ ਜਾਂਦਾ ਸੀਗਾ ਤਾਂ ਕਿ ਜਿਹੜੀਆਂ ਕੋਰਟਾਂ ਹੈਗੀਆਂ ਸੀ ਇਦਾਂ ਦੇ ਜਿਹੜੇ ਮੁਕੱਦਮੇ ਸੀ ਉਹਨਾਂ ਦਾ ਪ੍ਰੋਪਰ ਡਿਸਾਈਡ ਕਰ ਸਕਣ।
फिर हैगा ऑर्डर नंबर 13। ऑर्डर नंबर 13 च कि जी टैबुलर स्टेटमेंट टू बी गिवन इन द जजमेंट। ਜਦੋਂ ਕੋਈ ਇਦਾਂ ਦੀ ਜਜਮੈਂਟ ਪਾਸ ਕਰਨੀ ਹੈ ਕੋਰਟ ਨੇ, ਡਿਕਰੀ ਪਾਸ ਕਰਨੀ ਹੈ, ਕਾਹਦੀ ਡਿਕਰੀ ਪਾਸ ਕਰਨੀ ਹੈ? ਡਿਕਰੀ ਫॉर द ਕਾइंड ਰੈਂਟ। ਲੈਂਡਲॉर्ड ਵੱਲੋਂ ਫਾਈਲ ਕੀਤੀ ਗਈ ਹੈ, ਟੈਨੈਂਟ ਦੇ ਅਗੇਂਸਟ ਜਾਂਦੀ ਹੈ। ਜਦੋਂ ਡਿਕਰੀ ਕੋਈ ਕੋਰਟ ਨੇ ਪਾਸ ਕਰਨੀ ਹੈ ਤਾਂ ਕੋਰਟ ਨੇ ਇਹਦੇ ਵਿੱਚ ਕੀ ਹੈਗਾ, every judgment in which a decree is passed for the arrears of the rent payable in kind should contain a statement in the following form showing succinctly ਸੰਖੇਪ ਦੇ ਵਿੱਚ the process of the decree right at। ਕੀ ਹੋਏਗਾ? ਪਿੰਡ ਦਾ ਨਾਮ ਲਿਖਿਆ ਜਾਏਗਾ, ਠੀਕ ਹੈ ਜੀ, ਕਿਹੜੀ ਪਿੰਡ ਦੀ ਡਿਗਰੀ ਹੈ, ਕੀ ਅਸੈਸਮੈਂਟ ਸਰਕਲ ਹੈ, ਉਹਦਾ ਨੰਬਰ ਕਿੰਨਾ ਹੈ, ਠੀਕ ਹੈ, ਸਰਕਲ ਦਾ ਨੰਬਰ ਕਿੰਨਾ ਹੈ, ਅਸੈਸਮੈਂਟ ਸਰਕਲ ਕਿਹੜਾ ਹੈ, ਉਹਦੀ ਹਾਰਵੈਸਟ ਕਿਹੜੀ ਹੈ, ਪੂਰੀ ਪ੍ਰੋਪਰ ਟੇਬਲ ਬਣਾਈ ਜਾਏਗੀ ਰੈਵਨਿਊ ਕੋਰਟ ਵੱਲੋਂ। ਹਾਰਵੈਸਟ ਕਿਹੜੀ ਸੀ, ਕ੍ਰੌਪਸ ਕਿਹੜੀਆਂ ਹੋਈਆਂ, ਕਿੰਨੀ ਜ਼ਮੀਨ ਦੇ ਵਿੱਚ ਬੀਜੀਆਂ ਗਈਆਂ, ਮੈਚਿਓਰਡ ਏਰੀਆ ਕਿੰਨਾ ਸੀਗਾ, ਖਰਾਬੇ ਵਾਲਾ ਕਿੰਨਾ ਸੀਗਾ, ਠੀਕ ਹੈ, ਐਵਰੇਜ ਆਊਟਰਨ ਪਰ ਏਕੜ ਦੇ ਵਿੱਚੋਂ ਐਵਰੇਜ ਕਿੰਨੀ ਫਸਲ ਪੈਦਾ ਹੋਈ, ਠੀਕ ਹੈ ਜੀ। ਜੇ ਕਣਕ ਸੀ ਤਾਂ ਕਣਕ ਕਿੰਨੀ ਪੈਦਾ ਹੋਈ, ਜੇ ਮੱਕੀ ਬੀਜੀ ਸੀ ਤਾਂ ਮੱਕੀ ਕਿੰਨੀ ਪੈਦਾ ਹੋਈ, ਜਵਾਰ ਬੀਜੀ ਸੀ ਜਵਾਰ ਕਿੰਨੀ ਪੈਦਾ ਹੋਈ, ਐਵਰੇਜ ਕੱਢੀ ਜਾਏਗੀ। ਫਿਰ ਕੀ ਹੈ, ਗ੍ਰੋਸ ਜੋੜ ਲਾਇਆ ਜਾਏਗਾ ਪੈਦਾਵਾਰ ਦਾ, ਗ੍ਰੋਸ ਆਊਟਰਨ ਵੀ ਟੋਟਲ ਪੈਦਾਵਾਰ ਸਾਰੀਆਂ ਫਸਲਾਂ ਦੀ ਕਿੰਨੀ ਹੋਈ, ਜੀਰੇ ਦੀ ਕਿੰਨੀ ਹੋਈ, ਕਣਕ ਦੀ ਕਿੰਨੀ, ਜੀਰੇ ਦੀ ਕਿੰਨੀ ਹੋਈ, ਕਣਕ ਦੀ ਕਿੰਨੀ ਹੋਈ, ਕਿਆ ਪਤਾ ਕਿੰਨੇ ਸਾਲਾਂ ਤੋਂ ਵਾਲਾ ਵਾਹ ਰਿਹਾ ਹੈਗਾ, ਟੋਟਲ ਗ੍ਰੋਸ ਕਰਕੇ ਫਿਰ ਉਸ ਤੋਂ ਬਾਅਦ ਅੱਗੇ ਕਾਲਮ ਬਣ ਜਾਂਦਾ ਹੈਗਾ ਵੀ ਡਿਡਕਸ਼ਨਸ ਫਾਰ ਦਾ ਕਮੀਆਜ਼ ਐਟਸੈਟਰਾ। ਇਹ ਸਾਰੇ ਖਰਚੇ ਕੱਢ ਕੇ, ਕੰਮ ਕਰਨ ਵਾਲੇ ਬੰਦਿਆਂ ਦੇ ਖਰਚੇ ਕੱਢ ਕੇ, ਰੀਪਿੰਗ ਦੇ ਖਰਚੇ ਕੱਢ ਕੇ ਬਾਕੀ ਜਿਹੜੀ ਅਮਾਊਂਟ ਬਣਾਈ ਜਾਏਗੀ, ਠੀਕ ਹੈ। ਉਹਦੇ ਵਿੱਚ ਕਿੰਨਾ ਉਹਦਾ ਸ਼ੇਅਰ ਬਣਿਆ, ਮਾਲਕ ਦਾ ਕਿੰਨਾ ਸ਼ੇਅਰ ਬਣਿਆ ਉਹ ਦੇਖਿਆ ਜਾਏਗਾ। ਪਰ ਇੱਥੇ ਆ ਕੇ ਇਹ ਗੱਲ ਕਹੀ ਹੈ ਵੀ ਐਵਰੇਜ ਆਮ ਤੌਰ ਤੇ ਜਿਹੜਾ ਹੈਗਾ ਸਾਡਾ ਜਿਹੜਾ ਐਵਰੇਜ ਸਾਡੇ ਪਾਰਟੀਕੂਲਰ ਜਿਹੜੇ ਡਾਕੂਮੈਂਟਸ ਹੈਗੇ ਨੇ ਉਹਦੇ ਮੁਤਾਬਕ ਹੋਏਗਾ। ਪਰ ਜੇ ਕਿਤੇ ਤੁਸੀਂ ਕੋਈ ਬਹੁਤ ਜ਼ਿਆਦਾ ਡਿਫਰੈਂਸ ਪਾ ਰਹੇ ਹੋ, ਕਿਤੇ ਘੱਟ ਬਣਾ ਰਹੇ ਹੋ ਜਾਂ ਕਿਤੇ ਵੱਧ ਬਣਾ ਰਹੇ ਹੋ ਅਮਾਊਂਟ ਇਹ ਵਾਲੀ, ਠੀਕ ਹੈ, ਪੈਦਾਵਾਰ ਵਧਾ ਰਹੇ ਹੋ ਜਾਂ ਪੈਦਾਵਾਰ ਘਟਾ ਰਹੇ ਹੋ ਬਹੁਤ ਜ਼ਿਆਦਾ, ਤਾਂ ਜਿਹੜਾ ਉੱਥੇ ਕੋਈ ਐਕਸੈਪਸ਼ਨਲ ਕੇਸ ਜੇ ਤੁਹਾਡੇ ਕੋਲ ਹੈਗਾ ਇੱਦਾਂ ਦਾ, ਤਾਂ ਉੱਥੇ ਜ਼ਿਆਦਾ ਘੱਟਾ ਵਾਧਾ ਹੋ ਸਕਦਾ ਹੈ, ਅਦਰਵਾਈਜ਼ ਐਵਰੇਜ ਚੱਲੇਗੀ। ਉਹ ਐਕਸੈਪਸ਼ਨਲ ਕੇਸਿਸ ਕਿਹੜੇ ਹੋ ਸਕਦੇ ਨੇ? ਜਿੱਥੇ ਵਧੀਆ ਤਰੀਕੇ ਦੀ ਰੇਨਿੰਗ ਹੋਈ ਹੋਵੇ, ਮੰਨ ਲਓ ਅੱਛੀ ਰੇਨਿੰਗ ਹੋਈ ਸਪੀਡ ਦੇ ਵਿੱਚ ਤਾਂ ਪੈਦਾਵਾਰ ਅੱਛੀ ਹੋਈ, ਜਾਂ ਘੱਟ ਬਣਾ ਰਹੇ ਹੋ ਉਹਦਾ ਰੀਜ਼ਨ ਕੀ ਹੋ ਸਕਦਾ ਹੈ? ਫਲੱਡ ਆਇਆ, ਫਸਲਾਂ ਖਰਾਬ ਹੋ ਗਈਆਂ, ਮੀਂਹ ਪੈਂਦੇ ਰਹੇ, ਝੜੀ ਲੱਗ ਗਈ, ਠੀਕ ਹੈ ਜੀ, ਦਾਣਾ ਕਾਲਾ ਪੈ ਗਿਆ ਤੇ ਜਿਹੜੀ ਪੈਦਾਵਾਰ ਸੀਗੀ ਉਹ ਘੱਟ ਹੋਈ। ਇੱਦਾਂ ਦੇ ਜਿਹੜੇ ਫੈਕਟਰ ਹੈਗੇ ਆ, ਜੇ ਅਸੀਂ ਬਹੁਤ ਜ਼ਿਆਦਾ ਘੱਟ ਵੱਧ ਕਰਦੇ ਹਾਂ ਤਾਂ ਇੱਦਾਂ ਦਾ ਜੇ ਕੋਈ ਫੈਕਟਰ ਹੋਵੇ, ਐਕਸੈਪਸ਼ਨਲ ਕੇਸਿਸ ਹੋਵੇ, ਤਾਂ ਉਹ ਜਿਹੜਾ ਹੈਗਾ ਬੰਦੇ ਨਜ਼ਰ ਰੱਖਿਆ ਜਾਏਗਾ। ਉਹਨੂੰ ਫਿਰ ਆਪਣੀ ਜਿਹੜੀ ਡਿਗਰੀ ਹੈ ਜਜਮੈਂਟ ਜਿਹੜੀ ਰੈਵਨਿਊ ਕੋਰਟ ਦੇ ਰਹੀ ਹੈ ਉਹਦੇ ਵਿੱਚ ਸਪੈਸ਼ਲੀ ਤੌਰ ਤੇ ਮੈਂਸ਼ਨ ਕੀਤਾ ਜਾਵੇਗਾ ਵੀ ਐਵਰੇਜ ਰੇਟਾਂ ਤੋਂ ਜਿਹੜਾ ਹੈ ਇੰਨਾ ਘਾਟਾ ਕਿਉਂ ਪੈ ਰਿਹਾ ਹੈ, ਜਾਂ ਫਿਰ ਐਵਰੇਜ ਰੇਟਾਂ ਤੋਂ ਜਿਹੜਾ ਹੈ ਇੰਨਾ ਵਾਧਾ ਕਿਉਂ ਕੀਤਾ ਜਾ ਰਿਹਾ ਹੈ, ਉਹਦੇ ਇਹ ਕਾਰਨ ਦੱਸਦੇ ਹੋਏ ਡਿਗਰੀ ਜਿਹੜੀ ਪਾਸ ਕੀਤੀ ਜਾਵੇਗੀ ਰੈਵਨਿਊ ਕੋਰਟ ਵੱਲੋਂ ਫਾਰ ਦਾ ਕਾइंड ਰੈਂਟ, ਠੀਕ ਹੈ ਜੀ। ਨੈਕਸਟ ਆ ਗਿਆ ਜੀ ਆਰਡਰ ਨੰਬਰ 14 ਰਿਸਪੌਂਸਿਬਿਲਿਟੀ ਆਫ ਫਸਟ ਕੋਰਟ ਆਫ ਅਪੀਲ। ਮੰਨ ਲਓ ਡਿਗਰੀ ਪਾਸ ਕਰਤੀ ਰੈਵਨਿਊ ਕੋਰਟ ਨੇ ਕਾइंड ਰੈਂਟ ਦੀ, ਜਿਹੜੀ ਕਿ ਲੈਂਡਲॉर्ड ਨੇ ਲਈ ਹੈ, ਟੈਨੈਂਟ ਦੇ ਖਿਲਾਫ ਲਈ ਹੈ। ਟੈਨੈਂਟ ਕਿਸੇ ਅਪੀਲ ਚਲਾ ਗਿਆ, ਅਪੀਲੈਂਟ ਕੋਰਟ ਨੇ ਕੀ ਦੇਖਣਾ ਹੈ? ਅਪੀਲੈਂਟ ਕੋਰਟ ਨੇ ਜਿਹੜਾ ਹੈ ਅਸੀਂ ਆਰਡਰ 12 ਪੜ੍ਹਿਆ, ਆਰਡਰ 12 ਪੜ੍ਹਿਆ, ਇਸ ਆਰਡਰ 12 ਦੇ ਵਿੱਚ ਜਿਹੜੇ ਪੁਆਇੰਟਸ ਅਸੀਂ 4 ਪੁਆਇੰਟਸ ਲਏ ਨੇ, ਠੀਕ ਹੈ ਜੀ, 4 ਪੁਆਇੰਟਸ ਲਏ ਨੇ ਵੀ ਕਿੰਨੀ ਜ਼ਮੀਨ ਸੀ, ਕਿਹੜੀ ਫਸਲ ਬੀਜੀ ਗਈ, ਕਿੰਨਾ ਝਾੜ ਹੋਇਆ, ਠੀਕ ਹੈ। ਇਹ ਜਿਹੜੇ 4 ਪੁਆਇੰਟ ਨੇ ਅਪੀਲੈਂਟ ਕੋਰਟ ਨੇ ਇਹਨਾਂ ਬਾਰੇ ਆਰਗੂਮੈਂਟ ਲੈਣੀ ਹੈ, ਇਹਨਾਂ ਬਾਰੇ ਡਿਸਕਸ ਕਰਨਾ ਹੈ ਵੀ ਇਹ 4 ਪੁਆਇੰਟਸ ਜਿਹੜਾ ਕੰਸੀਡਰ ਰੈਵਨਿਊ ਕੋਰਟ ਸੀ ਕਿ ਉਹਨਾਂ ਨੇ ਇਹ ਜਿਹੜੇ 4 ਪੁਆਇੰਟ ਨੇ ਪ੍ਰੋਪਰ ਤਰੀਕੇ ਨਾਲ ਲਏ ਨੇ ਜਾਂ ਗਲਤ ਤਰੀਕੇ ਨਾਲ ਲਏ ਨੇ, ਇਹ ਜਿਹੜਾ ਪੁਆਇੰਟਸ ਨੇ ਇਹ ਅਪੀਲੈਂਟ ਕੋਰਟ ਵੱਲੋਂ ਦੇਖੇ ਜਾਣਗੇ। ਨੈਕਸਟ ਹੈ ਜੀ 15-16 ਡਿਲੀਟ ਹੋ ਚੁੱਕੇ, ਅੱਗੇ ਆਰਡਰ ਨੰਬਰ 17 ਹੈਗਾ, ਆਰਡਰ 17 ਵੀ ਕੈਂਸਲ ਹੋ ਚੁੱਕਿਆ। ਆਰਡਰ ਨੰਬਰ 18, ਆਰਡਰ 18 ਕੀ ਹੈਗਾ ਵੀ ਲੈਂਡਲॉर्ड ਵੱਲੋਂ ਜਦੋਂ ਕੋਈ ਸੂਟ ਫਾਈਲ ਕੀਤਾ ਜਾਂਦਾ ਹੈ ਕਿਸੇ ਟੈਨੈਂਟ ਦੇ ਖਿਲਾਫ ਫਾਰ ਅਜੈਕਟਮੈਂਟ, ਤਾਂ ਉਹਦੇ ਕਿਹੜੇ ਪੁਆਇੰਟਸ ਹੁੰਦੇ ਨੇ, ਕਿਹੜੇ ਬੇਸ ਤੇ, ਕਿਹੜੇ ਕਾਰਨ ਕਰਕੇ ਲੈਂਡਲॉर्ड ਜਿਹੜਾ ਸੂਟ ਫਾਈਲ ਕਰਦਾ ਹੈ ਟੈਨੈਂਟ ਦੇ ਖਿਲਾਫ, ਠੀਕ ਹੈ। ਉਹਦੇ ਵਿੱਚ ਜਿਵੇਂ ਪਹਿਲਾ ਹੈਗਾ ਜੀ ਅੰਡਰ ਦਾ ਪੰਜਾਬ ਟੈਨੈਂਸੀ ਐਕਟ 1887 ਸੈਕਸ਼ਨ 40, ਪੰਜਾਬ ਟੈਨੈਂਸੀ ਐਕਟ ਦੇ ਵਿੱਚ ਸੈਕਸ਼ਨ 40 ਹੈ, ਉਹ ਕੀ ਕਹਿੰਦਾ ਵੀ ਕਿਹੜੇ ਕਾਰਨ ਹੋ ਸਕਦੇ ਨੇ ਜਦੋਂ ਜਿਹੜਾ ਲੈਂਡਲॉर्ड ਹੈ ਟੈਨੈਂਟ ਦੇ ਖਿਲਾਫ ਸੂਟ ਫਾਈਲ ਕਰੇਗਾ। ਪਹਿਲਾ ਤਾਂ ਕਾਰਨ ਇਹ ਉਸਦਾ ਯੂਜ਼ ਦਾ ਲੈਂਡ, that he used the land in the manner which renders it unfit,
ਵੀ ਜਿਹੜਾ ਕਿਰਾਏਦਾਰ ਹੈ ਉਸ ਖੇਤੀ ਨੂੰ, ਮੇਰੀ ਜ਼ਮੀਨ ਨੂੰ ਇਸ ਤਰੀਕੇ ਵਾਹ ਰਿਹਾ ਹੈਗਾ, ਜਿਹੜਾ ਕਸਟਮਰੀ ਲਾਅ ਹੈ, ਕਸਟਮਰੀ ਜਿਵੇਂ ਇਲਾਕੇ ਦੇ ਵਿੱਚ ਖੇਤੀ ਕਰਦੇ ਆ ਲੋਕ, ਉਹ ਇਸ ਤਰੀਕੇ ਖੇਤੀ ਨਹੀਂ ਕਰ ਰਿਹਾ, ਉਹ ਇਦਾਂ ਦੇ ਤਰੀਕੇ ਨਾਲ ਖੇਤੀ ਕਰ ਰਿਹਾ ਜਿਹੜੀ ਮੇਰੀ ਜ਼ਮੀਨ ਹੈ ਉਹ ਅਨਫਿਟ ਹੋ ਰਹੀ ਹੈ, ਅਨਫਿਟ ਹੋ ਰਹੀ ਹੈ। ਜਦੋਂ ਇਦਾਂ ਦਾ ਕੋਈ ਜਸਟੀਫਾਈ ਕਾਰਨ ਹੋਵੇ ਤਾਂ ਜਿਹੜਾ ਹੈਗਾ ਮਾਲਕ ਹੈ ਕਿਰਾਏਦਾਰ ਦੇ ਖਿਲਾਫ ਦਾਵਾ ਫਾਈਲ ਕਰ ਸਕਦਾ ਹੈ। ਅਨਫਿਟ ਫਾਰ ਦਾ ਪਰਪਸ ਫਾਰ ਵਿਚ ਹੀ ਹੈਲਡ ਇਟ, ਜਿਸ ਮਕਸਦ ਲਈ ਇਹਨੇ ਜ਼ਮੀਨ ਲਈ ਸੀ ਮੇਰੇ ਤੋਂ, ਉਹ ਮਕਸਦ ਦੇ ਲਈ ਨਹੀਂ ਇਹ ਯੂਜ਼ ਕਰ ਰਿਹਾ, ਇਹ ਤਾਂ ਕੁਝ ਹੋਰ ਹੀ ਕਰੀ ਜਾ ਰਿਹਾ ਹੈ, ਜਿਹਦੇ ਲਈ ਹੈਗੀ ਜਿਹੜੀ ਮੇਰੀ ਜ਼ਮੀਨ ਹੈ ਉਹ ਅਨਫਿਟ ਹੋ ਰਹੀ ਹੈ। ਠੀਕ ਹੈ, ਤਾਂ ਜਿਹੜਾ ਮਾਲਕ ਹੈ ਦਾਵਾ ਪਾ ਸਕਦਾ ਹੈ। ਜਿਵੇਂ ਆਪਾਂ ਗੱਲ ਕਰ ਲਈਏ, ਕਿਸੇ ਟਰਸਟ ਨੇ ਕੋਈ ਜ਼ਮੀਨ ਲਈ, ਕਿਸੇ ਸਰਕਾਰ ਤੋਂ, ਗਵਰਨਮੈਂਟ ਤੋਂ ਲਈ ਜ਼ਮੀਨ, ਕਹਿੰਦਾ ਮੈਂ ਅਸੀਂ ਸਕੂਲ ਬਣਾਉਣਾ ਹੈ, ਠੀਕ ਹੈ, ਸਕੂਲ ਬਣਾਇਆ ਨਹੀਂ, ਉੱਥੇ ਕਮਰਸ਼ੀਅਲ ਕੰਪਲੈਕਸ ਬਣਾਉਣ ਦੀ ਤਿਆਰੀ ਕਰ ਲਈ, ਤਾਂ ਜਿਹੜੀ ਹੈਗੀ ਲੀਜ਼ ਡੀਡ ਹੁੰਦੀ ਹੈ ਗਵਰਨਮੈਂਟ ਕੈਂਸਲ ਕਰ ਸਕਦੀ ਹੁੰਦੀ ਹੈ, ਕਿਉਂਕਿ ਗਵਰਨਮੈਂਟ ਨੇ ਜ਼ਮੀਨ ਦਿੱਤੀ ਤਾਂ ਸੀਗੀ ਸਕੂਲ ਬਣਾਉਣ ਦੇ ਲਈ, ਠੀਕ ਹੈ, ਪਰ ਜਿਹੜੀ ਕਿਸੇ ਸੰਸਥਾ ਹੈਗੀ ਉਹਨੇ ਸਕੂਲ ਬਣਾਉਣ ਦੀ ਬਜਾਏ ਉੱਥੇ ਕਮਰਸ਼ੀਅਲ ਕੰਪਲੈਕਸ ਬਣਾ ਲਿਆ, ਤਾਂ ਜਿਹੜੀ ਹੈਗੀ ਉੱਥੇ ਜੇਕਰ ਸਰਕਾਰ ਦੀ ਮਨਜ਼ੂਰੀ ਨਹੀਂ ਲਈ ਗਈ, ਫਰਦਰ ਕੋਈ ਅਮੈਂਡਮੈਂਟਸ ਨਹੀਂ ਹੋਈਆਂ ਐਗਰੀਮੈਂਟ ਦੇ ਵਿੱਚ, ਦੈਨ ਗਵਰਨਮੈਂਟ ਕੈਨ ਰਿਜੈਕਟ ਦਾ ਪੇਮੈਂਟ। ਠੀਕ ਹੈ, ਇੱਕ ਤਾਂ ਪੁਆਇੰਟ ਇਹ ਸੀਗਾ ਵੀ ਜਿਹੜੀ ਜਿਸ ਮਕਸਦ ਲਈ ਜ਼ਮੀਨ ਲਈ ਹੈ ਉਸ ਮਕਸਦ ਲਈ ਇਹ ਜ਼ਮੀਨ ਵਰਤੋਂ 'ਚ ਨਹੀਂ ਕੀਤੀ ਜਾ ਰਹੀ। ਦੂਸਰਾ ਹੈਗਾ ਵੇਅਰ ਰੈਂਟ ਇਜ਼ ਪੇਬਲ ਇਨ ਕਾਇੰਡ, ਜਿੱਥੇ ਰੈਂਟ ਕਾਇੰਡ ਦੇ ਵਿੱਚ ਪੇ ਕਰਨ ਦੀ ਗੱਲ ਕੀਤੀ ਗਈ ਸੀ, ਵੀ ਰੈਂਟ ਫਸਲ ਵਿੱਚੋਂ ਫਸਲ ਹਿੱਸਾ ਮਿਲਣਾ ਸੀ ਮਾਲਕ ਨੂੰ, ਉੱਥੇ ਜਿਹੜਾ ਕਿਰਾਏਦਾਰ ਹੈ ਉਹ ਇਦਾਂ ਦੀਆਂ ਫਸਲਾਂ ਬੀਜੀ ਜਾ ਰਿਹਾ ਹੈ ਜਿਹਦੇ ਵਿੱਚੋਂ ਜਿਹੜਾ ਮਾਲਕ ਨੂੰ ਲਾਸ ਪੈ ਰਿਹਾ ਹੈ। ਉਸ ਇਲਾਕੇ ਦੇ ਵਿੱਚ, ਉਸ ਏਰੀਏ ਦੇ ਵਿੱਚ ਜਿਹਨੇ ਫਸਲਾਂ ਨੂੰ ਲੋਕ ਕਾਸ਼ਤ ਕਰਦੇ ਨੇ, ਠੀਕ ਹੈ, ਉਹਨਾਂ ਫਸਲਾਂ ਦੀ ਬਜਾਏ ਜਿਹੜਾ ਕਿਰਾਏਦਾਰ ਹੈਗਾ ਉਹ ਕੋਈ ਹੋਰ ਐਸੀਆਂ ਫਸਲਾਂ ਬੀਜੀ ਜਾਂਦਾ ਹੈ ਜਿਨ੍ਹਾਂ ਦਾ ਝਾੜ ਨਹੀਂ ਨਿਕਲਦਾ, ਪੈਦਾਵਾਰ ਨਹੀਂ ਹੁੰਦੀ, ਤੇ ਮਾਲਕ ਨੂੰ ਉਹਦੀ ਪੇਮੈਂਟ ਨਹੀਂ ਮਿਲਦੀ ਹੈਗੀ। ਇਸ ਕਰਕੇ ਵੀ ਜਿਹੜਾ ਮਾਲਕ ਹੈਗਾ ਕਿਰਾਏਦਾਰ ਤੋਂ ਜਿਹੜੀ ਆਪਣੀ ਜ਼ਮੀਨ ਹੈ ਰਿਜੈਕਟਮੈਂਟ ਦਾ ਆਰਡਰ ਫਾਈਲ ਕਰਕੇ ਆਪਣੀ ਜ਼ਮੀਨ ਦਾ ਕਬਜ਼ਾ ਲੈ ਸਕਦਾ ਹੈਗਾ। ਤੀਸਰਾ ਇੱਕ ਪੁਆਇੰਟ ਹੋਰ ਹੈਗਾ, ਔਨ ਐਨੀ ਗਰਾਊਂਡ ਵਿਚ ਵੁੱਡ ਜਸਟੀਫਾਈ ਰਿਜੈਕਟਮੈਂਟ ਅੰਡਰ ਦਾ ਕੰਟੈਕਟ ਡਿਕਰੀ ਔਰ ਆਰਡਰ। ਕੋਈ ਕੰਟੈਕਟ ਹੋਇਆ ਸੀ ਪਾਰਟੀਆਂ ਦਾ ਆਪਸ ਦੇ ਵਿੱਚ, ਕੋਈ ਡਿਕਰੀ ਪਾਸ ਹੋਈ ਹੈ ਜਾਂ ਕੋਈ ਆਰਡਰ ਪਾਸ ਹੋਇਆ, ਉਹਦੇ ਅਗੇਂਸਟ ਵੀ ਜਿਹੜਾ ਕੋਈ ਵੀ ਹੋਰ ਗਰਾਊਂਡ ਹੋ ਸਕਦੀ ਹੈ ਜਿਸ ਦੇ ਵਿੱਚ ਜਿਹੜਾ ਮਾਲਕ ਹੈਗਾ ਉਹ ਕਿਰਾਏਦਾਰ ਤੋਂ ਕਬਜ਼ਾ ਲੈ ਸਕਦਾ ਹੈ। ਠੀਕ ਹੈ, ਇਹ ਤਾਂ ਅਸੀਂ ਪੜ੍ਹ ਰਹੇ ਸੀਗੇ ਟੈਨੈਂਸੀ ਐਕਟ ਦੀ ਗੱਲ ਦੇ ਵਿੱਚ, ਵੀ ਟੈਨੈਂਸੀ ਐਕਟ ਦੇ ਮੁਤਾਬਕ, ਟੈਨੈਂਸੀ ਐਕਟ ਦੇ ਸੈਕਸ਼ਨ 40 ਦੇ ਮੁਤਾਬਕ ਕਿਹੜੇ ਕਿਹੜੇ ਕਾਰਨ ਨੇ ਜਿਹਨਾਂ ਕਾਰਨਾਂ ਕਰਕੇ ਜਿਹੜਾ ਮਾਲਕ ਹੈ ਉਹ ਕਿਰਾਏਦਾਰ ਤੋਂ ਕਬਜ਼ਾ ਲੈ ਸਕਦਾ ਹੈ। ਇੱਕ ਤਾਂ ਇਹ ਸੀਗਾ ਵੀ ਉਹ ਜਿਹੜੀ ਜ਼ਮੀਨ ਹੈ ਉਸ ਨੂੰ ਕਿਸੇ ਪਰਪਸ ਲਈ ਲਈ ਸੀ, ਉਸ ਪਰਪਸ ਲਈ ਵਰਤਦਾ ਨਾ ਹੋਵੇ, ਕਿਸੇ ਹੋਰ ਮਕਸਦ ਲਈ ਯੂਜ਼ ਕਰ ਰਿਹਾ ਹੋਵੇ। ਦੂਜਾ ਪੁਆਇੰਟ ਇਹ ਸੀਗਾ ਵੀ ਜਦੋਂ ਕਾਇੰਡ ਦੀ ਗੱਲ ਹੋਵੇ, ਕਾਇੰਡ ਦੇ ਵਿੱਚੋਂ ਕਾਇੰਡ ਮਿਲਣੀ ਸੀਗੀ, ਫਸਲ ਵਿੱਚੋਂ ਫਸਲ ਦਾ ਹਿੱਸਾ ਮਿਲਣਾ ਸੀ ਮਾਲਕ ਨੂੰ, ਉਹ ਪ੍ਰੋਪਰ ਤਰੀਕੇ ਦੀਆਂ ਫਸਲਾਂ ਖੇਤ ਵਿੱਚ ਨਾ ਬੀਜਦਾ ਹੋਵੇ, ਕੁਛ ਹੋਰ ਫਸਲ ਬੀਜੀ ਜਾਂਦਾ ਹੋਵੇ ਜਿਹਦਾ ਜਿਹੜਾ ਲੈਂਡਲੋਰਡ ਹੈ ਉਸ ਨੂੰ ਲਾਭ ਨਾ ਮਿਲਦਾ ਹੋਵੇ। ਤੇ ਤੀਸਰਾ ਪੁਆਇੰਟ ਹੈ ਕਿਸੇ ਉਹਨੇ ਕੋਈ ਐਗਰੀਮੈਂਟ ਕੀਤਾ ਸੀ ਮਾਲਕ ਦੇ ਨਾਲ, ਜਾਂ ਕੋਰਟ ਨੇ ਕੋਈ ਡਿਗਰੀ ਪਾਸ ਕੀਤਾ, ਕੋਈ ਆਰਡਰ ਪਾਸ ਕੀਤਾ, ਕਿਸੇ ਹੋਰ ਪੁਆਇੰਟ ਨੂੰ ਲੈ ਕੇ ਪਾਸ ਕੀਤਾ, ਉਸੇ ਬੇਸਿਸ ਤੇ ਵੀ ਜਿਹੜਾ ਹੈਗਾ ਮਾਲਕ ਹੈ ਕਬਜ਼ਾ ਦਾ ਸੂਟ ਫਾਈਲ ਕਰ ਸਕਦਾ ਹੈ ਟੇਨਰ ਦੇ ਖਿਲਾਫ। ਅੱਗੇ ਹੈਗਾ ਅੰਡਰ ਦਾ ਪੰਜਾਬ ਸਿਕਿਉਰਿਟੀ ਆਫ ਲੈਂਡ ਟੈਨਿਓਰ ਐਕਟ 1953, ਸੈਕਸ਼ਨ 9 ਹੈ ਜੀ। ਬੇਸ਼ੱਕ ਹੁਣ ਇਹ ਜਿਹੜਾ ਐਕਟ ਹੈਗਾ ਇਹ ਡਿਲੀਟ ਹੋ ਚੁੱਕਿਆ ਹੈ, ਪਰ ਇਹ ਆਪਾਂ ਪੜ੍ਹ ਰਹੇ ਹਾਂ ਉਸ ਵੇਲੇ ਦੀਆਂ ਗੱਲਾਂ। ਤੇ ਜੇ ਪੰਜਾਬ ਸਿਕਿਉਰਿਟੀ ਆਫ ਲੈਂਡ ਟੈਨਿਓਰ ਐਕਟ ਕਿਹੜਾ ਸੀਗਾ? ਲੈਂਡ ਸੀਲਿੰਗ ਐਕਟ ਸੀਗਾ। ਲੈਂਡ ਸੀਲਿੰਗ ਐਕਟ ਦੇ ਨਾਲ ਨਾਲ ਟੈਨੈਂਸੀ ਤੇ ਲੈਂਡਲੋਰਡ ਤੇ ਟੈਨੈਂਟ ਬਾਰੇ ਵੀ ਇਹ 'ਚ ਦੱਸਿਆ ਗਿਆ ਸੀਗਾ ਇਸ ਐਕਟ ਦੇ ਵਿੱਚ। ਜਿਵੇਂ ਕਿ ਪੰਜਾਬ ਪੈਪਸੂ ਟੈਨੈਂਸੀ ਐਕਟ ਜਿਹੜਾ 1955 ਦਾ ਹੈ, ਉਹਦੇ ਵਿੱਚ ਵੀ ਬੇਸ਼ੱਕ ਸੀਲਿੰਗ ਐਕਟ ਵੀ ਸੀ ਨਾਲ ਨਾਲ, ਤੇ ਨਾਲ ਨਾਲ ਟੈਨੈਂਸੀ ਐਕਟ ਵੀ ਸੀਗਾ ਉਹਦੇ ਵਿੱਚ ਵੀ। ਇਸ ਤਰ੍ਹਾਂ ਜਿਹੜਾ ਪੰਜਾਬ ਐਕਟ ਸੀਗਾ, ਪੰਜਾਬ ਸਿਕਿਉਰਿਟੀ ਆਫ ਲੈਂਡ ਟੈਨਿਓਰ ਐਕਟ 1953, ਇਹਦੇ ਵਿੱਚ ਵੀ ਨਾਲ ਸੀਲਿੰਗ ਤੇ ਨਾਲ ਹੀ ਲੈਂਡਲੋਰਡ ਤੇ ਟੈਨੈਂਟ ਦੇ ਜਿਹੜੇ ਸੀਗੇ ਰਾਈਟ ਸੀ ਤੇ ਲਾਇਬਿਲਿਟੀ ਸੀਗੀਆਂ ਉਹ ਵੀ ਦਰਸਾਈਆਂ ਗਈਆਂ ਸੀਗੀਆਂ। ਇਹਦਾ ਜਿਹੜਾ ਸੈਕਸ਼ਨ 9 ਹੈਗਾ, 9 ਦੇ ਵਿੱਚ ਵੀ ਸੈਕਸ਼ਨ 9 'ਚ ਦੱਸਿਆ ਗਿਆ ਜਿਹੜਾ ਲੈਂਡਲੋਰਡ ਹੈ ਉਹ ਕਿਹੜੇ ਕਿਹੜੇ ਕਾਰਨ ਕਰਕੇ ਜਿਹੜਾ ਟੈਨੈਂਟ ਨੂੰ ਹੈ ਬੇਦਖਲ ਕਰ ਸਕਦਾ ਹੈ। ਪਹਿਲਾ ਕਾਰਨ ਕੀ ਹੈ? ਇਹਦੇ 'ਚ ਦੱਸਿਆ ਆਕੂਪਾਈਂਗ ਦਾ ਲੈਂਡ ਰਿਜ਼ਰਵਡ ਅੰਡਰ ਦਿਸ ਐਕਟ। ਮੰਨ ਲਓ ਮਾਲਕ ਨੇ ਜ਼ਮੀਨ ਰਿਜ਼ਰਵ ਕਰ ਲਈ, ਪਰਮਿਸਿਬਲ ਏਰੀਆ ਆਪਦਾ ਰਿਜ਼ਰਵ ਕਰ ਲਿਆ, ਠੀਕ ਹੈ। ਜਿਹੜਾ ਪਰਮਿਸਿਬਲ ਏਰੀਆ ਮਾਲਕ ਨੇ ਰਿਜ਼ਰਵ ਕੀਤਾ ਵੀ ਟੈਨੈਂਸੀ ਤੋਂ ਸੀਲਿੰਗ ਤੋਂ ਬਚਣ ਦੇ ਲਈ, ਆਪਣਾ ਪਰਮਿਸਿਬਲ ਰਿਜ਼ਰਵ ਕਰਕੇ ਬਾਕੀ ਛੱਡ ਦਿੱਤਾ। ਮੰਨ ਲਓ ਉਸ ਪਰਮਿਸਿਬਲ ਏਰੀਆ ਦੇ ਵਿੱਚ ਜਿਹੜਾ ਟੈਨੈਂਟ ਬੈਠਾ ਹੈ, ਉਸ ਕੇਸ ਦੇ ਵਿੱਚ ਵੀ ਟੈਨੈਂਟ ਨੂੰ ਬੇਦਖਲ ਕੀਤਾ ਜਾਵੇਗਾ। ਦੂਸਰਾ ਪੁਆਇੰਟ ਕੀ ਹੈ? ਉਹ ਰੈਗੂਲਰਲੀ ਰੈਂਟ ਪੇ ਨਹੀਂ ਕਰ ਰਿਹਾ। ਜਦੋਂ ਰੈਂਟ ਰੈਗੂਲਰਲੀ ਪੇ ਨਹੀਂ ਕਰ ਰਿਹਾ ਤਾਂ ਲੈਂਡਲੋਰਡ ਕੋਲ ਇੱਕ ਗਰਾਊਂਡ ਬਣ ਜਾਂਦੀ ਹੈ ਵੀ ਉਹ ਟੈਨੈਂਟ ਨੂੰ ਬੇਦਖਲ ਕਰ ਸਕਦਾ ਹੈ।
तीसरा एरियर्स ऑफ द रेंट एट द कमेंसमेंट ऑफ दिस एक्ट, ही इज इन एरियर्स, ਉਹਦੇ ਵੱਲ ਬਕਾਇਆ ਹੋ ਗਿਆ ਬਹੁਤ ਜ਼ਿਆਦਾ ਟੇਨੈਂਟ ਵੱਲ, ਠੀਕ ਹੈ। ਹੀ ਇਜ਼ एरियर्स ऑफ द रेंट एट द कमेंसमेंट ऑफ दिस एक्ट, ਇਸ ਐਕਟ ਦੀ ਕਮੈਂਸਮੈਂਟ ਹੋਣ ਤੋਂ ਬਾਅਦ ਉਹਦੇ ਵੱਲ ਕੁਝ ਬਕਾਇਆ ਖੜਾ ਹੈਗਾ। ਜਦੋਂ ਬਕਾਇਆ ਖੜਾ ਹੈ ਉਹ ਨਹੀਂ ਦੇ ਰਿਹਾ ਬਾਰ-ਬਾਰ ਮੰਗਣ ਦੇ ਬਾਵਜੂਦ ਵੀ, ਤਦ ਵੀ ਉਹਦੀ ਜਿਹੜੀ ਬੇਦਖਲੀ ਕੀਤੀ ਜਾ ਸਕਦੀ ਹੈ। ਫਿਰ ਕੀ ਹੈ, ਹੀ ਫੇਲਸ, ਉਹੀ 2 ਪੁਆਇੰਟ ਜਿਹੜੇ ਪਿੱਛੇ ਦੇਖੇ ਸੀ ਆਪਾਂ ਨੇ, ਉਹ ਇਸ ਤਰੀਕੇ ਨਾਲ ਖੇਤੀ ਨਹੀਂ ਕਰ ਰਿਹਾ ਜਿਹੜਾ ਕਸਟਮਰੀ ਤਰੀਕੇ ਦੇ ਨਾਲ ਉਸ ਏਰੀਆ 'ਚ ਕੀਤੀ ਜਾਂਦੀ ਹੈ। ਜਿਵੇਂ ਆਮ ਲੋਕ ਖੇਤੀ ਕਰਦੇ ਨੇ ਉਸ ਤਰੀਕੇ ਨਾਲ ਉਹ ਖੇਤੀ ਨਹੀਂ ਕਰ ਰਿਹਾ, ਹੋਰ ਵੱਖਰਾ ਤਰੀਕਾ ਅਪਣਾ ਕੇ ਉਹ ਖੇਤੀ ਕਰ ਰਿਹਾ ਹੈ। ਉਸ ਕੇਸ ਦੇ ਵਿੱਚ ਵੀ ਜਿੱਥੇ ਮਾਲਕ ਨੇ ਉਸ ਤੋਂ ਕਿਰਾਇਆ ਲੈਣਾ ਹੋਵੇ ਇਨ ਦਾ ਸ਼ੇਪ ਆਫ ਕਾइंड, ਫਸਲ 'ਚੋਂ ਫਸਲ ਬਣਵਾਉਣੀ ਹੋਵੇ ਤਾਂ ਤਦ ਵੀ ਜਿਹੜਾ ਮਾਲਕ ਹੈਗਾ ਉਸ ਨੂੰ ਬੇਦਖਲ ਕਰ ਸਕਦਾ ਹੈ। ਚੌਥਾ ਪੁਆਇੰਟ, ਪੰਜਵਾਂ ਪੁਆਇੰਟ ਫਿਰ ਹੈਗਾ, ਹੀ ਹੈਜ਼ ਯੂਜ਼ ਦਾ ਲੈਂਡ ਕੰਪਰਾਈਜ਼ਡ ਇਨ ਦਾ ਟੈਨੈਂਸੀ ਇਨ ਅ ਮੈਨਰ ਇਨ ਵਿਚ ਰੈਂਡਰਸ ਅਨਫਿਟ। ਉਹੀ ਗੱਲ ਆ ਗਈ ਵੀ ਜੇ ਦਿੱਤੀ ਸੀ ਕਿਸੇ ਲਈ ਸੀ ਪ੍ਰਾਪਰਟੀ, ਫਸਲ ਉਹਨੇ ਕਿਸੇ ਹੋਰ ਮਕਸਦ ਲਈ, ਤੇ ਉਹ ਪ੍ਰਾਪਰਟੀ ਨੂੰ ਯੂਜ਼ ਕਰ ਰਿਹਾ ਕਿਸੇ ਹੋਰ ਤਰੀਕੇ ਦੇ ਨਾਲ, ਅਨਫਿਟ ਕਰ ਰਿਹਾ ਖੇਤ ਨੂੰ ਆਪਣੇ ਨੂੰ, ਤਾਂ ਵੀ ਮਾਲਕ ਜਿਹੜਾ ਹੈਗਾ ਉਹ ਵੀ ਫਿਰ ਵੀ ਉਹ ਜਿਹੜਾ ਹੈਗਾ ਕਿਰਾਏਦਾਰ ਤੋਂ ਜਿਹੜਾ ਕਬਜ਼ਾ ਲੈ ਸਕਦਾ ਹੈ। 6ਵਾਂ ਪੁਆਇੰਟ ਹੈਗਾ, ਹੀ ਹੈਜ਼ ਸਬਲਿਟ ਦਾ ਟੈਨੈਂਸੀ ਔਰ ਏ ਪਾਰਟ ਆਫ ਦੇਅਰ ਆਫ, ਉਹ ਟੈਨੈਂਸੀ ਫਰਦਰ ਸਬਲਿਟ ਕਰ ਦਿੰਦਾ ਹੈ ਮਾਲਕ ਦੀ ਮਰਜ਼ੀ ਤੋਂ ਬਿਨਾਂ, ਠੀਕ ਹੈ ਜੀ। ਟੈਨੈਂਟ ਸ਼ੈਲ ਬੀ ਲਾਇਬਲ ਟੂ ਬੀ ਇਜੈਕਟਡ ਓਨਲੀ ਫਰੋਮ ਦਾ ਸੈਡ ਪਾਰਟ, ਜਿੰਨਾ ਪਾਰਟ ਉਸਨੇ ਸਬਲੈਟ ਕੀਤਾ ਹੈਗਾ ਉਹਨੇ ਪਾਰਟ ਤੋਂ ਜਿਹੜਾ ਹੈਗਾ ਉਹਦੀ ਇਜੈਕਟਮੈਂਟ ਕਰਵਾਈ ਜਾ ਸਕਦੀ ਹੈ। ਫਿਰ ਹੈਗਾ, ਹੀ ਰਿਫਿਊਜ਼ਸ ਟੂ ਐਗਜ਼ੀਕਿਊਟ ਏ ਕਬੂਲੀਅਤ ਪਟਾਨਾਮਾ। ਮੰਨ ਲਓ ਪਾਰਟੀਆਂ ਨੇ ਆਪਸ 'ਚ ਪਟਾਨਾਮਾ ਲਿਖਣਾ ਹੈਗਾ, ਉਹਨੇ ਐਪਲੀਕੇਸ਼ਨ ਦਿੱਤੀ ਸੀ ਲੈਂਡਲੋਰਡ ਨੇ, ਪਰ ਉਹ ਜਿਹੜਾ ਲੈਂਡਲੋਰਡ ਦੇ ਟੈਨੈਂਟ ਆ ਕੇ ਕੋਈ ਪਟਾਨਾਮਾ ਜਿਹੜੇ ਖਤਮ ਹੋ ਚੁੱਕਿਆ ਹੋਵੇ ਕਿਸੇ ਕਾਰਨ, ਠੀਕ ਹੈ, ਫਰਦਰ ਅੱਗੇ ਪਟਾਨਾਮਾ ਲਿਖਣ ਦੀ ਸ਼ਰਤਾਂ ਜਿਹੜੀਆਂ ਹੈਗੀਆਂ ਨੇ ਉਹ ਤੇ ਪੂਰਾ ਨਹੀਂ ਉਤਰਦਾ ਜਾਂ ਕੋਰਟ ਵਿੱਚ ਨਹੀਂ ਆਉਂਦਾ, ਤਦ ਵੀ ਉਹਦੀ ਜਿਹੜੀ ਐਜੈਕਟਮੈਂਟ ਕੀਤੀ ਜਾ ਸਕਦੀ ਹੈ। ਹੀ ਹੋਲਡਸ ਦਾ ਲੈਂਡ ਇਨ ਐਨੀ ਕੈਪੈਸਿਟੀ ਵੈਨਐਵਰ ਇਨ ਐਕਸੈਸ ਆਫ ਦਾ ਪ੍ਰਿੰਸੀਪਲ ਏਰੀਆ। ਮੰਨ ਲਓ ਟੈਨੈਂਟ ਹੈ, ਟੈਨੈਂਟ ਕੋਲ ਵੀ ਇੰਨਾ ਰਕਬਾ ਹੈਗਾ ਜਿਹੜਾ ਕਿ ਉਹ ਪ੍ਰਿੰਸੀਪਲ ਏਰੀਆ ਦੇ ਮੁਤਾਬਕ, ਸੀਲਿੰਗ ਐਕਟ ਦੇ ਮੁਤਾਬਕ ਉਹ ਹੋਲਡ ਕਰਕੇ ਨਹੀਂ ਰੱਖ ਸਕਦਾ, ਠੀਕ ਹੈ, ਤਾਂ ਫਾਲਤੂ ਜਿਹੜਾ ਰਕਬਾ ਹੈਗਾ ਉਹਦੀ ਵੀ ਐਜੈਕਟਮੈਂਟ ਕਰਕੇ ਉਸ ਤੋਂ ਕਬਜ਼ਾ ਲਿਆ ਜਾ ਸਕਦਾ ਹੈ। ਹੀ ਦੈਨ ਹੈ ਜੀ ਸੈਕਸ਼ਨ 19, ਇਹਨੂੰ ਛੱਡ ਦਿਓ, ਇਹ ਕੋਈ ਕੰਮ ਤਾਂ ਨਹੀਂ ਹੈਗਾ, ਇਸ ਦੇ ਨਾਲ ਹੀ ਹੈਗਾ ਰੂਲ 20 ਪੈਰਾ 20 ਸਟੈਂਡਰਡ ਆਰਡਰ ਨੰਬਰ 20 ਆਰਡਰ 'ਚ ਕਿਹਾ ਹੈਗਾ, ਫਾਰ ਦਾ ਫਾਰਮਸ ਐਂਡ ਨੋਟਿਸਸ ਦਾ ਪੰਜਾਬ ਸਿਕਿਉਰਿਟੀ ਐਂਡ ਲੈਂਡ ਪੰਚਾਇਤ ਮੇ ਵੀ ਕੰਸਲਟਡ। ਇਹਦੇ ਨਾਲ ਜਿਹੜਾ ਤੁਹਾਡਾ ਹੈਗਾ ਇਹ ਸਟੈਂਡਿੰਗ ਆਰਡਰ ਨੰਬਰ 2 ਇਹ ਖਤਮ ਹੋ ਜਾਂਦਾ ਹੈ, ਠੀਕ ਹੈ ਜੀ। ਫਰਦਰ ਜਿਹੜਾ ਅਗਲਾ ਸਾਡਾ ਲੈਕਚਰ ਆਏਗਾ ਉਹ 'ਚ ਅਸੀਂ ਪੜ੍ਹਾਂਗੇ ਸਟੈਂਡਿੰਗ ਆਰਡਰ ਨੰਬਰ 3। ਮੈਨੂੰ ਉਮੀਦ ਹੈ ਵੀ ਤੁਹਾਨੂੰ ਸਾਰਿਆਂ ਨੂੰ ਇਹ ਵਧੀਆ ਤਰੀਕੇ ਨਾਲ ਸਮਝ ਆਇਆ ਹੋਏਗਾ, ਠੀਕ ਹੈ ਜੀ। ਹੁਣ ਅਸੀਂ ਪੜ੍ਹਾਂਗੇ ਨੈਕਸਟ ਕਲਾਸ ਉਰਦੂ। ਸਰ ਜਿਹੜੇ ਸਟੈਂਡਿੰਗ ਆਰਡਰ ਪੰਜਾਬੀ ਚ ਵੀ ਕੱਢਣੇ?